दरबारे खालसा टीवी ਤੇ ਤੁਹਾਡਾ ਸਵਾਗਤ ਹੈ। ਗੁਰਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰਿਓ, ਪਿਛਲੇ ਕਈ ਦਿਨ ਤੋਂ ਅਸੀਂ ਡਿਸਕਸ ਕਰ ਰਹੇ ਹਾਂ ਕਿ ਅਸਲ ਮੁੱਦੇ, ਜ਼ਿੰਦਗੀ ਜਿਉਣ ਦੇ ਅਸਲ ਮੁੱਦੇ ਕੀ ਹੈ, ਜਿਹਦੇ 'ਚ ਅਸੀਂ ਆਰਥਿਕਤਾ, ਸਮਾਜਿਕ, ਭਾਵਨਾਤਮਕ, ਇਹ ਸਾਰੇ ਮੁੱਦੇ ਲਗਭਗ ਛੋਹੇ ਸੀ। ਅੱਜ ਅਸੀਂ ਗੱਲ ਕਰਾਂਗੇ ਕਿ ਸਿਹਤ ਦੇ ਨਾਲ ਸੰਬੰਧਿਤ ਅਸਲ ਮੁੱਦੇ ਕੀ ਨੇ, ਕਿਸ ਤਰੀਕੇ ਸਿਹਤ ਨੂੰ ਤੰਦਰੁਸਤ ਰੱਖਿਆ ਜਾਵੇ, ਕਿੰਨੀ ਕੁ ਦਵਾਈ ਦੀ ਲੋੜ ਹੈ, ਤੇ ਇਹਨਾਂ ਮੁੱਦਿਆਂ ਨੂੰ ਦਰਕਿਨਾਰ ਕਰਕੇ ਆਪਣਾ ਬਿਜ਼ਨਸ ਕੱਢਣ ਵਾਸਤੇ ਕਿਸ ਤਰੀਕੇ ਨਕਲੀ ਮੁੱਦੇ ਜਿਹੜੇ ਨੇ ਉਹ ਉਭਾਰੇ ਜਾਂਦੇ ਨੇ। ਜੇਕਰ ਲੇਟੈਸਟ ਗੱਲ ਕਰੀਏ ਤੇ ਇਹ ਉਹਨਾਂ ਦੇ ਮੁੱਦਿਆਂ ਦੇ ਵਿੱਚੋਂ ਇੱਕ ਮੁੱਦਾ ਕਰੋਨਾ ਆਉਂਦਾ, ਜਿਹੜਾ ਇੱਕ ਬਹੁਤ ਹਲਕੀ ਜਿਹੀ ਬਿਮਾਰੀ ਨੂੰ ਬੜੀ ਭਿਆਨਕ ਬਿਮਾਰੀ ਕਹਿ ਕੇ ਉਛਾਲ ਦਿੱਤਾ ਗਿਆ। ਤੇ ਅੱਜ ਸਮੁੱਚਾ ਮਨੁੱਖ ਬੇਸ਼ੱਕ ਉਹਦੇ ਚੋਂ ਬਹੁਤ ਗਿਣਤੀ ਸਮਝ ਵੀ ਚੁੱਕੇ ਨੇ ਕਿ ਕਰੋਨਾ ਜਿਹੜਾ ਉਹ ਉਨਾ ਖਤਰਨਾਕ ਨਹੀਂ ਹੈ ਜਿੰਨਾ ਪ੍ਰਚਾਰਿਆ ਜਾ ਰਿਹਾ, ਪਰ ਇਹਦੇ ਬਾਵਜੂਦ ਵੀ ਕਿਤੇ ਨਾ ਕਿਤੇ ਡਰ ਉਹਨਾਂ ਦੇ ਜ਼ਿਹਨ ਦੇ ਵਿੱਚ ਵੜਿਆ ਹੋਇਆ। ਉਹ ਇਸ ਗੱਲ ਨੂੰ ਇਹ ਕਿਤੇ ਨਾ ਕਿਤੇ ਸਮਝ ਮੰਨ ਰਹੇ ਨੇ ਕਿ ਸ਼ਾਇਦ ਜੇ ਥੋੜਾ ਬਹੁਤ ਵੀ ਹੋਇਆ, ਹਾਂ ਯਾਰ ਬਹੁਤਾਂ ਤਾਂ ਹੋ ਰਹੀਆਂ ਨੇ, ਇਹ ਸਾਰਾ ਕੁਝ ਕਿਤੇ ਨਾ ਕਿਤੇ ਡਰ ਜਿਹੜਾ ਹੈ ਫਿਰ ਵੀ ਅੰਦਰ ਵੜਿਆ ਹੋਇਆ। ਅੱਜ ਅਸੀਂ ਇਹ ਗੱਲ ਕਰਾਂਗੇ ਕਿ ਸਿਹਤ ਦੇ ਨਾਲ ਰਲਦੇ ਕਿਹੜੇ ਕਿਹੜੇ ਅਸਲੀ ਮੁੱਦੇ ਨੇ, ਸਿਹਤ ਨੂੰ ਕਿਵੇਂ ਤੰਦਰੁਸਤ ਰੱਖਿਆ ਜਾ ਸਕਦਾ, ਤੇ ਉਹਨਾਂ ਮੁੱਦਿਆਂ ਨੂੰ ਹਾਈਜੈਕ ਕਰਨ ਵਾਸਤੇ ਇਹ ਵਪਾਰੀ ਦਾ ਕੋਈ ਦੇਸ਼ ਨਹੀਂ, ਕੋਈ ਕੌਮ ਨਹੀਂ, ਕੋਈ ਮਜ਼ਹਬ ਨਹੀਂ, ਕੋਈ ਧਰਮ ਨਹੀਂ, ਵਪਾਰੀ ਮਲਟੀਨੈਸ਼ਨਲ ਵਪਾਰੀ ਹੈ। ਜਿਸ ਤਰ੍ਹਾਂ ਸ਼ਬਦ ਅਸੀਂ MNC ਬੜਾ ਆਮ ਸ਼ਬਦ ਬਣ ਗਿਆ ਕਿ ਮਲਟੀਨੈਸ਼ਨਲ ਕੰਪਨੀਆਂ, ਜਿਹਦੀ ਕੋਈ ਕੌਮ ਨਹੀਂ ਹੁੰਦੀ, ਜਿਹਦੀ ਕੋਈ ਸਰਹੱਦ ਨਹੀਂ ਹੁੰਦੀ, ਉਹ ਹਰ ਮੁਲਕ ਦੇ ਵਿੱਚ ਵਪਾਰ ਕਰ ਰਹੇ ਹੈ। ਬਿਲਕੁਲ ਉਸੇ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਹੈ ਉਹਨਾਂ ਵਪਾਰੀਆਂ ਦੀ ਬਣੀ ਹੋਈ ਹੈ। ਤੇ ਉਹ ਵਪਾਰੀ ਸਾਨੂੰ ਕਿਵੇਂ ਲੁੱਟਦੇ ਨੇ, ਕਿਸ ਤਰੀਕੇ ਦੂਸਰੇ ਮੁੱਦੇ ਉਭਾਰ ਕੇ ਸਾਡੀ ਜ਼ਿੰਦਗੀ ਨੂੰ, ਸਾਡੀ ਸਿਹਤ ਨੂੰ ਪਟੜੀ ਤੋਂ ਉਤਾਰ ਕੇ ਇਹਦਾ ਲਾਹਾ ਲੈਂਦੇ ਨੇ। ਇਹ ਸਮੁੱਚੀ ਵਿਚਾਰ ਚਰਚਾ ਕਰਨ ਦੇ ਲਈ ਜਿਸ ਤਰ੍ਹਾਂ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਸਮਾਂ ਦਿੰਦੇ ਆ ਰਹੇ ਨੇ ਡਾਕਟਰ ਅਮਰ ਸਿੰਘ ਆਜ਼ਾਦ, ਉਹ ਅੱਜ ਫਿਰ ਆਪਣੇ ਤਜਰਬੇ ਦੇ ਵਿੱਚੋਂ ਸਾਡੇ ਨਾਲ ਇਹ ਸਾਰੀਆਂ ਗੱਲਾਂ ਸਾਂਝੀਆਂ ਕਰਨਗੇ। ਡਾਕਟਰ ਸਾਹਿਬ, ਧੰਨਵਾਦ ਸਾਹਿਬ, ਤੁਹਾਡਾ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਕਹਿੰਦੇ ਹਾਂ। ਜਾਣਨਾ ਚਾਹਾਂਗੇ ਕਿ ਇਹ ਕਿਹੜੇ ਕਿਹੜੇ ਅਸਲ 'ਚ ਸਿਹਤ ਦੇ ਮੁੱਦੇ ਕੀ ਨੇ ਤੇ ਕਿਸ ਤਰੀਕੇ ਦੂਜੇ ਮੁੱਦਿਆਂ ਨੂੰ ਉਛਾਲਿਆ ਜਾਂਦਾ ਜੀ। ਜੀ ਹਾਂ ਜੀ, ਤੁਸੀਂ ਜਿਹੜੀ ਜਿੱਦਾਂ ਤੁਸੀਂ ਗੱਲ ਕੀਤੀ ਬਹੁਤ ਵਧੀਆ ਢੰਗ ਨਾਲ ਕਿ ਇਸ ਗੱਲ ਦੇ ਬਾਵਜੂਦ ਕਿ ਦੁਨੀਆ 'ਚ ਬਹੁਤ ਵੱਡੀ ਵਿਗਿਆਨਕ ਐਵੀਡੈਂਸ ਆ ਰਹੀ ਹੈ ਕਿ ਕਰੋਨਾ ਆਮ ਬਿਮਾਰੀ ਹੈ, ਉਹਦੇ ਬਾਵਜੂਦ ਵੀ ਸਮਝ ਲਿਆ ਅਸੀਂ, ਫਿਰ ਵੀ ਅਸੀਂ ਡਰ 'ਚ ਜਿਉਂ ਰਹੇ ਹਾਂ, ਲੜਾ ਰਹੇ ਅਸੀਂ ਇਸ ਡਰ ਨੂੰ। ਚਾਰ ਚਫੇਰੇ ਤੁਹਾਡੇ ਡਰ ਪਸ ਰਿਹਾ, ਚਾਰ ਚਫੇਰੇ ਵੱਡਾ ਵਿਸ਼ਾਲ ਡਰ ਹੈ ਉਹ, ਕਿ ਉਹ ਤੁਹਾਡੀ ਜ਼ਿੰਦਗੀ ਤੇ ਕਿਤੇ ਨਾ ਕਿਤੇ ਸਾਇਆ ਬਣ ਕੇ ਮੰਡਰਾ ਰਿਹਾ। ਬਿਲਕੁਲ, ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, ਜਿੰਨਾ ਮਰਜ਼ੀ ਤੁਸੀਂ ਕਹਿ ਲਓ, ਤੁਸੀਂ ਆਪਣੇ ਕਲੋਜ਼ੈਸਟ ਨੇੜੇ ਤੋਂ ਨੇੜੇ ਬੰਦਿਆਂ ਨੂੰ ਵੀ ਕਨਵਿੰਸ ਨਹੀਂ ਕਰ ਪਾ ਰਹੇ ਕਿ ਇਹ ਜਿਹੜੀ ਗੱਲ ਹੈ ਆਮ ਜੀ ਗੱਲ ਹੈ, ਇਹ ਤੋਂ ਕੋਈ ਡਰਨ ਦੀ ਗੱਲ ਨਹੀਂ ਹੈ। ਬਿਲਕੁਲ, ਪਿਛਲੇ ਤਿੰਨ ਮਹੀਨਿਆਂ ਤੋਂ ਹੋ ਗਏ ਅਸੀਂ ਹੰਡਾ ਰਹੇ ਹਾਂ ਉਹਨੂੰ। ਮੈਂ ਤਾਂ ਬਹੁਤ ਕਈ ਵਾਰੀ ਡਿਸਟਰਬ ਹੁੰਦਾ ਕਿ ਤੁਹਾਡੇ ਜਿਹੜੇ ਸਭ ਤੋਂ ਨੇੜੇ ਬੰਦੇ ਹੁੰਦੇ ਆ ਉਹ ਵੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਜਿਹੜੇ ਨੇ ਉਹ ਫਿਰ ਉਸ ਸ਼ੱਕ 'ਚ ਆ ਜਾਂਦੇ ਆ। ਝੂਠ ਐਡਾ ਵੱਡਾ, ਉਹਨਾਂ ਦਾ ਕਸੂਰ ਨਹੀਂ ਹੈ। ਆਪਾਂ ਨੂੰ ਕਈ ਦੋਸ਼ੀ ਕਹੀਏ ਵੀ ਦੋਸ਼ੀ ਨਹੀਂ ਹੋਣਾ, ਉਹ ਨਹੀਂ ਦੋਸ਼ੀ ਹੈਗੇ। ਉਹ ਝੂਠ ਐਡਾ ਵੱਡਾ ਕਰਤਾ ਗਿਆ, ਐਡਾ ਪਹਾੜ ਜਿੱਡਾ ਕਰਤਾ ਗਿਆ, ਉਹਦੇ ਸਾਹਮਣੇ ਸੱਚ ਜਿਹੜਾ ਬਹੁਤ ਬੌਣਾ ਲੱਗਣ ਲੱਗ ਗਿਆ। ਔਰ ਤੁਸੀਂ ਸੱਚ ਤੁਹਾਨੂੰ ਜਦੋਂ ਪਤਾ ਵੀ ਲੱਗਦਾ, ਤੁਸੀਂ ਫਿਰ ਮੁੜ ਕੇ ਉਹ ਝੂਠ ਤੁਹਾਡੇ ਤੇ ਭਾਰੂ ਹੋ ਜਾਂਦਾ। ਉਹਦੇ 'ਚ ਬੜੇ ਕਮਾਲ ਦੀਆਂ ਘਟਨਾਵਾਂ ਹੋ ਰਹੀਆਂ ਨੇ। ਮੇਰੀ ਪਤਨੀ ਨੇ ਮੈਨੂੰ 2 ਮਹੀਨੇ ਅਖਬਾਰ ਨਹੀਂ ਪੜ੍ਹਨ ਦਿੱਤਾ। ਅਖਬਾਰ ਤੋਂ ਕਰੋਨਾ ਆ ਜਾਏਗਾ। ਸਰਦੀਆਂ ਨੂੰ ਮੈਂ ਬਾਹਰ ਫਲ ਲੈ ਕੇ ਆਉਂਦਾ ਸੀਗਾ, ਆਉਣ ਸਾਰ ਮੈਨੂੰ ਧੋ ਇਹਨੂੰ ਪਹਿਲਾਂ ਤਾਂ ਬਾਹਰ ਲਿਫਾਫੇ ਛੱਡ ਦਿਓ। ਉਹ ਇੱਕ ਅਜੀਬ ਕਿਸਮ ਦਾ ਵਰਤਾਰਾ। ਮੇਰੇ ਬਹੁਤ ਕਲੋਜ਼ ਫਰੈਂਡਸ ਨੇ, ਹੋਮੋਪੈਥੀ ਦੇ ਡਾਕਟਰ ਨੇ, ਉਹ ਲੋਕਾਂ 'ਚ ਜਾ ਕੇ ਪ੍ਰਚਾਰ ਕਰਦੇ ਆ ਕਿ ਜਿਹੜਾ ਫਲਾਣੀ ਦਵਾਈ ਨਾਲ ਕਰੋਨਾ ਕੁਛ ਨਹੀਂ ਕਹਿ ਸਕਦਾ, ਉਹਨਾਂ ਤੋਂ ਬਚਾਅ ਹੋ ਜਾਂਦਾ ਹੈ। ਲੇਕਿਨ ਜਦੋਂ ਆਪਣੇ ਚੈਂਬਰ 'ਚੋਂ ਆਉਂਦੇ ਆ, ਚੈਂਬਰ 'ਚ ਬੰਦ ਕਰ ਲੈਂਦੇ ਆਪਣੇ ਆਪ ਨੂੰ, ਮਰੀਜ਼ਾਂ ਨੂੰ ਬਾਹਰ ਹਾਲ 'ਚ ਮਰੀਜ਼ ਬੈਠੇ ਮਰੀਜ਼ਾਂ ਨਾਲ ਫੋਨ ਤੇ ਗੱਲ ਕਰਦੇ ਆ, ਆਪਣੇ ਅੰਦਰ ਨਹੀਂ ਵੜਨ ਦਿੰਦੇ ਕਿਸੇ ਨੂੰ। ਬਾਹਰ ਜਾ ਕੇ ਪ੍ਰਚਾਰ ਕਰਦੇ ਆ ਤੇ ਅੰਦਰ ਨਹੀਂ ਵੜਨ ਦਿੰਦੇ ਕਿਸੇ ਨੂੰ, ਕਿਉਂਕਿ ਉਹ ਕਿਤੇ ਨਾ ਕਿਤੇ ਉਹਦੇ ਜ਼ਹਿਨ 'ਚ ਕਿਤੇ ਨਾ ਕਿਤੇ ਛੁਪ ਲੁਕਿਆ ਹੋਇਆ ਡਰ ਹੈ ਕਿ ਮੈਨੂੰ ਨਾ ਕਰੋਨਾ ਹੋ ਜਾਏ। ਉਨੇ ਡਾਕਟਰਾਂ ਨੇ ਜਿਹੜੀ ਮਰੀਜ਼ ਨਹੀਂ ਦੇਖੇ 2 ਮਹੀਨੇ 3 ਮਹੀਨੇ, ਕਲੀਨਿਕਾਂ ਬੰਦ ਕਰਤੀਆਂ ਆਪਣੀਆਂ। ਦੇਖੋ ਐਡੇ ਜਿਹੜਾ ਬੰਦਾ ਪ੍ਰਾਈਵੇਟ ਹੁੰਦਾ, ਪੂਰਾ ਲਾਲਚੀ ਹੁੰਦਾ, ਦਿਹਾੜੀ ਗਿਣਦਾ ਆਪਣੀ,
ਵੀ ਮੇਰੀ ਦਿਹਾੜੀ ਪਈ ਕਿ ਨਹੀਂ ਪਈ। ਉਹ ਵੀ 2 ਮਹੀਨੇ ਕੰਮ ਕਰਕੇ ਬੈਠੇ, ਇੰਨਾ ਡਰ ਭਰ ਹੋ ਗਿਆ ਉਹਨਾਂ ਦੇ ਉੱਪਰ। ਮੇਰੇ ਦੋਸਤ ਡਾਕਟਰ ਨੇ, ਉਹ ਕਿਤੇ ਆਉਂਦੇ ਆ, ਜਦੋਂ ਇਕੱਲੇ ਘਰ ਆਨਲਾਈਨ ਇੰਟਰਵਿਊ ਵੀ ਦੇ ਰਹੇ ਹੁੰਦੇ ਤਾਂ ਵੀ ਮਾਸਕ ਬੰਨ ਕੇ ਰੱਖਦੇ ਆ। ਤੇ ਇਹ ਕਿਤੇ ਨਾ ਕਿਤੇ ਮਨ ਚ ਡਰ ਇੰਨਾ ਭਾਰੂ ਹੈ ਕਿ ਉਹ ਜਿਹੜਾ ਦੂਜਾ ਪਾਸਾ ਉਹਦਾ ਉਹ ਕਈ ਬਹੁਤ ਛੋਟਾ ਲੱਗਣ ਲੱਗ ਜਾਂਦਾ। ਇਸ ਦਾ ਵਰਤਾਰਾ ਜੇ ਥੋੜੇ ਜਿਹੇ ਸ਼ਬਦਾਂ 'ਚ ਇਹ ਗੱਲ ਕਹਿ ਲਈਏ ਕਿ ਜਿਹੜਾ ਕਰੋਨਾ ਹੈ ਉਹ ਸਰੀਰ ਨੂੰ ਬਹੁਤਿਆਂ ਨੂੰ ਨਹੀਂ ਹੋਇਆ, ਪਰ ਮਨ ਨੂੰ ਆਲਮੋਸਟ ਸਾਰੇ ਵਰਲਡ ਨੂੰ ਮਨ ਨੂੰ ਕਰੋਨਾ ਹੋ ਚੁੱਕਿਆ ਹੈ। ਹਾਂ ਬਿਲਕੁਲ ਬਿਲਕੁਲ। ਝੂਠ ਐਡੇ ਵਿਸ਼ਾਲ ਢੰਗ ਨਾਲ ਬੋਲਿਆ ਗਿਆ ਨਾ, ਉਹ ਐਡੇ ਵਿਸ਼ਾਲ ਢੰਗ ਨਾਲ ਬੋਲਿਆ ਗਿਆ, ਐਡੇ ਵਿਰਾਟ ਢੰਗ ਨਾਲ ਬੋਲਿਆ ਗਿਆ ਝੂਠ ਉਹ। ਔਰ 4 ਤੇ ਫਿਰ ਹਮਲਾ ਹੋਇਆ ਕਿ ਜਿਹਨੂੰ ਕਹਿੰਦੇ ਸਾਡੇ ਪੈਰ ਉਖੜ ਗਏ। ਬਿਲਕੁਲ ਪੈਰ ਹੀ ਉਖੜ ਗਏ ਸਾਡੇ। ਉਹਦੀ ਕਿੱਡੇ ਖਤਰਨਾਕ ਵਰਤਾਰੇ ਨੇ, ਝੂਠ ਦਾ ਕਿਹੜਾ ਖਤਰਨਾਕ ਵਰਤਾਰਾ ਹੁੰਦਾ ਉਹ ਆਪਾਂ ਜੇ ਸ਼ਾਇਦ ਰਿਅਲਾਈਜ਼ ਨਹੀਂ ਕਰ ਰਹੇ ਕਿ ਜਿਹੜੇ ਮਾਸਕ ਲਾਉਣਾ ਤੇ ਮਾਸਕ ਲਾਉਣਾ ਔਰ ਹੱਥ ਨਾ ਮਿਲਾਉਣਾ, ਸ਼ੋ ਗਾਰਡ ਸੋਸ਼ਲ ਡਿਸਟੈਂਸਿੰਗ ਜਿਹੜੀ ਹੈ, ਇਹ ਦੇਖਣ ਨੂੰ ਬੜੇ ਹਲਕੇ ਫੁਲਕੇ ਜਿਹੇ ਤਰੀਕੇ ਲੱਗਦੇ ਹਨ, ਲੇਕਿਨ ਬਹੁਤ ਹੀ ਖਤਰਨਾਕ ਤਰੀਕੇ ਨੇ ਇਹ। ਤੁਸੀਂ ਇਮੇਜਿਨ ਕਰੋ ਕਿ ਤੁਸੀਂ ਮਾਸਕ ਲਾ ਕੇ ਕਿਵੇਂ ਕਮਿਊਨੀਕੇਟ ਕਰ ਸਕਦੇ ਹੋ ਵਧੀਆ ਢੰਗ ਨਾਲ। ਤੁਹਾਡੇ ਅੰਦਰ ਕੋਈ ਇਮੋਸ਼ਨ ਨਹੀਂ ਕਨਵੇ ਕਰ ਸਕਦੇ ਤੁਸੀਂ, ਕੋਈ ਤੁਹਾਡੇ ਮੂੰਹ ਤੇ ਐਕਸਪ੍ਰੈਸ਼ਨ ਨਹੀਂ ਪਤਾ ਲੱਗ ਸਕਦੇ। ਤੁਸੀਂ ਇੱਕ ਜਿਹਨੂੰ ਕਹਿੰਦੇ ਰੋਬੋਟ ਲਾਈਕ ਬਣ ਗਏ ਹੋ, ਮਾਸਕ ਲਾ ਕੇ ਬੋਲਦੇ ਬੰਦਾ। ਫਿਰ ਤੁਸੀਂ ਮਿਲਦੇ ਨਹੀਂ ਕਿਤੇ ਨੂੰ, ਉਹਦੇ ਤੇ ਸ਼ੱਕ ਕਰਦੇ ਹੋ ਵੀ ਉਹ ਇਹਨੂੰ ਨਾ ਹੋ ਜਾਏ ਕਰੋਨਾ, ਉੱਥੋਂ ਆ ਜਾਏ ਉਹਨੂੰ ਤੁਸੀਂ ਉੱਤੇ ਸ਼ੱਕ ਜਾਣਾ। ਇਹ ਵੀ ਅਸੀਂ ਹਟਾਵਾਂਗੇ ਲੰਬਾ ਸਮਾਂ ਹਟਾਵਾਂਗੇ, ਪੂਰੀ ਜਾਣ ਨਹੀਂ ਲੱਗਿਆ। ਇਹ ਮਤ ਸੋਚੀ ਆਪਾਂ ਕਿ ਚਲਾ ਜਾਏਗਾ, ਇਹ ਜਾਣਾ ਨਹੀਂ ਹੈ ਨੇ। ਹੌਲੀ ਹੌਲੀ ਉਹਨੂੰ ਲੰਬੀ ਲੜਾਈ ਲੜਨੀ ਪਏਗੀ। ਇਹ ਵਰਤਾਰਾ ਕੋਈ ਬਿਮਾਰੀ ਨਾਲ ਨਹੀਂ ਜੁੜਿਆ ਹੋਇਆ। ਕੱਲ ਨੂੰ ਤੁਹਾਡੇ ਇਹੀ ਵਰਤਾਰਾ ਕਿਸੇ ਨਵੀਂ ਬਿਮਾਰੀ ਨਾਲ ਵੀ ਆਏਗਾ। ਇਹੀ ਬਿਮਾਰਾ ਕੱਲ ਹੁਣ ਡੇਂਗੂ ਦਾ ਸੀਜ਼ਨ ਆ ਰਿਹਾ, ਤੁਹਾਡੇ ਚਲਾਨ ਹੋਣਗੇ। ਤੁਹਾਡੇ ਘਰ 'ਚ ਜਿਹੜਾ ਪਾਣੀ ਭਰਦੇ ਵਾਲਾ ਪਾਣੀ ਕਿਉਂ ਖੜਾ ਹੈ, ਉਹਦੇ 'ਚ ਲਾਰਵਾ ਮਿਲ ਗਿਆ ਤੁਹਾਡੇ ਘਰ 'ਚ। ਮੰਨ ਲਓ ਗਮਲਿਆਂ ਦੇ ਅੰਦਰ ਖੜੇ ਪਾਣੀ ਦੇ ਅੰਦਰ ਪਾਣੀ ਖੜ ਗਿਆ, ਉਹਦੇ 'ਚ ਲਾਰਵਾ ਮਿਲ ਗਿਆ ਡੇਂਗੂ ਵਾਲੇ ਮੱਛਰ ਦਾ, ਤੁਹਾਡਾ ਚਲਾਨ ਹੋ ਜਾਏਗਾ। ਤੁਹਾਡਾ ਚਲਾਨ ਕਰ ਦੇਣਗੇ। ਤਾਂ ਕਿਤੇ ਨਾ ਕਿਤੇ ਇਹ ਵਰਤਾਰਾ ਤੁਹਾਡੇ ਉੱਪਰ ਜਿਹੜੀ ਹੈ ਜ਼ਿੰਦਗੀ ਤੋਂ ਬਚਾਉਣ ਵਾਲੀ ਸਮਝ, ਕਿਉਂਕਿ ਇੱਕ ਪਹੁੰਚ ਹੈ, ਇੱਕ ਤਰੀਕਾ ਹੈ ਤੁਹਾਡੇ ਉੱਪਰ ਰਾਜ ਕਰਨ ਦਾ, ਤੁਹਾਡੇ ਉੱਪਰ ਭਾਰੂ ਹੋਣ ਦਾ, ਤੁਹਾਨੂੰ ਮਾਨਸਿਕ ਤੌਰ ਤੇ ਇੱਕ ਜਿਹਨੂੰ ਕਹਿੰਦੇ ਆ ਡਿਸਕਰੇਜ ਔਰ ਡੀਮੋਰਲਾਈਜ਼ ਕਰਨ ਦਾ ਇੱਕ ਤਰੀਕਾ ਅਪਣਾ ਲਿਆ ਉਹਨਾਂ ਨੇ। ਉਹ ਕਿਤੇ ਨਾ ਕਿਤੇ, ਚਲੋ ਉਹਦੀ ਗੱਲ ਆਪਾਂ ਫਿਰ ਕਰਾਂਗੇ। ਆਪਾਂ ਜਨਰਲ ਹੈਲਥ ਦੀ ਗੱਲ ਕਰਦੇ ਹੁਣ। ਇਹੀ ਝੂਠ ਜਿਹੜਾ ਹੈ ਉਹ ਪੂਰੇ ਦੇ ਪੂਰੇ ਹੈਲਥ ਦੇ ਵਿੱਚ ਵੀ ਚੱਲਦਾ ਹੈ। ਔਰ ਉਸ ਤੋਂ ਪਹਿਲਾਂ ਆਪਾਂ ਸ਼ਾਰਟ ਦੀ ਗੱਲ ਕਰਦੇ ਹਾਂ ਕਿ ਅਸਲ ਮੁੱਦੇ ਕੀ ਨੇ ਸਿਹਤ ਦੇ, ਕਿਉਂਕਿ ਅਸਲ ਮੁੱਦੇ ਦੀ ਗੱਲ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ, ਇਸ ਕਰਕੇ ਮੈਂ ਬਹੁਤ ਸ਼ਾਰਟ ਕਰੂੰਗਾ। ਝੂਠ ਵਾਲੀ ਗੱਲ ਥੋੜੀ ਜਿਹੀ ਆਪਾਂ ਜਿਹੜੀ ਵਿਸਥਾਰ 'ਚ ਕਰਾਂਗੇ, ਕਿਉਂਕਿ ਅਸਲ ਮੁੱਦਿਆਂ ਦੀ ਗੱਲ ਆਪਾਂ ਬੜੀ ਵਾਰੀ ਕਰ ਵੀ ਚੁੱਕੇ ਹਾਂ ਪਹਿਲਾਂ। ਅਸਲ ਮੁੱਦਿਆਂ ਦੀ ਗੱਲ ਸ਼ੁਰੂ ਕਰਨ ਤੋਂ ਜਿਹੜੀ ਸ਼ੁਰੂ ਉੱਥੇ ਹੀ ਕਰਨੀ ਚਾਹੀਦੀ ਹੈ ਕਿ ਅਸਲ 'ਚ ਜਿਹੜੀ ਹੈ ਕਿਉਂਕਿ ਹੈਲਥ ਜਿਹੜੀ ਜਦੋਂ ਸਮਝ ਆਉਂਦੀ ਹੈ, ਹੈਲਥ ਸਮਝ ਤਾਂ ਹੀ ਆਏਗੀ ਜੇ ਸਾਨੂੰ ਕ੍ਰੀਏਸ਼ਨ ਜਿਹੜੀ ਹੈ ਜਾਂ ਜੋ ਐਗਜ਼ਿਸਟੈਂਸ ਹੈ, ਜੋ ਹੋਂਦ ਹੈ, ਜੋ ਰਚਨਾ ਹੈ, ਉਹ ਕਿੱਦਾਂ ਦੀ ਹੈ, ਕੁਦਰਤ ਦੀ ਰਚਨਾ ਕਿੱਦਾਂ ਦੀ ਹੈ, ਮਨੁੱਖ ਦੇ ਸਰੀਰ ਦੀ ਰਚਨਾ ਕਿੱਦਾਂ ਦੀ ਹੈ, ਜਿਹੜੀ ਵਿਰਾਟ ਕਾਸਮੋਸ ਹੈ, ਬ੍ਰਹਿਮੰਡ ਹੈ, ਉਹਦੀ ਰਚਨਾ ਕਿੱਦਾਂ ਦੀ ਹੈ, ਤੇ ਉਹਦੇ ਵਿੱਚ ਸਾਡਾ ਕੀ ਰੋਲ ਹੈ, ਸਾਡਾ ਆਪਸ ਵਿੱਚ ਰਿਸ਼ਤੇਦਾਰੀ ਕੀ ਹੈ। ਉਹ ਸਾਰਾ ਕੁਝ ਜਦ ਤੱਕ ਤੁਹਾਨੂੰ ਸਮਝ ਨਹੀਂ ਆਏਗਾ ਤਾਂ ਤੁਹਾਨੂੰ ਸਿਹਤ ਦੇ ਅਸਲ ਮੁੱਦੇ ਸਮਝ ਨਹੀਂ ਆ ਸਕਦੇ। ਸਿਹਤ ਦੇ ਅਸਲ ਮੁੱਦੇ ਫਿਰ ਅਸੀਂ ਉਹੀ ਝੂਠ ਦੇ ਤਾਂ ਹੀ ਝੂਠ ਕਿਉਂ ਪ੍ਰਦਾਨ ਹੋ ਰਿਹਾ, ਕਿਉਂਕਿ ਸਾਨੂੰ ਅਸਲ 'ਚ ਉਹਦਾ ਆਧਾਰ ਹੀ ਪਤਾ ਨਹੀਂ ਹੈ। ਹੁਣ ਜੇ ਸਾਨੂੰ ਸੂਖਸ਼ਮ ਜੀਵਾਂ ਦਾ ਆਧਾਰ ਪਤਾ ਹੋਵੇ ਕਿ ਸੂਖਸ਼ਮ ਜੀਵ ਜਿਹੜੇ ਹੁੰਦੇ ਆ ਦੁਸ਼ਮਣ ਨਹੀਂ ਹੁੰਦੇ ਸੂਖਸ਼ਮ ਜੀਵ, ਕੁਛ ਲੋਕ ਸੂਖਸ਼ਮ ਜੀਵ ਦੋਸਤ ਹੁੰਦੇ ਆ। ਸੂਖਸ਼ਮ ਜੀਵ ਤੋਂ ਬਿਨਾਂ ਤਾਂ ਜ਼ਿੰਦਗੀ ਹੋਣ ਦੀ ਕੋਈ ਨਹੀਂ ਹੈ। ਸੂਖਸ਼ਮ ਜੀਵ ਜੇ ਕੱਢ ਦਿਓ ਤਾਂ ਜ਼ਿੰਦਗੀ ਤੋਂ ਮਾਈਨਸ ਖਤਮ ਹੈ ਜ਼ਿੰਦਗੀ। ਅੱਜ ਸੂਖਸ਼ਮ ਜੀਵ ਖਤਮ ਹੋ ਜਾਣ ਤਾਂ ਜ਼ਿੰਦਗੀ ਖਤਮ ਹੈ। ਸੂਖਸ਼ਮ ਜੀਵਾਂ ਬਿਨਾਂ ਜ਼ਿੰਦਗੀ ਸੋਚੀ ਵੀ ਨਹੀਂ ਜਾ ਸਕਦੀ ਜੇ ਤੁਹਾਨੂੰ ਸਮਝ ਹੋਏਗੀ ਤਾਂ। ਉਹ ਜਿਹੜੀ ਬ੍ਰਹਿਮੰਡ ਦੀ ਰਚਨਾ ਜਿਹਦੇ 'ਚ ਆਪਾਂ ਗੱਲ ਕਰਦੇ ਹੁੰਦੇ ਹਾਂ ਕਿ ਵਿਰਾਟ ਤੁਹਾਡੇ ਆਲੇ ਦੁਆਲੇ ਜੋ ਖੁੱਲਾ ਆਪਾਂ ਕਹਿੰਦੇ ਹਾਂ ਜਾਂ ਖਾਲੀ ਦਿਖਦਾ ਹਿੱਸਾ, ਉਹ ਊਰਜਾ ਨਾਲ ਭਰਿਆ ਹੋਇਆ ਆਕਾਸ਼ ਹੈ ਜਿਹੜਾ ਖੁਦ ਪਰਮਾਤਮਾ ਹੈ। ਉਹੀ ਪਰਮਾਤਮਾ ਜਿਹੜਾ ਸਾਰੇ ਦੇ ਸਾਰੇ ਪਦਾਰਥ ਦੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਅੰਦਰ ਤੇ ਬਾਹਰ ਦਾ ਰਿਸ਼ਤਾ ਜਿਹੜਾ ਬਹੁਤ ਨੇੜੇ ਦਾ ਰਿਸ਼ਤਾ ਇੱਕੋ ਹੀ ਹੈ, ਉਹ ਵਨਨੈਸ ਹੈ, ਉਹਦੇ ਅੰਦਰ ਵਨਨੈਸ ਹੈ। ਜਿਸ ਤਰ੍ਹਾਂ ਸਮੁੰਦਰ ਦੇ ਜੀਵਾਂ ਨੂੰ ਆਪਾਂ ਦੇਖ ਲਈਏ, ਥੋੜੀ ਜਿਹੀ ਸ਼ਾਇਦ ਉਹਦੇ ਨਾਲ ਸਮਝਣ 'ਚ ਆਸਾਨੀ ਹੋ ਜਾਵੇ ਕਿ ਜਦੋਂ ਸਮੁੰਦਰ ਦੇ ਜੀਵ ਸਮੁੰਦਰ 'ਚ ਰਹਿੰਦੇ ਆ, ਪਾਣੀ 'ਚ ਰਹਿੰਦੇ ਆ, ਪਾਣੀ ਤੋਂ ਸਭ ਕੁਝ ਲੈਂਦੇ ਆ, ਪਾਣੀ 'ਚ ਹੀ ਵਿਚਰਦੇ ਆ, ਪਾਣੀ 'ਚ ਹੀ ਜਿਉਂਦੇ ਆ, ਪਾਣੀ 'ਚ ਜੰਮਦੇ ਆ, ਮਰਦੇ ਆ, ਸਭ ਕੁਝ ਉੱਥੇ ਕਰਦੇ ਆ। ਤਾਂ ਉਹ ਸਮੁੰਦਰ ਤੋਂ ਕੋਈ ਬਾਹਰਲੀ ਚੀਜ਼ ਨਹੀਂ ਸਮਝਦੇ, ਨਾ ਉਹਨੂੰ ਸਮਝ ਆਉਂਦੀ ਕਿ ਏਦਾਂ ਦੀ ਕਰਕੇ ਮੈਂ ਕੋਈ ਬਾਹਰਲੀ ਚੀਜ਼ 'ਚ ਰਹਿ ਰਿਹਾ। ਉਹ ਸਮੁੰਦਰ ਦਾ ਹਿੱਸਾ ਹੀ ਹੁੰਦੇ ਆ। ਬਿਲਕੁਲ। ਹੁਣ ਬਸ ਅਸੀਂ ਸਮੁੰਦਰ 'ਚ ਨਹੀਂ ਰਹਿ ਰਹੇ, ਅਸੀਂ ਹਵਾ 'ਚ ਰਹਿ ਰਹੇ ਹਾਂ। ਸਾਡੇ ਉਸੇ ਪਾਣੀ ਨੂੰ ਤੁਸੀਂ ਹਵਾ ਮੰਨ ਲਓ, ਤਾਂ ਉੱਦਾਂ ਦੇ ਹਾਲਾਤ 'ਚ ਅਸੀਂ ਰਹਿ ਰਹੇ ਹਾਂ। ਜਿੱਦਾਂ ਸਮੁੰਦਰ ਦਾ ਤਾਲਮੇਲ ਉਸ ਬ੍ਰਹਿਮੰਡ ਨਾਲ ਹੁੰਦਾ ਹੈ, ਉਸ ਬ੍ਰਹਿਮੰਡੀ ਸ਼ਕਤੀ ਨਾਲ ਹੁੰਦਾ ਹੈ, ਉਦਾਂ ਹੀ ਸਾਡਾ ਵੀ ਤਾਲਮੇਲ ਉਹਦੇ ਨਾਲ ਹੈ। ਉਸ ਬ੍ਰਹਿਮੰਡੀ ਸ਼ਕਤੀ ਜਿਹੜੀ ਹੈ, ਜਿਹਨੂੰ ਪਰਮਾਤਮਾ ਕਹਿੰਦੇ ਆ ਆਪਾਂ, ਉਹਦਾ ਹੀ ਅੱਗੇ ਵਿਰਾਟ ਰੂਪ ਹੈ। ਇਸ ਪਦਾਰਥ ਦੀ ਸ਼ਕਲ 'ਚ, ਹਵਾ, ਪਾਣੀ, ਮਿੱਟੀ ਦੀ ਸ਼ਕਲ 'ਚ,
ਹਵਾ ਪਾਣੀ ਮਿੱਟੀ ਦੇ ਅੱਗੇ ਸ਼ਕਲਾਂ ਨੇ, ਕੋਈ ਸਮੁੰਦਰ ਹੈ ਕਿਤੇ, ਤੇ ਕਿਤੇ ਨਹਿਰਾਂ ਨੇ, ਤੇ ਕਿਤੇ ਦਰਿਆ ਨੇ, ਤੇ ਕਿਤੇ ਮੀਂਹ ਹੈ, ਤੇ ਕਿਤੇ ਕੁਛ ਅੱਡ ਅੱਡ ਝੀਲਾਂ ਨੇ। ਫਿਰ ਉਹਦੇ ਅੰਦਰ ਮਿੱਟੀ ਹੈ, ਮਿੱਟੀ ਦੇ ਵਿੱਚ ਅੱਡ ਅੱਡ ਕਿਸਮਾਂ ਦੀ ਮਿੱਟੀ ਹੈ, ਕਿਤੇ ਪਹਾੜੀ ਮਿੱਟੀ ਹੈ, ਕਿਤੇ ਪਲੇਨ ਮਿੱਟੀ ਹੈ, ਕਿਤੇ ਰੇਤਲੀ ਮਿੱਟੀ ਹੈ। ਲੇਕਿਨ ਇਹ ਚੀਜ਼ਾਂ ਉਹੀ ਨੇ, ਉਹਦੇ ਅੰਦਰ ਸਾਰੀ ਦੀ ਸਾਰੀ ਉਹੀ ਰਚਨਾ ਦੇ ਅੰਦਰ ਉਹੀ ਪ੍ਰਮਾਤਮਾ ਮੌਜੂਦ ਹੁੰਦਾ, ਉਹੀ ਆਕਾਸ਼, ਉਹੀ ਊਰਜਾ ਮੌਜੂਦ ਹੁੰਦੀ ਹੈ। ਇੱਦਾਂ ਜਦੋਂ ਕੁਦਰਤ ਦੀ ਜਿਹੜੀ ਰਚਨਾ ਹੋ ਜਾਂਦੀ, ਜਿਹਦੇ ਅੰਦਰ ਲੱਖਾਂ ਕਿਸਮ ਦੀਆਂ ਪ੍ਰਜਾਤੀਆਂ ਨੇ, ਛੋਟੀਆਂ ਤੋਂ ਲੈ ਕੇ ਵੱਡੀਆਂ ਤੱਕ, ਤੇ ਉਹਦੇ ਅਖੀਰ ਤੇ ਜਿਹੜਾ ਸਭ ਤੋਂ ਉੱਤਮ ਪ੍ਰਜਾਤੀ ਹੈ ਮਨੁੱਖ ਹੈ, ਤਾਂ ਉਹਦੀ ਕਿਤੇ ਨਾ ਕਿਤੇ ਹੋਂਦ ਹੈ। ਇਸ ਕਿਸਮ ਦਾ ਸਾਡਾ ਜਿਹੜਾ ਸੈਟਿੰਗ ਹੈ ਉਹਦੇ ਅੰਦਰ, ਉਹਦੇ ਸੰਦਰਭ 'ਚ ਹੀ ਹਮੇਸ਼ਾ ਸਿਹਤ ਨੂੰ ਸੋਚਣਾ ਚਾਹੀਦਾ। ਜੇ ਇਸ ਨੂੰ ਭੁੱਲ ਕੇ ਸਿਹਤ ਸੋਚਾਂਗੇ, ਸਾਨੂੰ ਸਿਹਤ ਕਦੀ ਸਮਝ ਨਹੀਂ ਆ ਸਕਦੀ। ਇਹੀ ਸ਼ਾਇਦ ਵਰਤਾਰਾ ਹੋ ਰਿਹਾ ਕਿ ਜਦੋਂ ਅਸੀਂ ਸਿਹਤ ਨੂੰ ਇੱਕ ਵੱਖਰੀ ਜਿਹੀ ਚੀਜ਼ ਸਮਝ ਲੈਂਦੇ ਹਾਂ, ਕੋਈ ਠੋਸੀ ਹੋਈ ਚੀਜ਼ ਉੱਪਰੋਂ ਹੈ, ਜਾਂ ਕੋਈ ਚੀਜ਼ ਤੋਂ ਫੜ ਕੇ ਲਿਆਉਣੀ ਹੈ, ਏਦਾਂ ਦਾ ਕੁਝ ਨਹੀਂ ਹੈ। ਜਦੋਂ ਬਾਹਰੋਂ ਲੈ ਕੇ ਆਉਣੀ ਸਿਹਤ, ਏਦਾਂ ਦਾ ਨਹੀਂ ਹੈ, ਏਦਾਂ ਦੀ ਵਰਤਾਰਾ ਨਹੀਂ ਹੈ। ਇਸ ਕਰਕੇ ਅਸੀਂ ਜਿਹੜੀ ਸਿਹਤ ਸਾਡੀ ਹੈ ਉਹ ਕਾਹਦੇ ਤੇ ਨਿਰਭਰ ਹੈ? ਪੂਰੀ ਬ੍ਰਹਿਮੰਡ ਦੀ ਰਚਨਾ ਦੇ ਨਾਲ ਵੰਨਸ ਹੈ, ਫਿਰ ਪੂਰੀ ਕੁਦਰਤ ਦੀ ਰਚਨਾ ਦੇ ਨਾਲ ਵੰਨਸ ਹੈ, ਫਿਰ ਤਿੰਨ ਜਿਹੜੇ ਤੱਤ ਪਦਾਰਥ ਨੇ, ਹਵਾ ਪਾਣੀ ਮਿੱਟੀ, ਉਹਦੇ ਨਾਲ ਤੱਕ। ਇਸੇ ਤਰ੍ਹਾਂ ਜਿਹੜੇ ਸੂਖਸ਼ਮ ਜੀਵ ਨੇ, ਸਭ ਤੋਂ ਪਹਿਲਾਂ ਆਏ ਧਰਤੀ ਦੇ ਉੱਪਰ ਸੂਖਸ਼ਮ ਜੀਵ ਆਏ। ਸੂਖਸ਼ਮ ਜੀਵਾਂ ਤੋਂ ਫਿਰ ਵੱਡੇ ਜੀਵ ਬਣੇ, ਵੱਡੇ ਜੀਵਾਂ ਤੋਂ ਬਣਦਾ ਮਨੁੱਖ ਬਣਿਆ। ਉਹ ਫਿਰ ਉਹ ਜਦੋਂ ਬਣਦਾ ਉਸੇ ਤੋਂ ਬਣੇ ਆਪਾਂ, ਤਾਂ ਉਹਦੇ ਨਾਲ ਸਾਡੀ ਹਿੱਸੇਦਾਰੀ ਟੁੱਟੀ ਨਹੀਂ ਹੈ। ਅੱਜ ਵੀ ਜਿਹੜਾ ਜਦੋਂ ਸਾਇੰਟਿਸਟ ਕਹਿੰਦੇ ਆ ਕਿ ਸਾਡੇ ਜਿਹੜੇ 97-98% ਜੀਨ ਨੇ ਉਹੀ ਮਾਈਕਰੋਬੀਅਲ ਜੀਨ ਨੇ, ਯਾਨੀ ਕਿ ਜੋ ਬੈਕਟੀਰੀਆ ਦੇ ਜੀਨ ਨੇ ਉਹੀ ਸਾਡੇ ਜੀਨ ਨੇ, ਸੇਮ ਜੀਨ ਨੇ, ਕੋਈ ਵੱਖਰੇ ਹੈ ਨਹੀਂ ਹੈ। ਜੋ ਵਾਇਰਸ ਤੇ ਬੈਕਟੀਰੀਆ ਦੇ ਜੀਨ ਨੇ ਉਹੀ ਸਾਡੇ ਜੀਨ ਨੇ। ਉਹ ਜਿਹੜਾ ਕਿਤੇ ਨਾ ਕਿਤੇ ਵਰਤਾਰਾ ਹੈ, ਉਹ ਸਾਨੂੰ ਸਮਝਣਾ ਬਹੁਤ ਜ਼ਰੂਰੀ ਆ। ਉਹ ਸਮਝ ਜਿਹੜੀ ਹੈ ਉਹਦੇ 'ਚ ਆਪਾਂ ਜੇ ਏਦਾਂ ਕਹੀਏ ਕਿ ਮਨੁੱਖੀ ਸਿਹਤ ਜਿਹੜੀ ਹੈ ਕੋਈ ਅੱਡ ਨਹੀਂ ਹੈ। ਮਨੁੱਖੀ ਸਿਹਤ ਇੱਕ ਥੋੜੀ ਜਿਹੀ ਉਸ ਤੋਂ ਵੱਡੀ ਵਿਸ਼ਾਲ ਸਿਹਤ ਦਾ ਹਿੱਸਾ ਹੈ, ਜਿਹਦੇ 'ਚ ਜਾਨਵਰਾਂ ਦੀ ਸਿਹਤ ਆਉਂਦੀ ਹੈ ਤੇ ਪੌਦਿਆਂ ਦੀ ਸਿਹਤ ਆਉਂਦੀ ਹੈ। ਤਿੰਨ ਕਿਸਮ ਦੇ ਜੀਵ ਨੇ ਇਸ ਧਰਤੀ ਦੇ ਉੱਪਰ ਵਸਦੇ, ਪੌਦੇ, ਜਾਨਵਰ, ਤੇ ਜਾਨਵਰਾਂ ਦੀ ਇੱਕ ਪ੍ਰਜਾਤੀ ਜਿਹੜੀ ਹੈ ਉਹ ਹੈ ਮਨੁੱਖ। ਤੇ ਮਨੁੱਖੀ ਸਿਹਤ, ਸਾਡੇ ਆਲੇ ਦੁਆਲੇ ਵਿਚਰਦੇ ਜਾਨਵਰਾਂ ਦੀ ਸਿਹਤ ਤੇ ਪੌਦਿਆਂ ਦੀ ਸਿਹਤ ਇੱਕ ਵੱਡੀ ਸਿਹਤ ਦਾ ਹਿੱਸਾ ਹੈ। ਜੇ ਸਾਡੇ ਆਲੇ ਦੁਆਲੇ ਸਿਹਤਮੰਦ ਪੌਦੇ ਹੋਣਗੇ ਤਾਂ ਹੀ ਸਿਹਤਮੰਦ ਜਾਨਵਰ ਹੋਣਗੇ, ਸਾਡੇ ਆਲੇ ਦੁਆਲੇ ਸਿਹਤਮੰਦ ਜਾਨਵਰ ਹੋਣਗੇ ਤਾਂ ਹੀ ਸਿਹਤਮੰਦ ਪੌਦੇ ਹੋਣਗੇ। ਤਾਂ ਇੱਕ ਦੂਜੇ ਨਾਲ ਜੁੜੀ ਹੋਈ ਹੈ। ਉਹ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਸਿਹਤ ਦਾ ਸਾਡਾ ਇੱਕ ਦੂਜੇ ਨਾਲ ਜੁੜਿਆ ਹੋਇਆ ਵਰਤਾਰਾ ਹੈ, ਕੋਈ ਵੱਖਰਾ ਨਹੀਂ ਹੈ। ਤਿੰਨਾਂ ਦੀ ਸਿਹਤ ਜਿਹੜੀ ਸਾਨੂੰ ਅੱਛੀ ਚਾਹੀਦੀ ਹੈ। ਪੌਦਿਆਂ ਦੀ ਸਿਹਤ ਵੀ ਅੱਛੀ ਚਾਹੀਦੀ ਹੈ, ਜਾਨਵਰਾਂ ਦੀ ਸਿਹਤ ਵੀ ਅੱਛੀ ਚਾਹੀਦੀ ਹੈ, ਔਰ ਮਨੁੱਖਾਂ ਦੀ ਸਿਹਤ ਵੀ ਅੱਛੀ ਚਾਹੀਦੀ ਹੈ। ਤਿੰਨੇ ਸਿਹਤਾਂ ਆਪਸ 'ਚ ਇੱਕ ਦੂਜੇ ਨਾਲ ਲਿੰਕਡ ਨੇ, ਇੱਕ ਦੂਜੇ ਨੂੰ ਪ੍ਰਭਾਵਿਤ ਕਰਦੀਆਂ ਨੇ। ਸਿਹਤਮੰਦ ਮਨੁੱਖ, ਸਿਹਤਮੰਦ ਜਾਨਵਰ, ਸਿਹਤਮੰਦ ਜਿਹੜੇ ਪੌਦੇ ਨੇ, ਇਹ ਤਿੰਨੋਂ ਹੀ ਸਿਹਤਮੰਦ ਚਾਹੀਦੀਆਂ। ਇਹਨਾਂ ਦੇ ਡਾਕਟਰ ਨੇ, ਇਹਨਾਂ ਦੇ ਅੱਡ ਡਾਕਟਰ ਨੇ। ਪੌਦਿਆਂ ਦੇ ਡਾਕਟਰ ਆਪਣੇ ਨੇ, ਖੇਤੀ ਵਾਲੇ ਸਾਡੇ ਦੋਸਤ ਨੇ ਜਿਹੜੇ ਵਿਗਿਆਨੀ ਨੇ। ਜਿਹੜੇ ਡੰਗਰਾਂ ਦੇ ਡਾਕਟਰ ਨੇ, ਜਾਨਵਰਾਂ ਦੇ ਡਾਕਟਰ ਨੇ, ਉਹ ਵੈਟਰਨਰੀ ਵਾਲੇ ਆ। ਮਨੁੱਖਾਂ ਦੇ ਡਾਕਟਰ ਵੀ ਹੈਗੇ ਆ। ਤਿੰਨ ਕਿਸਮ ਦੀ ਡਾਕਟਰੀ ਹੈ, ਉਹ ਕਿਤੇ ਨਾ ਕਿਤੇ ਉਹਦੀ ਨੁਮਾਇੰਦਗੀ ਕਰਦੀ ਹੈ ਕਿ ਉਹਦੀ ਸਿਹਤ ਦੇ ਅਸੀਂ ਚਿੰਤਤ ਹਾਂ। ਹੁਣ ਉਸ ਤੋਂ ਅੱਗੇ ਚਲੇ ਜਾਈਏ ਆਪਾਂ, ਇਹ ਤਿੰਨਾਂ ਦੀ ਸਿਹਤ ਜਿਹੜੀ ਹੈ ਉਹ ਅੱਗੇ ਇੱਕ ਹੋਰ ਉਸ ਤੋਂ ਵਿਸ਼ਾਲ ਸਿਹਤ ਦੇ ਉੱਪਰ ਨਿਰਭਰ ਹੈ। ਉਹਦੇ 'ਚ ਆਪਾਂ ਕਹਾਂਗੇ ਹਵਾ ਪਾਣੀ ਮਿੱਟੀ ਦੀ ਸਿਹਤ। ਕਿਉਂਕਿ ਹਵਾ ਪਾਣੀ ਮਿੱਟੀ ਤੋਂ ਹੀ ਇਹ ਸਾਰੇ ਜੀਵ ਜਿਹੜੇ ਨੇ ਉਹ ਭੋਜਨ ਲੈਂਦੇ ਆ, ਆਪਣਾ ਆਹਾਰ ਲੈਂਦੇ ਆ, ਹਵਾ ਲੈਂਦੇ ਆ, ਪਾਣੀ ਲੈਂਦੇ ਆ। ਉਹ ਪੂਰਾ ਜਿਹੜਾ ਹਵਾ ਪਾਣੀ ਮਿੱਟੀ ਹੈ, ਜੇ ਉਹਦੀ ਸਿਹਤ ਅੱਛੀ ਹੈ ਤਾਂ ਸਾਡੇ ਪੌਦਿਆਂ ਦੀ, ਜਾਨਵਰਾਂ ਦੀ ਤੇ ਮਨੁੱਖੀ ਸਿਹਤ ਅੱਛੀ ਹੈ। ਸੋ ਜਿੱਦਾਂ ਦੀ ਹਵਾ ਸਿਹਤਮੰਦ, ਜੇ ਹਵਾ ਸਿਹਤਮੰਦ ਹੋਏਗੀ, ਪਾਣੀ ਸਿਹਤਮੰਦ ਹੋਏਗਾ, ਤੇ ਧਰਤੀ ਸਿਹਤਮੰਦ ਹੋਏਗੀ, ਤਾਂ ਹੀ ਸਾਡੀ ਸਿਹਤ ਠੀਕ ਰਹੇਗੀ। ਇਹ ਆਪਾਂ ਸੋਚ ਵੀ ਨਹੀਂ ਸਕਦੇ ਕਿ ਜੇ ਹਵਾ ਗੰਦੀ ਹੋਗੀ, ਹਵਾ ਜ਼ਹਿਰੀਲੀ ਹੈ, ਪਾਣੀ ਜ਼ਹਿਰੀਲਾ ਹੈ, ਜਾਂ ਪਾਣੀ ਮੁੱਕ ਗਿਆ, ਪਾਣੀ ਹੈ ਨਹੀਂਗਾ, ਪਾਣੀ ਘਟ ਰਿਹਾ ਹੈ, ਜਾਂ ਮਿੱਟੀ ਸਾਡੀ ਜਿਹੜੀ ਹੈ ਜ਼ਹਿਰੀਲੀ ਹੋ ਗਈ, ਜਾਂ ਬੰਜਰ ਹੋ ਰਹੀ ਹੈ, ਤਾਂ ਉਹ ਨਾਲ ਦੀ ਨਾਲ ਸਾਡੀ ਸਿਹਤ ਦੇ ਉੱਪਰ ਉਹਦਾ ਪ੍ਰਭਾਵ ਪਏਗਾ। ਹਵਾ ਪਾਣੀ ਮਿੱਟੀ ਦੀ ਸਿਹਤ ਜਿਹੜੀ ਹੈ ਉਹ ਵੀ ਉੱਦਾਂ ਹੀ ਰੱਖਣੀ ਬਹੁਤ ਬੇਹੱਦ ਜ਼ਰੂਰੀ ਹੈ। ਹਵਾ ਪਾਣੀ ਮਿੱਟੀ ਦੀ ਸਿਹਤ ਠੀਕ ਰੱਖੇ ਬਿਨਾਂ ਨਾ ਪੌਦਿਆਂ ਦੀ ਠੀਕ ਰਹਿ ਸਕਦੀ ਹੈ, ਨਾ ਜਾਨਵਰਾਂ ਦੀ, ਨਾ। ਤਾਂ ਇਹ ਇੱਕ ਵਿਸ਼ਾਲ ਜੋ ਹੈ ਉਹਦੇ ਅੰਦਰ ਮਾਈਕਰੋਬੀਅਲ ਹੈਲਥ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਸਮਝਣ ਦੀ। ਮਾਈਕਰੋਬੀਅਲ ਹੈਲਥ ਸਾਰੀ ਲਾਈਫ ਦਾ ਆਧਾਰ ਹੈ, ਚਾਹੇ ਪੌਦੇ ਨੇ, ਚਾਹੇ ਜਾਨਵਰ ਹੈ, ਚਾਹੇ ਮਨੁੱਖ ਹੈ। ਉਹਦਾ ਆਧਾਰ ਜਿਹੜਾ ਥੱਲੇ ਬੇਸ ਜਿਹੜਾ ਹੈ ਉਹ ਮਾਈਕਰੋਬੀਅਲ ਲਾਈਫ ਹੈ, ਯਾਨੀ ਕਿ ਉਹ ਸੂਖਸ਼ਮ ਜੀਵ ਜਿਹਨਾਂ ਨੂੰ ਅਸੀਂ ਵਾਇਰਸ, ਬੈਕਟੀਰੀਆ ਤੇ ਹੋਰ ਨਿੱਕੇ ਪ੍ਰੋਟੋਜ਼ੋਆ, ਅਨੇਕਾਂ ਕਿਸਮ ਦੇ ਜੀਵ ਨੇ। ਮਾਈਕਰੋਬੀਅਲ ਲਾਈਫ ਹੈ। ਉਸ ਤੋਂ ਬਾਅਦ ਛੋਟੀ ਹੋਰ ਕੀਟ ਪਤੰਗੇ ਨੇ, ਉਸ ਤੋਂ ਥੋੜੀ ਵੱਡੀ ਲਾਈਫ ਹੈ, ਕੀਟ ਪਤੰਗੇ ਨੇ, ਕੀੜੇ ਮਕੌੜੇ ਨੇ। ਫਿਰ ਉਸ ਤੋਂ ਬਾਅਦ ਵੱਡੇ ਜਾਨਵਰ ਆ ਜਾਂਦੇ ਨੇ, ਲੱਡੂ ਨੇ, ਮੱਛੀਆਂ ਨੇ, ਪੰਛੀ ਨੇ। ਫਿਰ ਅੱਗੇ ਵੱਡੇ ਆ ਜਾਂਦੇ, ਹਾਥੀ ਨੇ, ਸ਼ੇਰ ਨੇ, ਗਾਂ ਹੈ, ਮੱਝ ਹੈ। ਫਿਰ ਅਸੀਂ ਆ ਜਾਂਦੇ ਹਾਂ ਸਾਡੇ ਇੱਧਰ ਜੋ ਬੰਦਰ ਤੇ ਜਿਹੜੇ ਲੰਗੂਰ ਨੇ ਸਾਡੇ ਕਿਤੇ ਵਿਚਾਲੇ ਨੇ। ਤਾਂ ਇਹ ਸਾਰੇ ਦਾ ਸਾਰਾ ਕਿਤੇ ਵਰਤਾਰਾ ਇੱਦਾਂ ਦਾ ਹੈ ਸਿਹਤ ਦਾ। ਤਾਂ ਉੱਦਾਂ ਹੀ ਸੰਦਰਭ 'ਚ ਆਪਾਂ ਜੇ ਸਮਝਾਂਗੇ ਤਾਂ ਹੀ ਆਪਾਂ ਨੂੰ ਸਿਹਤ ਸਮਝ ਆਏਗੀ।
ਇਸ ਕਰਕੇ ਆਪਾਂ ਜਿਹੜੀ ਸਭ ਤੋਂ ਪਹਿਲਾਂ ਜਿਹੜੀ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਖੇਤੀ ਸਭ ਤੋਂ ਜ਼ਰੂਰੀ ਹੈ, ਕਿਉਂਕਿ ਖੇਤੀ ਵਿੱਚੋਂ ਸਾਨੂੰ ਭੋਜਨ ਮਿਲਣਾ। ਖੇਤੀ ਲਈ ਸਾਨੂੰ ਕੀ ਚਾਹੀਦਾ? ਸ਼ੁੱਧ ਮਿੱਟੀ ਚਾਹੀਦੀ ਹੈ, ਵਧੀਆ ਮਿੱਟੀ ਚਾਹੀਦੀ ਹੈ, ਫਰਟਾਈਲ ਜਿਹੜੀ ਹੈ ਉਪਜਾਊ ਮਿੱਟੀ ਚਾਹੀਦੀ ਹੈ, ਪਾਣੀ ਚਾਹੀਦਾ ਜੋ ਵੀ ਸ਼ੁੱਧ ਵੀ ਹੋਵੇ ਤੇ ਕਾਫੀ ਮਾਤਰਾ 'ਚ ਵੀ ਹੋਵੇ, ਤੇ ਫਿਰ ਠੀਕ ਠਾਕ ਸਿਹਤ ਚਾਹੀਦੀ ਹੈ। ਤੇ ਸੂਰਜ ਦੇਵਤਾ ਜਿਹੜਾ ਉਹ ਖੜਾ ਹੀ ਹੈ। ਸੂਰਜ ਦੇਵਤਾ ਜਿਹੜਾ ਉਹ ਪਦਾਰਥ ਦੇ ਤੇ ਪਰਮਾਤਮਾ ਦੇ ਵਿਚਾਲੇ ਇੱਕ ਲਿੰਕ ਹੈ। ਪਰਮਾਤਮਾ ਦਾ ਇੱਕ ਰੂਪ ਹੈ ਸੂਰਜ ਦੇਵਤਾ ਜਿਹੜਾ ਸੂਰਜ ਹੈ, ਕਿਉਂਕਿ ਉਹ ਪਰਮਾਤਮਾ ਦੀ ਊਰਜਾ ਨੂੰ ਇੱਕ ਬਹੁਤ ਖਾਸ ਸ਼ਕਲ 'ਚ ਬਦਲ ਕੇ ਜੀਵਨ ਦਾ ਆਧਾਰ ਬਣਦਾ ਹੈ। ਉਹ ਕਿਤੇ ਨਾ ਕਿਤੇ ਸਾਰਾ ਸੂਰਜ ਹੈ, ਉਹਦੇ ਨਾਲ ਵੀ ਸਿਹਤ ਬਹੁਤ ਜੁੜੀ ਹੋਈ। ਕਿਉਂਕਿ ਜਦੋਂ ਅਸੀਂ ਸਿਹਤਮੰਦ ਹੋਲਿਸਟਿਕ ਹੈਲਥ ਦੀ ਗੱਲ ਕਰਦੇ ਹਾਂ, ਅਸੀਂ ਉਹਦੇ 'ਚ ਕੀ ਕਹਿੰਦੇ ਹਾਂ ਕਿ ਧੁੱਪੇ ਜਾਓ, ਕਿ ਧੁੱਪ 'ਚ ਜਾਓ। ਜੇ ਗਰਮੀ ਹੈ ਤਾਂ ਵੀ ਸੁਬਾਹ ਸ਼ਾਮ ਦੀ ਧੁੱਪ 'ਚ ਜਾਓ, ਤਾਂ ਕਿ ਧੁੱਪ ਜਿਹੜੀ ਹੈ ਸਾਡੇ ਪੂਰੀ ਦੀ ਪੂਰੀ ਲਾਈਫ ਨੂੰ ਊਰਜਾ ਦਿੰਦੀ ਹੈ। ਇੱਕ ਤਾਂ ਪੌਦਿਆਂ ਨੂੰ ਦਿੰਦੀ ਹੈ, ਸਿੱਧਾ ਵੀ ਦਿੰਦੀ ਹੈ ਤੁਹਾਨੂੰ। ਸਿੱਧਾ ਉਹਦਾ ਪ੍ਰੂਫ ਹੈ ਕਿ ਵਿਟਾਮਿਨ ਡੀ ਬਣਾਉਂਦੀ ਹੈ। ਜਦੋਂ ਸਿੱਧਾ ਊਰਜਾ ਨਾ ਦਿੰਦੀ ਹੁੰਦੀ ਤਾਂ ਵਿਟਾਮਿਨ ਡੀ ਕਿਵੇਂ ਬਣ ਜਾਂਦਾ? ਤੁਹਾਡੀ ਚਮੜੀ ਦੇ ਵਿੱਚ ਵਿਟਾਮਿਨ ਡੀ ਬਣ ਜਾਂਦਾ, ਉੱਥੇ ਪਿਆ ਵਿਟਾਮਿਨ ਡੀ ਬਣਾ ਦਿੰਦਾ। ਤੇ ਮਤਲਬ ਸੂਰਜ ਤੁਹਾਨੂੰ ਡਾਇਰੈਕਟਲੀ ਵੀ ਊਰਜਾ ਦਿੰਦਾ। ਔਰ ਬਹੁਤ ਸਾਰੇ ਤੁਸੀਂ ਸੁਣੇ ਹੋਣਗੇ ਕਿ ਇਹੋ ਜਿਹੇ ਯੋਗੀ ਨੇ ਜਿਹੜੇ ਆਪਣੇ ਆਪ ਨੂੰ ਇੰਨਾ ਸਾਧ ਲੈਂਦੇ ਆ ਕਿ ਸੂਰਜ ਤੋਂ ਸਿੱਧੀ ਊਰਜਾ ਲੈਣਾ ਸ਼ੁਰੂ ਕਰ ਦਿੰਦੇ ਆ। ਉਹ ਚਲੋ ਮਿੱਥ ਹੋ ਸਕਦਾ ਤਾਂ ਉਹ ਕਿਤੇ ਨਾ ਕਿਤੇ ਸੂਰਜ ਦੀ ਊਰਜਾ ਦੀ ਗੱਲ ਜਿਹੜੀ ਹੈ ਉਹ ਖੜੀ ਹੈ। ਇਹ ਸਾਰਾ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਆਪਾਂ ਨੂੰ ਏਦਾਂ ਸਮਝਣ ਦੀ ਲੋੜ ਹੈ। ਇਸ ਸੰਦਰਭ 'ਚ ਆਪਾਂ ਸਿਹਤ ਦੇ ਅਸਲ ਮੁੱਦਿਆਂ ਦੀ ਗੱਲ ਕਰਦੇ ਹਾਂ ਕਿ ਅੱਜ ਸਿਹਤ ਦੇ ਅਸਲ ਮੁੱਦੇ ਕੀ ਨੇ। ਸਿਹਤ ਦੇ ਮੁੱਦੇ, ਜਦੋਂ ਮਨੁੱਖ ਪੈਦਾ ਹੋ ਗਿਆ ਤਾਂ ਸਿਹਤ ਦੇ ਮੁੱਦਿਆਂ ਦੀ ਗੱਲ ਉਹਨੇ ਸੋਚਣੀ ਸ਼ੁਰੂ ਕਰਤੀ। ਆਪਾਂ ਆਪਣੇ ਢੰਗ ਦੇ ਨਾਲ ਉਹਨੇ ਆਪਣੀ ਸਿਹਤ ਠੀਕ ਰੱਖਣ ਲਈ ਸਮੇਂ ਦੇ ਵਿਗਿਆਨ ਦੀ ਉન્નਤੀ ਦੇ ਹਿਸਾਬ ਨਾਲ ਸਾਧਨ ਕਰੇ। ਆਦਿ ਮਾਨਵ ਮਨੁੱਖ ਸੀਗਾ, ਸਭ ਤੋਂ ਪਹਿਲਾਂ ਉਹਨੇ ਸਿੱਖਿਆ ਜੜੀਆਂ ਬੂਟੀਆਂ ਵਰਤਣੀਆਂ, ਕਿਉਂਕਿ ਜੜੀਆਂ ਬੂਟੀਆਂ ਆਲੇ ਦੁਆਲੇ ਸੀਗੀਆਂ। ਉਹ ਜੜੀਆਂ ਬੂਟੀਆਂ ਵਾਲੀ ਜਿਹੜੀ ਸਿਹਤ ਫੇਸ ਸੀ ਉਹ ਹਜ਼ਾਰਾਂ ਸਾਲ ਲੰਬੀ ਸੀ, ਉਹ ਬੜੀ ਲੰਬੀ ਸੀ, ਲੱਖਾਂ ਸਾਲ। ਕਿ ਮਨੁੱਖ ਨੇ ਵਰਤ ਲਿਆ ਕਿ ਜਿੱਦਾਂ ਪੌਦੇ ਭੋਜਨ ਦੇ ਤੌਰ ਤੇ ਖਾਂਦਾ ਸੀਗਾ, ਉਦਾਂ ਹੀ ਪੌਦਿਆਂ ਨੂੰ ਉਹ ਦਵਾਈ ਦੇ ਤੌਰ ਤੇ ਵਰਤਦਾ ਸੀਗਾ। ਉਹ ਆਪਣੇ ਕਿੰਨੇ ਪੌਦੇ ਹੁਣ ਤੱਕ ਚਲੇ ਆ ਰਹੇ ਆ ਕਿ ਜੇ ਜ਼ਖਮ ਹੋ ਜਾਏ ਤਾਂ ਆਹ ਪੌਦਾ ਮੜ ਲਓ, ਜੇ ਚਮੜੀ ਦੇ ਆਹ ਪੌਦਾ ਮੜ ਲਓ, ਜੇ ਬਿਮਾਰ ਜ਼ੁਕਾਮ ਹੋ ਜਾਏ ਤਾਂ ਪੌਦਾ ਖਾ ਲਓ। ਉਹ ਦਵਾ ਦੇ ਤੌਰ ਤੇ ਪੌਦੇ ਜਿਹੜੇ ਨੇ ਉਹ ਵਰਤਦੇ ਨੇ। ਇਹੋ ਜਿਹੇ ਪੌਦੇ ਨੇ ਜਿਹੜੇ ਜ਼ਖਮ ਦੇ ਉੱਪਰ ਜੇ ਤੁਸੀਂ ਕੱਟ ਲਾ ਦਿਓ ਤਾਂ ਉਹਦੇ ਟਾਂਕੇ ਲਾਉਣ ਦੀ ਲੋੜ ਨਹੀਂ ਪੈਂਦੀ, ਜ਼ਖਮ ਉੱਦਾਂ ਹੀ ਜੁੜ ਜਾਂਦਾ। ਜੇ ਉਹ ਪੌਦਾ ਮਲ ਕੇ ਉੱਪਰ ਤੇ ਤੁਸੀਂ ਦੋਨੋਂ ਸਿਰੇ ਫੜ ਕੇ ਜ਼ਖਮ ਦੇ ਜੋੜ ਦਿਓ, ਉੱਥੇ ਖੜ ਜਾਂਦਾ ਉਹ। ਏਦਾਂ ਦੇ ਕਮਾਲ ਦੇ ਪੌਦਿਆਂ ਦੀ ਇਨਵੈਂਸ਼ਨ ਸਾਡੇ ਬਜ਼ੁਰਗਾਂ ਨੇ ਹੌਲੀ ਹੌਲੀ ਕੀਤੀ। ਉਹ ਕਿਉਂਕਿ ਫੇਜ਼ ਲੰਬੀ ਬਹੁਤ ਸੀਗੀ, ਜਿਹਨੂੰ ਅਸੀਂ ਹੁਣ ਅੱਜ ਅੰਦਾਜ਼ ਢਾ ਰਹੇ ਹਾਂ, ਜਿਹੜੀ ਸੋ ਕਾਲਡ ਮਾਡਰਨ ਮੈਡੀਸਨ, ਤਾਂ ਵਿਚਾਰੀ ਹੈ ਹੀ ਬਹੁਤ ਛੋਟੀ ਜਿਹੀ ਹੈ। ਇਹ 100 200 300 ਸਾਲ ਪੁਰਾਣੀ ਹੈ ਸਾਰੀ। ਉਹ ਵੀ ਬੜੀ ਪ੍ਰਿਮਿਟਿਵ ਸ਼ਕਲ ਸੀ। ਹੁਣ ਅੱਗੇ 100 ਸਾਲ ਤੋਂ ਜਾਂ 50 70 ਸਾਲ ਤੋਂ ਥੋੜੀ ਜਿਹੀ ਆਪਣੀ ਕਿਸੇ ਖਾਸ ਸ਼ਕਲ ਚ ਆਈ ਹੈ। ਤਾਂ ਉਹ ਜਿਹੜੇ ਪੌਦਿਆਂ ਉਹ ਜਿਹੜੀ ਫੇਸ ਸੀ ਬਹੁਤ ਲੰਬੀ ਸੀ ਕਿ ਜਦੋਂ ਅਸੀਂ ਸਿਹਤ ਚੰਗੀ ਰੱਖਣ ਲਈ ਈਵਨ ਤੁਸੀਂ ਸਾਡੇ ਅੱਜ ਵੀ ਸਾਡੇ ਸਮਾਜ ਦੇ ਅੰਦਰ ਉਹ ਬੋਨ ਸੈਟਰ ਨੇ ਜਿਹੜੇ ਹੱਡੀਆਂ ਨੂੰ ਜੋੜਨਾ ਜਾਣਦੇ ਸੀਗੇ। ਕਿਵੇਂ ਹੱਡੀਆਂ ਜੋੜਨੀ, ਜਦੋਂ ਅੱਜ ਸਰਟੀਫਿਕੇਟ ਵੀ ਲੱਗ ਜਾਂਦੀ ਸੀ ਅਸੀਂ ਹੱਡੀਆਂ ਜੋੜ ਲੈਂਦੇ ਸੀਗੇ। ਉਹ ਕਿਤੇ ਨਾ ਕਿਤੇ ਉਹ ਸਾਰਾ ਵਰਤਾਰਾ ਜਿਹੜਾ ਲੰਬਾ ਸਮਾਂ ਚੱਲਿਆ ਤੇ ਸਾਡੇ ਸਮਾਜ ਦਾ ਜਿਹੜਾ ਉਹ ਬਦਲ ਬਣਦਾ ਰਿਹਾ। ਫਿਰ ਇੱਕ ਵਰਤਾਰਾ ਇਹੋ ਜਿਹਾ ਆਇਆ, ਉਹ ਆਯੁਰਵੇਦ ਜਿਹੜਾ ਹੈ ਉਹ ਆਫਕੋਰਸ ਉਹਦੀ ਇਤਿਹਾਸ ਜਿਹੜਾ ਹੈ ਬਹੁਤ ਕਮਾਲ ਦਾ ਇਤਿਹਾਸ ਹੈ ਆਯੁਰਵੇਦ ਦਾ। ਇਸ ਸਾਇੰਸ ਨੇ ਜਿਹੜੀ ਕੁਦਰਤ ਨੂੰ ਵਰਤ ਕੇ ਕਿਵੇਂ ਜਿਹੜੇ ਯੋਗਾ ਆਸਨ ਨੇ, ਸਾਰੇ ਤੁਸੀਂ ਯੋਗਾ ਆਸਨ ਦੇਖੋਗੇ ਜਾਨਵਰਾਂ ਨਾਲ ਕੰਪੈਰੀਜ਼ਨ ਕੀਤਾ ਹੋਇਆ। ਇਹ ਮੰਡੂਕ ਆਸਨ ਹੈ, ਸਰਪ ਆਸਨ ਹੈ, ਸੱਪਾਂ ਨਾਲ ਕਿਸੇ ਸੱਪ ਵਰਗਾ ਆਸਨ ਹੈ, ਕੋਈ ਡੱਡੂ ਵਰਗਾ ਆਸਨ, ਉਹ ਜਾਨਵਰਾਂ ਨਾਲ ਕੰਪੇਅਰ ਕਰਕੇ ਆਸਨ ਬਣਾਏ ਹੋਏ ਪਤੰਜਲੀ ਮਹਰਸ਼ੀ ਨੇ। ਯੋਗਾ ਦਾ ਬਣਾਇਆ ਹੋਇਆ, ਨੈਚੁਰੋਪੈਥੀ ਚ ਮਿੱਟੀ ਨੂੰ ਵਰਤਦੇ ਆ, ਪਾਣੀ ਨੂੰ ਵਰਤਦੇ ਆ। ਤਾਂ ਕਿਤੇ ਨਾ ਕਿਤੇ ਯੋਗਾ, ਨੈਚੁਰੋਪੈਥੀ, ਆਯੁਰਵੇਦ ਇਹ ਕਿਤੇ ਨਾ ਕਿਤੇ ਜਿਹੜੀ ਹੈ ਉਹਦਾ ਆਯੁਰਵੇਦ ਦਾ ਕੰਮ ਜਿਹੜਾ ਸਿੱਧਾ ਹੈ ਉਹਦਾ ਆਯੁਰਵੇਦ ਦਾ ਹੀ ਸਾਊਥ ਇੰਡੀਅਨ ਵਰਸ਼ਨ ਹੈ। ਨਾਰਥ ਇੰਡੀਆ ਜ਼ਿਆਦਾ ਆਯੁਰਵੇਦ ਕਹਿੰਦੇ ਸੀ ਇਹਨੂੰ, ਤੇ ਸਾਊਥ ਇੰਡੀਆ ਚ ਸਿੱਧਾ ਸਿੱਧ ਕਰ ਦਿੰਦੇ ਸੀ। ਤਾਂ ਉਹ ਕਿਤੇ ਨਾ ਕਿਤੇ ਉਹ ਪ੍ਰਣਾਲੀਆਂ ਨੇ ਬਹੁਤ ਲੰਬਾ ਸਮਾਂ ਵਿਕਾਸ ਕੀਤਾ। ਔਰ ਕਿਉਂਕਿ ਸਾਡੀ ਸਿਵਲਾਈਜੇਸ਼ਨ ਬੜੀ ਅਮੀਰ ਸੀਗੀ, ਬਹੁਤ ਅਮੀਰ ਸਿਵਲਾਈਜੇਸ਼ਨ ਸੀਗੀ, ਸਭ ਪੱਖਾਂ ਤੋਂ, ਆਰਥਿਕ ਪੱਖ ਤੋਂ ਬਹੁਤ ਅਮੀਰ ਸੀ, ਵਿਗਿਆਨ ਦੇ ਪੱਖ ਤੋਂ ਵੀ ਬਹੁਤ ਅਮੀਰ ਸੀ, ਔਰ ਸੱਭਿਆਚਾਰਕ ਪੱਖ ਤੋਂ ਔਰ ਧਾਰਮਿਕ ਪੱਖ ਤੋਂ ਵੀ ਬਹੁਤ ਐਡਵਾਂਸ ਰਹੀ ਹੈ। ਉਹਦੇ ਪ੍ਰੂਫ ਪਏ ਸਾਡੇ ਕੋਲੇ, ਵੇਦਾਂ ਦੀ ਰਚਨਾ ਔਰ ਉਪਨਿਸ਼ਦ ਔਰ ਗੁਰਬਾਣੀ ਔਰ ਸਾਰਾ ਵਰਤਾਰਾ ਲਗਾਤਾਰਤਾ ਹੈ ਉਹਦੇ ਅੰਦਰ ਸਾਰੀ ਕਿਤੇ ਨਾ ਕਿਤੇ ਉਹ ਅਮੀਰੀ ਜਿਹੜੀ ਝਲਕਦੀ ਹੈ। ਉਹ ਕਿਵੇਂ ਜਿਹੜੇ ਹਮਲਾਵਰ ਲਗਾਤਾਰ ਆਏ, ਲੁੱਟਿਆ ਉਹਨਾਂ ਨੇ, ਤੇ ਟਨਾਂ ਦੇ ਟਨ ਸੋਨਾ ਔਰ ਹੋਰ ਚੀਜ਼ਾਂ ਲੈ ਕੇ ਗਏ। ਤਾਂ ਉਹ ਸਾਰਾ ਇਸ ਗੱਲ ਦਾ ਪ੍ਰੂਫ ਹੈ ਕਿ ਸਾਡੀ ਸਿਵਲਾਈਜੇਸ਼ਨ ਜਿਹੜੀ ਬਹੁਤ ਅਮੀਰ ਸਿਵਲਾਈਜੇਸ਼ਨ ਸੀਗੀ, ਚਾਰ ਚੁਫੇਰਿਓਂ, ਚਾਰ ਸਭ ਪੱਖਾਂ ਤੋਂ। ਲੇਕਿਨ ਜਦੋਂ ਵਰਤਾਰਾ ਮੁਗਲਾਂ ਤੱਕ ਆ ਕੇ ਉਹ ਜਿਹੜਾ ਵਰਤਾਰਾ ਹੈ ਉਹ ਕਿਤੇ ਨਾ ਕਿਤੇ ਬਹੁਤ ਜਿਹਨੂੰ ਕਹਿੰਦੇ ਆ ਮਾਰੂ ਨਹੀਂ ਸਾਬਤ ਹੋਇਆ ਸਾਡੇ ਵਾਸਤੇ। ਉਹਦੇ ਅੰਦਰੋਂ ਆਪਣਾ ਸਿਸਟਮ ਲੈ ਕੇ ਆਏ, ਉਹ ਇਹ ਨਹੀਂ ਆਪਣਾ ਸਿਸਟਮ ਨਹੀਂ ਲੈ ਕੇ ਆਏ, ਯੂਨਾਨੀ ਲੈ ਕੇ ਆਏ, ਹੋਰ ਲੈ ਕੇ ਆਏ, ਉਹ
ਸਿਸਟਮ ਜਿਹੜੇ ਨੇ ਉਹ, ਲੇਕਿਨ ਉਹਨਾਂ ਸਿਸਟਮ ਨੇ ਸਾਨੂੰ ਬਹੁਤ ਡੈਮੇਜ ਨਹੀਂ ਕੀਤਾ। ਹਲਕਾ ਫੁਲਕਾ ਡੈਮੇਜ ਹੋਇਆ ਸਾਨੂੰ ਉਹਦੇ ਨਾਲ, ਲੇਕਿਨ ਬਹੁਤ ਵਧੀਆ, ਬਹੁਤ ਜ਼ਿਆਦਾ ਤੇ ਲੇਕਿਨ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਜਿਹੜਾ ਉਹ ਡੈਮੇਜ ਜਿਹੜਾ ਸੀ, ਉਹ ਨੁਕਸਾਨ ਸੀ ਬਹੁਤ ਜ਼ਿਆਦਾ ਹੋਇਆ, ਕਿਉਂਕਿ ਉਹਨਾਂ ਨੇ ਉਹ ਬਹੁਤ ਛਾਤਰ ਕਿਸਮ ਦੇ ਲੋਕ ਸੀਗੇ, ਬਹੁਤ ਜਿਹਨੂੰ ਕਨਿੰਗ ਔਰ ਧੋਖੇਬਾਜ਼ ਕਿਸਮ ਦੀ ਜਿਹੜਾ ਸਾਰਾ ਵਰਤਾਰਾ ਸੀ ਉਹਨਾਂ ਦਾ। ਤੇ ਉਹਨਾਂ ਨੇ ਜਿਹੜਾ ਆ ਕੇ ਬਹੁਤ ਹੀ ਸਿਸਟਮੈਟਿਕ, ਬਹੁਤ ਹੀ ਯੋਜਨਾਬੱਧ ਢੰਗ ਦੇ ਨਾਲ ਸਾਡੇ ਸਾਰੇ ਸਿਸਟਮ ਨੂੰ ਤਹਿਸ ਨਹਿਸ ਕੀਤਾ, ਚਾਹੇ ਉਹ ਖੇਤੀ ਸੀ, ਚਾਹੇ ਉਹ ਵਿਦਿਅਕ ਢਾਂਚਾ ਸੀਗਾ, ਜਾਂ ਸਾਡੇ ਜਿਹੜਾ ਵਪਾਰ ਦਾ ਢਾਂਚਾ ਸੀ, ਜਾਂ ਜਿਹੜੇ ਸਾਡੇ ਸਮਾਜ ਦਾ ਢਾਂਚਾ ਸੀ, ਜਾਂ ਸਾਡਾ ਸੱਭਿਆਚਾਰ ਸੀਗਾ। ਬੜੇ ਸਿਸਟਮੈਟਿਕ ਅਟੈਕ ਹੋਏ ਉਹਦੇ ਉੱਪਰ। ਕਦੇ ਉਹ ਕ੍ਰਿਸਚੈਨਿਟੀ ਦੇ ਨਾਂ ਤੇ ਹੋਏ, ਕਦੇ ਉਹ ਜਿਹੜਾ ਹੈ ਬਸਤੀਵਾਦੀ ਲੁੱਟ ਨੂੰ ਕਰਨ ਲਈ ਜਿਹੜਾ ਹੈ ਉਹ ਅੱਡ ਢੰਗਾਂ ਨਾਲ ਸਾਡੇ ਉੱਪਰ ਜਿਹੜੇ ਨੇ ਉਹ ਟੋਕੇ ਗਏ, ਆਯੁਰਵੇਦ ਨੂੰ ਛਾਂ ਪਿਆ ਗਿਆ, ਸਾਡੇ ਟਾਕੇ ਦੇ ਮਲਮਲ ਦੀਆਂ ਜਿਹੜੀਆਂ ਸੀ ਜਿਹੜੇ ਸੀ ਉਹਨਾਂ ਦੇ ਹੱਥ ਵੱਡੇ ਗਏ, ਔਰ ਮਿਸਤਰੀਆਂ ਨੂੰ ਮਾਰਿਆ ਗਿਆ, ਔਰ ਈਵਨ ਵੇਦਾਂ ਜਿਹੜੇ ਸਾਡੇ ਵੇਦ ਸੀਗੇ ਜਿਹੜੇ ਆਯੁਰਵੇਦ ਦੇ, ਉਹਨਾਂ ਨੂੰ ਵੀ ਮਰਵਾਇਆ ਗਿਆ ਐਪੀਡੈਮਿਕਸ ਦੇ ਦੌਰਾਨ। ਤੇ ਆਹੀ ਜਿੱਦਾਂ ਅੱਜ ਹੋ ਰਿਹਾ ਕਿ ਤੁਹਾਨੂੰ ਇਹ ਗੱਲ ਕਹੀ ਜਾ ਰਹੀ, ਜਿਹੜਾ ਬੰਦਾ ਇਹਦਾ ਮੁਖਾਲਫਤ ਕਰੇਗਾ ਉਹ ਐਂਟੀ ਨੈਸ਼ਨਲ ਹੈ, ਤੇ ਉਹ ਸਮਾਜ ਦਾ ਮੁੱਦਾ ਵਿਰੋਧੀ। ਤੇ ਜਦੋਂ ਕਰਦੀ ਸੀ ਕਰਦੀ ਉਹਨੂੰ ਵੀ ਏਦਾਂ ਹੀ ਜਿਹੜਾ ਹੈ ਬਹੁਤ ਡਿਮਾਂਡ, ਉਹਨੂੰ ਬਦਨਾਮ ਕੀਤਾ ਜਾਂਦਾ ਸੀ, ਉਹਨੂੰ ਕਿਹਾ ਜਾਂਦਾ ਸੀ ਵੀ ਇਹ ਜਿਹੜੇ ਨੇ ਐਵੇਂ ਲੋਕਾਂ ਨੂੰ ਬਿਮਾਰ ਜ਼ਿਆਦਾ ਕਰਦੇ ਆ। ਤੇ ਉਹ ਕਿਤੇ ਨਾ ਕਿਤੇ ਵਰਤਾਰਾ ਅੱਜ ਵੀ ਸਾਨੂੰ ਉਸ ਦੇਖਣ ਨੂੰ ਮਿਲ ਰਿਹਾ ਕਿ ਉਹਦੀ ਜਿਹੜੀ ਬਸ ਜਦੋਂ ਅੰਗਰੇਜ਼ ਚਲੇ ਗਏ ਛੱਡ ਕੇ, ਤਾਂ ਉਹ ਖਾਸ ਕਿਸਮ ਦੀ ਸਾਡੀ ਆਜ਼ਾਦੀ ਆਈ, ਜਿਹੜੀ ਕਿ ਸਮਝੌਤੇ ਦੇ ਆਧਾਰ ਸੀ। ਉਹ ਸਮਝੌਤੇ ਦੇ ਆਧਾਰ ਤੇ ਆਜ਼ਾਦੀ ਜਿਹੜੀ ਜਦੋਂ ਆਈ, ਤਾਂ ਉਦਾਂ ਦੇ ਸਮਝੌਤਾ ਸਾਡੇ ਸਾਰੀ ਹਰ ਲਾਈਫ ਤੇ ਹਰ ਚੀਜ਼ ਦਿਖ ਰਿਹਾ ਸਾਨੂੰ ਕਿ ਸਾਰਾ ਕੁਛ ਜੋ ਕੁਛ ਬਸਤੀਵਾਦ ਹੁੰਦਾ ਸੀਗਾ, ਸਾਰਾ ਕੁਛ ਉਦਾਂ ਹੀ ਹੋ ਰਿਹਾ। ਬਸ ਨਾਂ ਦੀ ਸਰਕਾਰ ਸਾਡੀ ਜ਼ਰੂਰ ਹੈਗੀ ਹੈ ਕਿ ਸਰਕਾਰ ਅਸੀਂ ਆਪ ਚੁਣ ਲੈਂਦੇ ਹਾਂ ਵੋਟਾਂ ਪਾ ਕੇ, ਲੇਕਿਨ ਜਿਹੜੇ ਕਾਨੂੰਨ ਨੇ ਅੱਜ ਵੀ ਤੁਸੀਂ ਐਪੀਡੈਮਿਕ ਐਕਟ ਜਿਹੜਾ ਦੇਖਦੇ ਹੋ, ਜਿਹਦੇ ਤਹਿਤ ਸਾਰਾ ਵਰਤਾਰਾ ਹੋ ਰਿਹਾ, ਉਹ ਸਾਰਾ ਅੰਗਰੇਜ਼ਾਂ ਦਾ ਬਣਾਇਆ ਹੋਇਆ ਐਪੀਡੈਮਿਕ ਐਕਟ। ਉਹ ਕਿਤੇ ਨਾ ਕਿਤੇ ਵਰਤਾਰਾ ਉਦਾਂ ਹੀ ਹੈ ਕਿ ਤੁਹਾਨੂੰ ਇਸ ਗੱਲ ਤੇ ਸਜ਼ਾ ਦਿੱਤੀ ਜਾ ਸਕਦੀ ਹੈ, ਤੁਸੀਂ ਆਹ ਨਾ ਕਰੋ ਤੇ ਆਹ ਸਜ਼ਾ ਹੋਊਗੀ, ਆਹ ਨਾ ਕਰੋ ਤੇ ਆਹ ਸਜ਼ਾ ਹੋਊਗੀ। ਤੇ ਉਸੇ ਐਕਟ ਦੇ ਤਹਿਤ ਤੁਹਾਡੀਆਂ ਮਾਸਕਾਂ ਦੇ ਚਲਾਨ ਹੋ ਰਹੇ ਆ, ਮਾਸਕ ਨਹੀਂ ਲਾਈਦਾ ਚਲਾਨ ਕਰਦੇ ਹੋ, ਇਹਦਾ ਮੋਟਾਪਾ ਹੋ ਰਿਹਾ ਲੋਕਾਂ ਦਾ, ਔਰ ਸਾਰਾ ਜਿਹੜਾ ਵਰਤਾਰਾ ਹੋ ਰਿਹਾ। ਤੇ ਉਹ ਕਿਤੇ ਨਾ ਕਿਤੇ ਉਹੀ ਕਾਨੂੰਨ, ਉਦਾਂ ਦੇ ਕਾਨੂੰਨ ਹੁਣ ਸਾਡੀ ਸਰਕਾਰਾਂ ਲਾਗੂ ਕਰਨ ਲੱਗ ਗਈਆਂ। ਉਹ ਕਿਸੇ ਨਾ ਕਿਤੇ ਵਰਤਾਰਾ ਜਿਹੜਾ ਇਹ ਮੋਟਾ ਇਤਿਹਾਸਕ ਜਿਹੜਾ ਪੱਖ ਹੈ ਉਹਦਾ, ਕਿਵੇਂ ਵਿਗਿਆਨ ਨੂੰ ਕਮਰਸ਼ੀਅਲ ਹਿੱਤਾਂ ਲਈ ਵਰਤਿਆ ਗਿਆ ਔਰ ਸਾਡੇ ਆਪਣੇ ਸਿਸਟਮ ਨੂੰ ਡੈਮੇਜ ਕੀਤਾ ਗਿਆ। ਅੱਜ ਵੀ ਜਿਹੜੀ ਹੈ ਵਰਤਾਰਾ ਇੱਦਾਂ ਹੋ ਰਿਹਾ ਕਿ ਜੇ ਕੋਈ ਵੇਟ ਕਿਹਨੂੰ ਕਰ ਰਹੇ ਅਸੀਂ ਕਿ ਕੋਈ ਮਹਿੰਗਾ ਜਿਹਾ ਕੋਈ ਵੈਕਸੀਨ ਆਏਗਾ, ਸੋਹਣੀ ਜਿਹੀ ਸ਼ੀਸ਼ੀ 'ਚ ਬੰਦ ਹੋਏਗਾ, ਫਿਰ ਕੋਟਾਂ ਵਾਈਟ ਕੋਟਾਂ ਵਾਲੇ ਡਾਕਟਰ ਸਾਨੂੰ ਲਾਉਣਗੇ ਤੇ ਫਿਰ ਅਸੀਂ ਬਚਾਂਗੇ। ਜੇ ਉਹਨਾਂ ਨੂੰ ਕਹੋ ਤੁਸੀਂ ਹਲਦੀ ਪੀ ਕੇ ਬਚ ਸਕਦੇ ਹੋ, ਤੁਲਸੀ ਪੀ ਕੇ ਬਚ ਸਕਦੇ ਹੋ, ਜਾਂ ਲੌਂਗ ਇਲਾਚੀ ਦੀ ਚਾਹ ਪੀ ਕੇ ਬਚ ਸਕਦੇ ਹੋ, ਉਹ ਪਿੱਛੇ ਕਿਚੂ ਬੰਦਾ ਕਲਚਰ ਇੱਕ ਕਿਸਮ ਦਾ ਸਾਡਾ ਅਸੀਂ ਮਾਨਸਿਕ ਤੌਰ ਤੇ ਇੰਨੇ ਕਰਪਟ ਹੋ ਗਏ ਕਿ ਸਾਨੂੰ ਉਹੀ ਸਾਰਾ ਕੁਝ ਉਦਾਂ ਹੀ ਦੇ ਦਿੱਤਾ ਗਿਆ ਕਿ ਤੁਸੀਂ ਜੇ ਵਧੀਆ ਜੀ ਸ਼ੀਸ਼ੀ 'ਚ ਬੰਦ ਹੋ ਕੇ ਕੋਈ ਚੀਜ਼ ਆਏਗੀ ਤਾਂ, ਹਾਲਾਂਕਿ ਦੇਖੋ ਕਿੱਡਾ ਵੱਡਾ ਝੂਠ ਹੈ ਕਿ ਤੁਸੀਂ ਵੱਡਾ ਜੁਗਾੜ ਖੜਾ ਕਰਤਾ। ਤੁਸੀਂ ਸੋਚ ਕੇ ਦੇਖੋ ਜਿਹੜਾ ਜੁਗਾੜ ਹੈ ਕੀ ਹੈ। ਤੁਸੀਂ ਹਸਪਤਾਲ 'ਚ ਤੁਸੀਂ ਕਹਿੰਦੇ ਤੁਸੀਂ ਹਸਪਤਾਲ 'ਚ ਆਓ, ਸਿਹਤਮੰਦ ਬੰਦੇ ਨੂੰ ਹਸਪਤਾਲ ਜਾ ਕੇ ਬੰਦ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਕੋਲ ਦੇਣ ਨੂੰ ਕੀ ਤੁਹਾਡੇ ਕੋਲੇ ਤੁਸੀਂ ਬਿਸਤਰਾ ਦੇ ਰਹੇ ਹੋ ਉਹਨੂੰ, ਉਹ ਵੀ ਪਤਾ ਨਹੀਂ ਕਿਹੋ ਜਿਹਾ ਨਹੀਂ ਹੈ, ਉਹ ਆਲਰੇਡੀ ਇਨਫੈਕਟਡ ਹੋਵੇ, ਗੰਦਾ ਹੋਵੇ, ਬਦਬੂ ਮਾਰਦਾ ਹੋਵੇ, ਬਾਥਰੂਮ ਗੰਦੇ ਹੋਣ। ਹੋਰ ਤੁਹਾਡੇ ਕੋਲ ਪੱਲੇ ਕੀ ਹੈ? ਜੋ ਤੁਸੀਂ ਔਜ਼ਾਰ ਜਿਹੋ ਜਿਹੀ ਫਰਾਡ ਬਿਮਾਰੀ ਹੈ, ਇਹੋ ਜਿਹੇ ਫਰਾਡ ਇਲਾਜ ਨੇ। ਕੋਈ ਸਾਇੰਸ ਨਹੀਂ ਇਹਦੇ ਪਿੱਛੇ ਵੀ ਤੁਸੀਂ ਜੋ ਕਰਨ ਜਾ ਰਹੇ ਹੋ, ਤੁਸੀਂ ਪੈਰਾਸਟਾਮੋਲ ਤੱਕ ਫਿਰ ਤੁਸੀਂ ਜਿੱਥੇ ਜੋ ਦੇ ਰਹੇ ਹੋ, ਦਵਾਈਆਂ ਦੇ ਰਹੇ ਹੋ, ਕੋਈ ਐਂਟੀ ਵਾਇਰਲ ਦੇ ਰਹੇ ਹੋ, ਕੋਈ ਐਂਟੀ ਮਲੇਰੀਆ, ਕੋਈ ਪ੍ਰੂਫ ਨਹੀਂ। ਤੁਸੀਂ ਕਰ ਕੀ ਰਹੇ ਹੋ? ਲੇਕਿਨ ਤੁਸੀਂ ਉਹਨੂੰ ਵੱਡਾ ਪਹਾੜ ਬਣਾਤਾ ਵੀ ਅਸੀਂ ਹਸਪਤਾਲ ਉਹ ਯੋਧੇ ਜੀ ਫਲਾਣਾ। ਇੱਕ ਤੁਸੀਂ ਦੇਖੋ ਕਰਾਉਣ ਨੂੰ ਤਾਂ ਨਹੀਂ ਵੀ ਵੈਂਟੀਲੇਟਰ ਤੱਕ ਦੀ ਪ੍ਰੂਫ ਆ ਗਿਆ ਕਿ ਵੈਂਟੀਲੇਟਰ ਜਿਹੜਾ 97% ਬੰਦਾ ਮਰ ਜਾਂਦੇ ਵਿੱਚ, ਬਾਕੀ 6% ਦੇ ਬਾਈ ਦੇ ਵਿੱਚ ਅਪੰਗ ਹੋ ਕੇ ਨਿਕਲਦੇ ਆ। ਵੱਡਾ ਪਹਾੜ ਬਣਾਤਾ ਵੀ ਵੈਂਟੀਲੇਟਰ ਨਹੀਂ ਸਾਡੇ ਕੋਲ, ਤਾਂ ਇੰਨੇ ਆਬਾਦੀ ਪਿੱਛੇ ਇੰਨੇ ਵੈਂਟੀਲੇਟਰ ਚਾਹੀਦੇ ਤਾਂ ਹੋ ਜਾਏ। ਉਹ ਇੱਕ ਖਾਸਾ ਮਤਲਬ ਝੂਠ ਤੇ ਝੂਠ ਮਾਰ ਲੱਗੇ ਕੀ ਕਮਰਸ਼ੀਅਲ ਹੈ ਤੁਸੀਂ। ਲੇਕਿਨ ਉਹਨਾਂ ਦਾ ਕਮਰਸ ਕਰਨਾ ਸਮਝ ਆਉਂਦਾ ਹੈ, ਉਹਨਾਂ ਦਾ ਕਿਰਦਾਰ ਹੈ। ਲੇਕਿਨ ਸਾਡਾ ਬੇਵਕੂਫ ਬਣਨਾ ਤਾਂ ਸਮਝ ਸਾਨੂੰ ਨਹੀਂ ਆਉਣਾ ਚਾਹੀਦਾ ਨਾ, ਕਿ ਅਸੀਂ ਤਾਂ ਕਮ ਸੇ ਕਮ ਉਸ ਚੱਕਰ ਚੋਂ ਉਹਨੂੰ ਸਮਝੀਏ ਨਾ ਆਪਣੀ। ਕੋਈ ਸਾਡੇ ਸਾਇੰਟਿਸਟਾਂ ਤੋਂ ਲੈ ਕੇ PGI ਤੱਕ ਬੰਦ ਪਈ ਪਿਆ। PGI ਵਰਗੀ ਸੰਸਥਾ ਵੀ ਬੰਦ ਪਈ ਹੈ ਕਿ ਉੱਥੇ ਉਹ ਕਹਿੰਦੇ ਜੀ ਜਦ ਤੱਕ ਕਰੋਨਾ ਦਾ ਚੱਕਰ ਖਤਮ ਨਹੀਂ ਹੁੰਦਾ ਅਸੀਂ ਆਪਰੇਸ਼ਨ ਨਹੀਂ ਕਰਦੇ। ਹਾਲੇ ਵੀ ਆਪਰੇਸ਼ਨ ਠੱਪ ਪਏ ਆ। ਉਹ ਜਾਂਦੇ ਲੋਕ ਵਿਚਾਰੇ ਸੀਰੀਅਸ ਬਿਮਾਰੀਆਂ ਵਾਲੇ,
ਉੱਥੋਂ ਮੁੜਿਆ ਆਉਂਦੇ ਆ, ਕਹਿੰਦੇ ਨਾ ਜੀ ਅਜੇ ਨਹੀਂ ਕਰਨੀ ਸੀ। ਤੋ ਕਿਤੇ ਨਾ ਕਿਤੇ ਕਿੱਦਾਂ ਅਸੀਂ ਕਿੱਦਾਂ ਖਾਸ ਕਿਸਮ ਦੀ ਗੁਲਾਮੀ ਗਲ ਪਾ ਲੈਂਦੇ ਜਦੋਂ ਉਹਨੂੰ ਬਹੁਤ ਵੱਡੀ ਕਰ ਲੈਂਦੇ ਆ, ਤਾਂ ਫਿਰ ਕਿਵੇਂ ਸਾਡੇ ਸਾਇੰਟਿਸਟ ਔਰ ਸਾਡੇ ਡਾਕਟਰ ਔਰ ਸਾਰੇ ਜਿਹੜੇ ਨੇ ਉਹਦੀ ਜਿਹੜੀ ਅਸੀਂ ਉਹਨਾਂ ਦੀ ਆਪਣੀ ਇਨੋਵੇਸ਼ਨ ਹੈ, ਉਹਨਾਂ ਦੀ ਆਪਣੀ ਸਮਝ ਹੈ, ਉਹਨੂੰ ਸਪਰੈਸ ਕਰਦੇ ਆ। ਉਹ ਵਿਚਾਰੇ ਡਰਦੇ ਨਹੀਂ ਬੋਲਦੇ। ਹਰ ਬੰਦੇ ਨੂੰ ਕੁਰਸੀ ਪਿਆਰੀ ਹੈ, ਉਹ ਹਰ ਬੰਦਾ ਜਿਹੜਾ ਉਹ ਆਪਣੀ ਕੁਰਸੀ ਨਾਲ ਜੁੜਿਆ ਹੋਇਆ, ਉਹ ਡਰਦਾ ਹੀ ਚੀਖ ਜਾਂਦਾ ਖਸਮਨ ਕੋ, ਮੈਂ ਕੀ ਲੈਣਾ, ਮੈਂ ਕੀ ਲੈਣਾ, ਮੈਨੂੰ ਕੀ, ਮੈਨੂੰ ਕੀ। ਬਿਲਕੁਲ ਉਹ ਸਮਝ ਆ ਰਹੀ ਹੁੰਦੀ ਹੈ ਕਿ ਮੈਨੂੰ ਕੀ। ਤੋ ਇਹ ਕਿਸ ਕਿਸਮ ਦਾ ਵਰਤਾਰਾ ਜਿਹੜਾ ਕਿਤੇ ਨਾ ਕਿਤੇ ਜਿਹੜਾ ਉਹ ਚੱਲਦਾ। ਸਿਹਤ ਦੇ ਅਸਲ ਮੁੱਦੇ ਹੁਣ ਕੀ ਨੇ? ਸਿਹਤ ਦੇ ਅਸਲ ਮੁੱਦੇ 'ਚ ਮੋਟਾ ਜਿਹਾ ਆਪਾਂ ਲਈਏ ਤਾਂ ਦੋ ਕਿਸਮ ਦੀਆਂ ਬਿਮਾਰੀਆਂ ਨੇ। ਇੱਕ ਨੂੰ ਆਪਾਂ ਕਹਿੰਦੇ ਛੂਆਛੂਤ ਦੀਆਂ ਬਿਮਾਰੀਆਂ ਨੇ, ਕਿ ਜਿਹੜੀਆਂ ਲਾਗ ਤੋਂ ਬਿਮਾਰੀਆਂ ਲੱਗ ਜਾਂਦੀਆਂ, ਕਿਸੇ ਨਾ ਕਿਤੇ ਇੱਕ ਬੰਦੇ ਤੋਂ ਦੂਜੇ ਬੰਦੇ ਨੂੰ ਲੱਗ ਜਾਂਦੀ ਹੈ ਜੀ। ਦੂਜੀਆਂ ਬਿਮਾਰੀਆਂ ਜਿਹੜੀਆਂ ਕਿ ਲਾਗ ਨਾਲ ਨਹੀਂ ਲੱਗਦੀਆਂ, ਉਸ ਇੱਕ ਬੰਦੇ ਜਿਹਦੇ 'ਚ ਹੈਗੀਆਂ ਉਸੇ ਨੂੰ ਤੰਗ ਕਰਦੀਆਂ ਨੇ। ਲਾਗ ਵਾਲੀ ਬਿਮਾਰੀਆਂ ਆਪਾਂ ਜਾਣਦੇ ਹਾਂ, ਜਿਹੜੀਆਂ ਇੱਕਦਮ ਬਿਮਾਰ ਕਰਦੀਆਂ ਨੇ, ਬੰਦਾ ਮਰ ਵੀ ਸਕਦਾ ਹੈ, ਜਾਂ ਇੱਕਦਮ ਬੁਖਾਰ ਵੱਡਾ ਮਸਲਾ ਖੜਾ ਹੋ ਜਾਂਦਾ, ਉਹਦੇ 'ਚ ਆਪਾਂ ਨੂੰ ਪਤਾ ਪੇਟ ਦੀਆਂ ਬਿਮਾਰੀਆਂ ਨੇ, ਜਿਹਦੇ 'ਚ ਹੈਜਾ ਹੋ ਜਾਂਦਾ, ਟੱਟੀਆਂ ਉਲਟੀਆਂ ਲੱਗ ਜਾਂਦੀਆਂ, ਬੰਦਾ 2 ਦਿਨ 'ਚ ਹੀ ਮਰ ਜਾਂਦਾ। ਹੈਜੇ ਨਾਲ ਬੰਦੇ 1 ਦਿਨ 'ਚ ਮਰ ਜਾਂਦੇ ਹੁੰਦੇ ਸੀਗੇ, ਜੇ ਹੈਜਾ ਹੁੰਦਾ ਸੀਗਾ। ਟੱਟੀਆਂ ਉਲਟੀਆਂ ਨਾਲ ਬੱਚੇ ਅੱਜ ਵੀ ਲੱਖਾਂ ਬੱਚੇ ਟੱਟੀਆਂ ਉਲਟੀਆਂ ਨਾਲ ਮਰਦੇ ਆ, ਜਿਹੜੀ ਲਾਗ ਦੀ ਬਿਮਾਰੀ ਆ। ਉਦੋਂ ਬਾਅਦ ਥੋੜੀ ਲਾਗ ਦੀਆਂ ਬਿਮਾਰੀਆਂ ਜਿਹੜੀਆਂ ਕਿੰਨੀਆਂ ਸੀਗੀਆਂ, ਟਾਈਫਾਇਡ ਬੁਖਾਰ ਸੀਗਾ, ਪੀਲੀਆ ਸੀਗਾ, ਤੁਹਾਡਾ ਪਲੇਗ ਸੀਗਾ, ਵੱਡੀ ਮਾਤਾ ਸੀ, ਫਿਰ ਛੋਟੀ ਮਾਤਾ ਹੈ, ਫਿਰ ਖਸਰਾ ਹੈ। ਇਹ ਸਾਰੀਆਂ ਅੱਜ ਵਾਇਰਲ ਬੁਖਾਰ ਨੇ ਜਿਹੜੇ ਕੋਰੋਨਾ ਵਰਗੀਆਂ ਸ਼ਾਮਲ ਨੇ। ਫਲੂ ਲਾਈਕ ਇਲਨੈਸ, ਇਨਫਲੂਐਂਜ਼ਾ ਲਾਈਕ ਇਲਨੈਸ ਆਈ ਹੈ। ਕੋਈ ਕਿੰਨੀਆਂ ਸਾਹ ਪ੍ਰਣਾਲੀ ਦੀਆਂ ਬਿਮਾਰੀਆਂ ਨੇ। ਇਸ ਤਰ੍ਹਾਂ ਚਮੜੀ ਦੀਆਂ ਬਿਮਾਰੀਆਂ ਨੇ, ਜਿਹੜੀ ਲਾਗ ਵਾਲੀ ਬਿਮਾਰੀਆਂ ਨੇ, ਜਿਵੇਂ ਸਕੇਬੀਜ਼ ਹੈ, ਲਾਗ ਵਾਲੀ ਬਿਮਾਰੀ ਹੈ। ਜਿਹੜੇ ਕੋਈ ਦੰਦਾਂ ਨੇ, ਲਾਗ ਵਾਲੀ ਬਿਮਾਰੀ ਹੈ। ਜੂਆਂ ਪੈ ਜਾਂਦੀਆਂ ਹੁੰਦੀਆਂ ਸੀ ਪੁਰਾਣੇ ਜ਼ਮਾਨੇ 'ਚ, ਜੂਆਂ ਜਿਹੜੀਆਂ ਇੱਕ ਦੂਜੇ ਨੂੰ ਪੈ ਜਾਂਦੀਆਂ, ਇਹ ਲਾਗ ਦੀਆਂ ਬਿਮਾਰੀਆਂ ਬਹੁਤ ਨੇ। ਕੁਛ ਕਰੋਨਿਕ ਬਿਮਾਰੀਆਂ ਲੱਗਦੀਆਂ ਨੂੰ। ਹੁਣ ਜਦੋਂ ਇਹ ਡਾਕਟਰੀ ਉन्नत ਹੁੰਦੀ ਹੈ ਤਾਂ ਉਹਦੇ 'ਚ ਐਂਟੀਬਾਇਓਟਿਕਸ ਆਉਂਦੇ ਆ, ਔਰ ਐਂਟੀਬਾਇਓਟਿਕਸ ਦੇ ਸਿਰ 'ਤੇ ਇਹ ਪੂਰੇ ਦਾ ਪੂਰਾ ਜੁਗਾੜ ਜਿਹੜਾ ਡਾਕਟਰੀ ਦਾ ਖੜਾ ਹੁੰਦਾ ਹੈ, ਜਿਹਦੇ 'ਚੋਂ ਕਹਿੰਦਾ ਕਿ ਮੈਂ ਤੁਹਾਨੂੰ ਜਿਹੜੀ ਹੈ ਬੈਕਟੀਰੀਆ ਵਾਲੀਆਂ ਬਿਮਾਰੀਆਂ ਨੇ, ਨਮੂਨੀਆ ਹੋ ਗਿਆ, ਫੋੜੇ ਫਿੰਸੀਆਂ ਹੋ ਗਏ, ਪੀਕ ਪੈ ਗਈ, ਤੁਹਾਡਾ ਕੋਈ ਸਾਹ ਦਾ ਥੋੜਾ ਜ਼ੁਕਾਮ ਹੋ ਗਿਆ, ਕੋਈ ਬਲਗਮ ਆਉਣ ਲੱਗੀ ਛਾਤੀ ਤੇ ਪੈ ਜਾਂਦੀ, ਤਾਂ ਐਂਟੀਬਾਇਓਟਿਕ ਨਾਲ ਠੀਕ ਹੋ ਜਾਏਗੀ। ਉਹ ਐਂਟੀਬਾਇਓਟਿਕ ਦਾ ਵਰਤਾਰਾ ਜਿਹੜਾ ਉਹਦੇ ਸਿਰ 'ਤੇ ਜਿਹੜੀ ਹੈ ਪੂਰੀ ਜਿਹੜੀ ਹੈ। ਲੇਕਿਨ ਉਹ ਵਾਇਰਸ ਦੀ ਕੋਈ ਦਵਾਈ ਨਹੀਂ ਕੱਢ ਸਕੇ। ਬੈਕਟੀਰੀਆ ਦੀ ਦਵਾਈ ਤਾਂ ਨਿਕਲੇ ਹੀ। ਬੈਕਟੀਰੀਆ ਦੀ ਦਵਾਈ 'ਚ ਹੁਣ ਕੀ ਹੋ ਰਿਹਾ ਕਿ ਬੈਕਟੀਰੀਆ ਦੀਆਂ ਦਵਾਈਆਂ ਜਿਹੜੀਆਂ ਨੇ, ਹੁਣ ਬੈਕਟੀਰੀਆ ਜਿਹੜੇ ਨੇ ਉਹਨੂੰ ਤੁਸੀਂ ਮਾਰੋਗੇ। ਹੁਣ ਸਾਰਾ ਦਾਰੋਮਦਾਰ ਮਾਰਨ ਤੇ ਕਰਤਾ, ਦੂਜੇ ਦਾਰੋਮਦਾਰ ਸਾਰੇ ਛੱਡਤੇ ਵੀ ਉਹਨਾਂ ਬਿਮਾਰੀਆਂ ਤੋਂ ਬਚ ਕੇ ਕਿਵੇਂ ਰਹਿਣਾ ਹੈ। ਐਂਟੀਬਾਇਓਟਿਕ ਕਿਤੇ ਬੁਰਲੀ ਲਾਈਫ ਸੇਵਿੰਗ ਸਿਚੁਏਸ਼ਨ 'ਚ ਵਰਤ ਲਓ, ਲੇਕਿਨ ਇੱਥੇ ਕੀ ਹੋ ਗਿਆ ਕਿ ਹਰ ਬੰਦੇ ਨੂੰ ਐਂਟੀਬਾਇਓਟਿਕ ਮਿਲੀ ਜਾ ਰਹੇ ਆ। ਤੁਸੀਂ ਕੈਮਿਸਟ ਸ਼ਾਪ ਤੇ ਜਾਓ, ਮਹਿੰਗੇ ਤੋਂ ਮਹਿੰਗਾ ਜਿਹੜਾ ਪਿਛਲੇ ਸਾਲ ਆਇਆ ਐਂਟੀਬਾਇਓਟਿਕ ਲੇਟੈਸਟ ਤੋਂ ਲੇਟੈਸਟ, ਤੁਸੀਂ ਬਿਨਾਂ ਪਰਚੀ ਦੇ ਆਪਣੀ ਦਵਾਈਆਂ ਦੀ ਦੁਕਾਨ ਤੋਂ ਲੈ ਲਓ। ਬਿਲਕੁਲ। ਔਰ ਹਰ ਬੰਦਾ ਜਿਹੜਾ 10ਵੀਂ ਪਾਸ ਬੰਦਾ ਬੈਠਾ ਉੱਥੇ ਪਿੰਡ 'ਚ ਉਹੀ ਐਂਟੀਬਾਇਓਟਿਕ ਯੂਜ਼ ਕਰੀ ਜਾ ਰਿਹਾ। ਉਹਦਾ ਨੈਟ ਰਿਜ਼ਲਟ ਕੀ ਹੋ ਗਿਆ ਕਿ ਐਂਟੀਬਾਇਓਟਿਕ ਅਸਰ ਕਰਨੇ ਬੰਦ ਕਰ ਗਏ, ਕਿਉਂਕਿ ਬੈਕਟੀਰੀਆ ਨੂੰ ਸਮਝ ਆ ਗਈ ਕਿ ਏਦਾਂ ਬਚਣਾ ਤਾਂ ਬੈਕਟੀਰੀਆ ਦਾ ਅਸਰ ਨਹੀਂ ਹੁੰਦਾ। ਫਿਰ ਉਹਨੂੰ ਕਹਿੰਦੇ ਵੀ ਉਹ ਜੀ ਸੁਪਰ ਬਗਸ ਆ ਗਈਆਂ। ਸੁਪਰ ਬਗ ਸੁਣਿਆ ਹੋਣਾ ਦੀ ਨਾ, ਸੁਪਰ ਬਗ ਦਾ ਕੀ ਮਤਲਬ ਹੈ? ਉਹ ਬੈਕਟੀਰੀਆ ਜਿਹਨਾਂ ਦੇ ਉੱਪਰ ਐਂਟੀਬਾਇਓਟਿਕ ਕੋਈ ਅਸਰ ਨਹੀਂ ਕਰਦੇ, ਸੁਪਰ ਬਗ ਆ ਗਏ। ਫਿਰ ਸੁਪਰ ਬਗ ਦਾ ਝਗੜਾ ਸ਼ੁਰੂ ਹੋ ਗਿਆ। ਸੁਪਰ ਬਗ ਅਮਰੀਕਾ 'ਚੋਂ ਆਏ ਆ ਕਿ ਸੁਪਰ ਬਗ ਹਿੰਦੁਸਤਾਨ 'ਚੋਂ ਆਏ ਆ। ਸੁਪਰ ਬਗ ਦੀ ਬਹਿਸ ਚੱਲਦੀ ਰਹੀ ਕਾਫੀ ਦੇਰ ਤੱਕ, ਕਾਫੀ ਸਮਾਂ। ਉਹ ਬਾਅਦ 'ਚ ਹੌਲੀ ਸਮਝ ਆਏ ਵੀ ਇਹ ਜਿਹੜੇ ਬੈਕਟੀਰੀਆ ਵਾਇਰਸ ਹੁੰਦੇ ਨੇ, ਇਹਨਾਂ ਦੀ ਕੋਈ ਨੈਸ਼ਨੈਲਿਟੀ ਨਹੀਂ ਹੁੰਦੀ, ਇਹ ਤਾਂ ਇੰਟਰਨੈਸ਼ਨਲ ਹੁੰਦੇ ਆ। ਸਾਰੀ ਦੁਨੀਆ ਤੇ ਸਾਰੇ ਧਰਤੀ ਦੇ ਇੱਕੋ ਜਿਹੇ ਬੈਕਟੀਰੀਆ ਨੇ, ਇੱਕੋ ਜਿਹੇ ਵਾਇਰਸ ਨੇ। ਤੋ ਉਹ ਜਿਹੜਾ ਹੈ ਵਰਤਾਰਾ ਆ ਗਿਆ ਕਿ ਹੁਣ ਉਹ ਐਂਟੀਬਾਇਓਟਿਕ ਬੇਅਸਰ ਹੋ ਰਹੇ ਆ। ਉਹ ਹੁਣ ਡਾਕਟਰਾਂ ਨੂੰ ਫਿਕਰ ਪਿਆ ਮੈਡੀਕਲ ਸਾਇੰਟਿਸਟ ਕਹਿੰਦੇ ਵੀ ਜੇ ਇਹ ਨਾ ਕੋਈ ਨਵੇਂ ਐਂਟੀਬਾਇਓਟਿਕ ਬਣਨੇ ਬੰਦ ਹੋ ਗਏ, ਕਿੰਨੇ ਕੁ ਬਣੀ ਜਾਣਗੇ ਲੋਕ ਬਦਲੇ ਲੱਕੜੇ। ਹੁਣ ਉਹ ਨਵਾਂ ਐਂਟੀਬਾਇਓਟਿਕ ਬਣ ਨਹੀਂ ਰਿਹਾ, ਪੁਰਾਣੇ ਅਸਰ ਨੂੰ ਛੱਡ ਕੇ ਹੁਣ ਕਹਿੰਦੇ ਜੀ ਹੁਣ ਬੜਾ ਸਿਆਪਾ ਪੈ ਜਾਣਾ ਵੀ ਉਹ ਜਿਹੜਾ ਪ੍ਰੀ ਐਂਟੀਬਾਇਓਟਿਕ ਐਰਾ ਜਾ ਰਹੇ ਅਸੀਂ, ਜਿੱਥੇ ਕਿ ਫੋੜੇ ਫਿੰਸੀਆਂ ਨਾਲ ਲੋਕ ਮਰਨਗੇ। ਹੁਣ ਵੀ ਇਹੀ ਹੋਇਆ ਕਰੂਗਾ, ਫੋੜੇ ਫਿੰਸੀਆਂ ਹੋਣਗੇ ਤੇ ਐਂਟੀਬਾਇਓਟਿਕ ਹੋਣੇ ਨਹੀਂ ਤੇ ਲੋਕ ਮਰ ਜਾਣਗੇ। ਕਿਉਂ ਕਹਿ ਰਹੇ ਹੋ? ਕਿਉਂਕਿ ਉਹਨਾਂ ਨੂੰ ਇੱਕੋ ਐਂਟੀਬਾਇਓਟਿਕ ਦੀ ਭਾਸ਼ਾ ਹੀ ਸਮਝ ਆਉਂਦੀ ਹੈ। ਉਹਨੂੰ ਇਹ ਨਹੀਂ ਪਤਾ ਵੀ ਐਂਟੀਬਾਇਓਟਿਕ ਤੋਂ ਪਹਿਲਾਂ ਵੀ ਦੁਨੀਆ ਜਾਂਦੀ ਸੀ। ਬਿਲਕੁਲ, ਉਦੋਂ ਕਿਹੜਾ ਨਹੀਂ ਸੀ ਜਾਂਦੀ। ਹੁਣ ਟੀਬੀ ਹੈ ਫਾਰ ਐਗਜ਼ਾਮਪਲ, ਟੀਬੀ ਇੱਕ ਪੁਰਾਣੀ ਜਿਹੜੀ ਬਿਮਾਰੀ ਹੈ, ਇਹ ਅਕਿਊਟ ਨਹੀਂ ਹੈ। ਅਕਿਊਟ ਵੀ ਕਦੇ ਹੋ ਜਾਂਦੀ ਹੈ ਬੱਚਿਆਂ ਨੂੰ, ਯੰਗ ਬੱਚੇ ਨੂੰ, ਲੇਕਿਨ ਬਹੁਤ ਹੀ ਕਰੋਨਿਕ ਹੈ, ਯਾਨੀ ਕਿ ਲੰਬੇ ਸਮੇਂ 'ਚ ਮਾਰਦੀ ਹੈ, ਸਾਲਾਂ 'ਚ ਮਾਰਦੀ ਹੈ। ਸਾਲਾਂ ਬੱਧੀ ਬੰਦਾ ਬਿਮਾਰ ਰਹਿ ਜਾਂਦਾ, ਖੂਨ ਜਿਹਾ ਕਰਦਾ ਪਈ ਜਾਂਦਾ, ਬਲਗਮ ਆਈ ਜਾਂਦੀ ਹੈ, ਧੁੱਪ 'ਚੋਂ ਖੂਨ ਆਈ ਜਾਂਦਾ, ਬੁਖਾਰ ਰਹੀ ਜਾਂਦਾ, ਕਮਜ਼ੋਰੀ ਹੋ ਜਾਂਦੀ ਹੈ, ਕੰਮ ਨਹੀਂ ਕਰ ਪਾਉਂਦਾ। ਤਾਂ ਪੁਰਾਣੀ ਬਿਮਾਰੀ ਹੈ। ਜਿੰਨੀ ਪ੍ਰੀ ਟੀਬੀ ਐਰਾ 'ਚ ਟੀਬੀ ਸੀਗੀ, ਜਿੰਨੇ ਲੋਕਾਂ ਨੂੰ ਹੁੰਦੀ ਸੀ, ਉਨੀ ਹੁਣ ਹੋ ਰਹੀ ਹੈ।
ਉਹਦਾ ਜੁਗਾੜ ਖੜਾ ਕਰ ਰੱਖਿਆ ਵੀ ਉਹ ਜੀ ਟੀਬੀ ਫੈਲ ਨਾ ਜਾਵੇ। ਫਿਰ ਟੀਬੀ ਵਾਲੇ ਨੂੰ ਪਹਿਲਾਂ ਬੜਾ ਹੌਲੀ ਹੌਲੀ ਸਮਝ ਆ ਗਈ ਲੋਕਾਂ ਨੂੰ। ਜਦੋਂ ਸ਼ੁਰੂ 'ਚ ਟੀਬੀ ਦੇ ਪ੍ਰਤੀ ਵੀ ਏਦਾਂ ਹੀ ਕਰਦੇ ਸੀ, ਜਿਵੇਂ ਹੁਣ ਕਰੋਨਾ ਦਾ ਹੋ ਰਿਹਾ ਨਾ, ਟੀਬੀ ਪ੍ਰਤੀ ਵੀ ਏਦਾਂ ਦਾ ਸੀਗਾ ਵੀ ਟੀਬੀ ਦਾ ਮਰੀਜ਼ ਆ ਗਿਆ ਤੈਨੂੰ ਹੱਥ ਨਾਲ ਲਾਓ, ਉਹਨੂੰ ਘਰੋਂ ਕੱਢ ਦਿੰਦੇ ਸੀ ਵਿਚਾਰਿਆਂ ਨੂੰ, ਬੇਸਹਾਰਾ ਪਈ ਜਾਂਦਾ ਹੁੰਦਾ ਸੀਗਾ ਉਹ। ਫਿਰ ਉਹਨੂੰ ਉੱਥੇ ਬਣੇ ਹੋਏ ਸੀ ਪਹਾੜਾਂ ਭੂੜੇ ਜਿਹੜੇ ਬਣਾਤੇ ਸੀ, ਉਹ ਉਹਨੂੰ ਕਹਿੰਦੇ ਹੁੰਦੇ ਸੀਗੇ ਰਹਿਣਾ ਬਸੇਰੇ ਕਹਿ ਲਓ, ਨਹੀਂ ਉਹ ਕੋਈ ਉਹਦਾ ਨਾਮ ਹੁੰਦਾ ਸੀਗਾ, ਉਹਨੂੰ ਕਹਿੰਦੇ ਹੁੰਦੇ ਸੀ, ਨਾਂ ਰੱਖਿਆ ਸੀ ਉਹਦਾ ਯਾਦ ਆ ਇਹਨਾਂ ਨੂੰ। ਚਲੋ ਉਹ ਬਣ ਗਏ ਉਹਨੂੰ। ਫਿਰ ਜਿਹੜੇ ਘਰੋਂ ਕੱਢ ਦਿੰਦੇ ਸੀ ਉਹਨਾਂ ਨੂੰ, ਉਹ ਉੱਥੇ ਲੈ ਜਾਂਦੇ ਹੁੰਦੇ ਸੀ, ਜਿਵੇਂ ਖਾਬਦਾ ਨਹੀਂ ਬਣਿਆ ਹੋਇਆ ਤੁਹਾਡੇ ਸੰਗਰੂਰ ਕੋਲੇ ਖਾਬਦਾ ਕੋਠੀ ਏਦਾਂ ਦਾ ਬਣਾਉਂਦੇ ਸੀਗੇ ਵੀ ਚਲੋ ਜਿਹੜੇ ਕੰਡਮ ਹੋ ਗਏ ਜਿਹੜੇ ਹੁਣ ਇਹਨੂੰ ਵੱਖਰੇ ਰੱਖੋ ਤਾਂ ਕਿ ਹੋਰਾਂ ਨੂੰ ਫੈਲਾਉਣ ਨਾ। ਬਾਅਦ ਜਦੋਂ ਸਮਝ ਆਈ ਵੀ ਕੋਈ ਫਾਇਦਾ ਹੁੰਦਾ ਨਹੀਂ ਹੈ, ਉਹ ਉਨੀ ਕੀ ਫੈਲਦੀ ਹੈ ਜਿੰਨੀ ਫੈਲਣੀ ਹੈ, ਕੋਈ ਖਾਸ ਗੱਲ ਨਹੀਂ ਹੈ। ਉਹ ਜਦੋਂ ਟੀਵੀ ਦੀਆਂ ਦਵਾਈਆਂ ਨਹੀਂ ਸੀ ਉਦੋਂ ਵੀ ਉਨੇ ਕੀ ਸੀਗੇ, ਜਦੋਂ ਟੀਵੀ ਦੀਆਂ ਦਵਾਈਆਂ ਆ ਗਏ ਤਾਂ ਵੀ ਉਨੇ ਕੀ ਨੇ। ਉਹ ਟੀਬੀ ਦੀ ਦਵਾਈ ਦਿੰਦੇ ਹੋ ਤਾਂ ਉਹ ਮਰੀਜ਼ ਜ਼ਰੂਰ ਠੀਕ ਹੋ ਜਾਂਦਾ ਉਹ ਵਾਲਾ, ਲੇਕਿਨ ਗਿਣਤੀ ਨਹੀਂ ਕਰਦੀ ਨਾ, ਗਿਣਤੀ ਕਰਦੀ ਨਾ ਮੱਤਾਂ ਕਰਦੀਆਂ ਨੇ। ਉਹੀ 4.5 ਲੱਖ ਬੰਦਾ ਉਹਨਾਂ ਕੀ ਮਰੀ ਜਾਂਦਾ, ਉਹਨੇ ਕਿ ਇਨਫੈਕਟਡ ਨੇ ਉਹ। ਕਿਉਂਕਿ ਫਿਰ ਡਾਕਟਰ ਨੂੰ ਹੌਲੀ ਸਮਝ ਆ ਗਈ, ਹੁਣ ਡਾਕਟਰ ਡਰਨੋਂ ਹਟ ਗਏ। ਹੁਣ ਤੁਸੀਂ ਟੀਵੀ ਹਸਪਤਾਲ ਜਾਓਗੇ ਤਾਂ ਡਾਕਟਰ ਨੇ ਕਿਸੇ ਨੇ ਮਾਸਕ ਨਹੀਂ ਲਾਈ ਹੁੰਦੀ। ਟੀਵੀ ਹਸਪਤਾਲ ਜਾ ਕੇ ਦੇਖਿਓ, ਕੋਈ ਵਿਰਲਾ ਬੋਲਾ ਭਾਵੇਂ ਮਾਸਕ ਲਾ ਕੇ ਬੈਠਾ ਵੀ ਨਹੀਂ, ਆਮ ਬੰਦੇ ਆਮ ਫਿਰ ਰਹੇ ਹੁੰਦੇ। ਉਹ ਟੀਵੀ ਦੇ ਮਰੀਜ਼ ਵੀ ਵਿੱਚੇ ਫਿਰ ਰਹੇ ਆ, ਵਿੱਚ ਉਹ ਫਿਰ ਰਹੇ ਆ, ਲੇਕਿਨ ਉਹ ਟੀਵੀ ਕਿਸੇ ਨੇ ਮਾਸਕ ਮੂਸਕ ਨਹੀਂ ਲਾ ਰੱਖੀ, ਕਿਉਂਕਿ ਉਹਨੂੰ ਸਮਝ ਆ ਗਈ ਕਿ ਸਾਨੂੰ ਟੀਵੀ ਟੂਵੀ ਨਹੀਂ ਹੁੰਦੀ। ਏਦਾਂ ਨਹੀਂ ਹੁੰਦੀ ਟੀਵੀ ਸਾਡੇ ਕੀਟਾਣੂ ਸਾਡੇ ਅੰਦਰ ਚਲੇ ਵੀ ਜਾਣਗੇ ਤਾਂ ਟੀਵੀ ਨਹੀਂ ਹੁੰਦੀ। ਤਾਂ ਉਹ ਕਿਤੇ ਨਾ ਕਿਤੇ ਵਰਤਾਰਾ ਜਿਹੜਾ ਇਹ ਐਂਟੀਬਾਇਓਟਿਕ ਵਾਲਾ ਦਵਾਈਆਂ ਵਾਲਾ ਵਰਤਾਰਾ ਜਿਹੜਾ ਇੱਕ ਝੂਠ ਦੀ ਸ਼ਕਲ 'ਚ, ਮਤਲਬ ਅੱਧ ਝੂਠ ਕਹਿ ਲਓ ਵੀ ਠੀਕ ਹੈ। ਉਹਦੇ ਨਾਲ ਬੰਦਾ ਤਾਂ ਠੀਕ ਹੋ ਜਾਂਦਾ, ਲੇਕਿਨ ਉਹਦੇ ਨਾਲ ਕੋਈ ਬਿਮਾਰੀ ਕੰਟਰੋਲ ਹੋ ਜਾਏਗੀ ਜਾਂ ਇਕੱਲੇ ਕੀਟਾਣੂ ਮਾਰਨ ਵਾਲੇ ਦਾ ਕੁਛ ਨਹੀਂ ਹੁੰਦਾ। ਉਹਦਾ ਬਾਕੀ ਉਹਦਾ ਉਲਟਾ ਕਿ ਇੰਗਲੈਂਡ ਦੇ ਵਿੱਚ ਟੀਵੀ ਦੀਆਂ ਦਵਾਈਆਂ ਆਉਣ ਤੋਂ ਪਹਿਲਾਂ ਟੀਵੀ ਖਤਮ ਹੋ ਗਈ ਲਗਭਗ। ਟੀਵੀ ਦਵਾਈਆਂ ਆਈਆਂ ਨਹੀਂ ਸੀ ਅਜੇ, ਕਿਉਂ? ਕਿਉਂਕਿ ਲੋਕਾਂ ਦੀ ਪਰਚੇਜ਼ਿੰਗ ਪਾਵਰ ਵਧੀ, ਲੋਕਾਂ ਦੇ ਘਰ ਠੀਕ ਹੋ ਗਏ, ਲੋਕਾਂ ਦੇ ਜਿਹੜੇ ਖਾਣ ਪੀਣ ਵਧੀਆ ਹੋ ਗਿਆ, ਲੋਕ ਜਿਹੜੇ ਨੇ ਸਿਹਤਮੰਦ ਹੋ ਗਏ। ਤਾਂ ਜਦੋਂ ਹੀ ਸਿਹਤਮੰਦ ਹੋਏ ਤਾਂ ਉਦੋਂ ਹੀ ਉਹ ਟੀਵੀ ਦਾ ਵਰਤਾਰਾ ਬੇਹੱਦ ਘੱਟ ਗਿਆ। ਉਹ ਵਿਰਲਾ ਕੋਈ ਮਰੀਜ਼ ਹੁੰਦਾ ਉੱਥੇ ਕਿਤੇ, ਹੁਣ ਮਰੀਜ਼ ਹੁੰਦੇ ਹੀ ਨਹੀਂ। ਖਾਂਦੇ ਪੀਂਦੇ ਘਰਾਂ 'ਚ ਹੁਣ ਇੱਥੇ ਵੀ ਕਿੰਨੀ ਕੁ ਟੀਵੀ ਹੁੰਦੀ ਹੈ, ਜਿਹੜੇ ਟੀਵੀ ਵਿਚਾਰੇ ਗਰੀਬ ਬੰਦੇ ਨੂੰ ਹੁੰਦੀ ਹੈ, ਜਿਹੜੇ ਖਾਣ ਪੀਣ ਨੂੰ। ਇਹ ਸਾਰਾ ਵਰਤਾਰਾ ਜਿਹੜਾ ਛੂਤ ਦੀਆਂ ਬਿਮਾਰੀਆਂ ਦਾ ਹੁੰਦਾ ਹੈ। ਛੂਤ ਦੀਆਂ ਬਿਮਾਰੀਆਂ 'ਚ ਇੱਕੋ ਗੱਲ ਤੇ ਫੋਕਸ ਕਰਦਾ ਗਿਆ ਕਿ ਐਂਟੀਬਾਇਓਟਿਕ ਖਾਓ, ਐਂਟੀਬਾਇਓਟਿਕ ਖਾਣਾ ਹੱਲ ਹੈ। ਹੁਣ ਜਿਵੇਂ ਵਾਇਰਸ ਦੇ ਵਿੱਚ ਲਿਆਂਦਾ ਜਾ ਰਿਹਾ, ਇਹ ਵਾਇਰਸ ਤੋਂ ਬਚਣਾ ਐਂਟੀਵਾਇਰਲ ਡਰੱਗਸ ਲਿਆਓ ਜਾਂ ਵੈਕਸੀਨ ਲੈ ਕੇ ਆਓ। ਹੁਣ ਉਹ ਜਿਹੜਾ ਬੈਕਟੀਰੀਆ ਵਾਲਾ ਝੂਠ ਹੈ ਜਿਹੜਾ ਹੌਲੀ ਹੌਲੀ ਉਹ ਗਲਤ ਪ੍ਰੂਵ ਹੋ ਗਿਆ, ਤੇ ਹੁਣ ਪਤਾ ਹੋ ਗਿਆ ਵੀ ਐਂਟੀਬਾਇਓਟਿਕ ਹੋਣ ਦੇ ਬਾਵਜੂਦ ਵੀ ਬੈਕਟੀਰੀਆ ਜਿਹੜੀਆਂ ਬਿਮਾਰੀਆਂ ਨੇ ਕੋਈ ਉਹਨੂੰ ਤੁਸੀਂ ਸਮਾਜ ਚੋਂ ਰੈਡੀਕੇਟ ਨਹੀਂ ਕਰ ਸਕਦੇ। ਰੈਡੀਕੇਟ ਕਰਨਾ ਤਾਂ ਉਹਦੇ ਲਈ ਖਾਸ ਕਿਸਮ ਦਾ ਸਮਾਜ ਚਾਹੀਦਾ, ਖਾਸ ਕਿਸਮ ਦਾ ਨਿਊਟ੍ਰੀਸ਼ਨ ਚਾਹੀਦਾ, ਖਾਸ ਕਿਸਮ ਦੀ ਇਮਿਊਨਿਟੀ ਚਾਹੀਦੀ ਹੈ, ਖਾਸ ਕਿਸਮ ਦਾ ਸਾਫ਼ ਸੁਥਰਾ ਸਮਾਜ ਚਾਹੀਦਾ। ਤਾਂ ਹੀ ਉਹ ਬੈਕਟੀਰੀਆ ਦਾ ਵਰਤਾਰਾ ਖਤਮ ਹੋਏਗਾ, ਨਹੀਂ ਹੋਏਗਾ। ਹੁਣ ਵਾਇਰਸ 'ਚ ਆ ਗਏ, ਵਾਇਰਸ ਦੀ ਸਮਝ ਵੈਸੇ ਮੈਡੀਕਲ ਪ੍ਰੋਫੈਸ਼ਨ ਨੂੰ ਵੀ ਬਹੁਤ ਹੈ ਨਹੀਂ। ਹੁਣ ਵਾਇਰਸ 'ਚ ਆ ਗਏ, ਜੇ ਵਾਇਰਸ ਤੋਂ ਬਚਣਾ ਤਾਂ ਐਂਟੀਵਾਇਰਲ ਡਰੱਗਸ ਖਾਓ ਜਾਂ ਵੈਕਸੀਨ ਲਓ। ਹੁਣ ਸਾਇੰਸ ਕੀ ਕਹਿ ਰਹੀ ਹੈ? ਸਾਇੰਸ ਕਹਿ ਰਹੀ ਹੈ ਨਾ ਤਾਂ ਐਂਟੀਵਾਇਰਲ ਡਰੱਗਸ ਬਣ ਸਕਦੀਆਂ ਬਹੁਤੀਆਂ ਵਧੀਆ, ਤੇ ਨਾ ਵੈਕਸੀਨ ਬਣ ਸਕਦੇ ਆ। ਕਿਉਂ? ਰੈਸਪੀਰੇਟਰੀ ਵਾਇਰਸ ਖਾਸ ਕਰਕੇ, ਰੈਸਪੀਰੇਟਰੀ ਵਾਇਰਸ ਜਿਹੜੀਆਂ ਫਾਸਟ ਇਨਫਲੂਐਂਜ਼ਾ ਵਾਲੀ ਰੈਸਪੀਰੇਟਰੀ ਵਾਇਰਸ ਹੈ, ਇਹਦੇ 'ਚ ਵੈਕਸੀਨ ਬਣਨਾ ਹੀ ਸੰਭਵ ਨਹੀਂ ਹੈ। ਜਦੋਂ ਵੈਕਸੀਨ ਬਣਾਓਗੇ ਤਾਂ ਵੈਕਸੀਨ ਉਹ ਵਾਇਰਸ ਮਿਊਟੇਟ ਕਰਕੇ ਅੱਗੇ ਚਲੀ ਜਾਂਦੀ ਹੈ। ਉਹ ਤੁਸੀਂ ਲੱਭਦੇ, ਤੁਸੀਂ ਵੁਹਾਨ ਦੀ ਵੈਕਸੀਨ ਬਣਾ ਦਿਓ, ਉਹ ਅੱਗੇ ਕਿੰਨੀ ਵਾਰੀ ਮਿਊਟੇਟ ਹੋ ਕੇ ਨਵੀਂ ਵਾਇਰਸ ਬਣ ਚੁੱਕੀ ਹੈ। ਉਹ ਤੁਸੀਂ ਵੁਹਾਨ ਵਾਲਾ ਟੀਕਾ ਲਾਈ ਜਾਓ, ਉੱਥੇ ਨਵੀਂ ਹਰ ਸਾਲ ਤੁਸੀਂ ਟੀਕਾ ਜਿਹੜੀ ਲਾਓਗੇ, ਟੀਕਾ ਪਿਛਲਾ ਹੋਊਗਾ, ਵਾਇਰਸ ਨਵੀਂ ਹੋਊਗੀ। ਸੇਮ ਐਂਟੀਵਾਇਰਲ ਡਰੱਗ ਦੀ ਗੱਲ ਹੈ ਕਿ ਐਂਟੀਵਾਇਰਲ ਡਰੱਗ ਬਣਨੀਆਂ ਬਹੁਤ ਔਖੀਆਂ ਨੇ, ਕਿਉਂਕਿ ਵਾਇਰਸ ਸੈੱਲ ਦੇ ਅੰਦਰ ਹੈ, ਤੁਹਾਡਾ ਡੀਐਨਏ ਯੂਜ਼ ਕਰ ਰਹੀ ਹੈ, ਉਹ ਤੁਹਾਡਾ ਡੀਐਨਏ ਯੂਜ਼ ਕਰ ਰਹੀ ਹੈ, ਇਸ ਕਰਕੇ ਐਂਟੀਵਾਇਰਲ ਡਰੱਗ ਬਣਨੀ ਹੈ। ਇਹ ਕਿਤੇ ਨਾ ਕਿਤੇ ਵਰਤਾਰਾ ਜਿਹੜਾ ਉਹ ਵਾਇਰਸ ਦਾ ਵਰਤਾਰਾ ਏਦਾਂ ਆ ਗਿਆ। ਤਾਂ ਕਿਉਂ ਏਦਾਂ ਦਾ ਵਰਤਾਰਾ ਬਾਰ-ਬਾਰ ਆ ਰਿਹਾ? ਅਸੀਂ ਮਿਊਟ ਨੱਪਦਾ ਹੀ, ਕਿਉਂਕਿ ਕਮਰਸ ਹੈ, ਇਹ ਧੰਦਾ ਚਲਾਉਣਾ ਹੈ। ਤਾਂ ਪਹਿਲਾਂ ਐਂਟੀਬਾਇਓਟਿਕ ਦੇ ਸਿਰ ਤੇ ਚੱਲਿਆ, ਹੁਣ ਐਂਟੀਵਾਇਰਲ ਦੇ ਸਿਰ ਤੇ ਚਲਾਉਣਾ ਚਾਹੁੰਦੇ, ਜਾਂ ਵਾਇਰਲ ਐਂਟੀਵਾਇਰਲ ਵੈਕਸੀਨ ਦੇ ਸਿਰ ਤੇ ਚਲਾਉਣਾ ਚਾਹੁੰਦੇ ਆ। ਤਾਂ ਕਿਤੇ ਨਾ ਕਿਤੇ ਧੰਦੇਬਾਜ਼ੀ ਜਿਹੜੀ ਹੈ ਇਦਾਂ ਦੀ ਸ਼ਾਮਿਲ ਹੋ ਗਈ ਆ। ਹੁਣ ਆਪਾਂ ਇਹ ਹੋ ਗਈਆਂ ਥੋੜ੍ਹੀਆਂ ਛੂਤ ਦੀਆਂ ਬਿਮਾਰੀਆਂ ਬਾਰੇ ਮੋਟੀ ਉਦਾਹਰਨਾਂ ਲੈ ਕੇ। ਤਾਂ ਹੁਣ ਦੂਜੇ ਪੱਖ ਤੇ ਆ ਜੀ ਆਪਾਂ ਕਿ ਜਿਹੜੀਆਂ ਨਾਨ ਇਨਫੈਕਸ਼ਸ ਡਿਜ਼ੀਜ਼ ਨੇ, ਉਹਦੀ ਥੋੜੀ ਝਲਕ ਦੇਖ ਲਈਏ। ਉਹ ਕੀ ਹੈ? ਸ਼ੂਗਰ ਦੀ ਬਿਮਾਰੀ ਹੈ। ਸ਼ੂਗਰ ਦੀ ਬਿਮਾਰੀ ਨੂੰ ਕਹਿਤਾ ਗਿਆ ਵੀ ਇਹ ਨਾਨ ਇਨਫੈਕਸ਼ਸ ਬਿਮਾਰੀ ਹੈ। ਬਲੱਡ ਪ੍ਰੈਸ਼ਰ ਨਾਨ ਇਨਫੈਕਸ਼ਸ ਹੈ, ਲਾਗ ਤੋਂ ਨਹੀਂ ਲੱਗਦੀ ਹੈ, ਇਹ ਬੰਦੇ 'ਚ ਹੁੰਦੀ ਹੈ। BP ਹੈ, ਸ਼ੂਗਰ ਹੈ, ਮੋਟਾਪਾ ਹੈ,
ਹਾਰਟ ਦੀਆਂ ਨਾੜਾਂ ਬੰਦ ਹੋ ਜਾਂਦੀਆਂ ਨੇ, ਦਿਮਾਗ ਦੀਆਂ ਨਾੜਾਂ ਬੰਦ ਹੋ ਜਾਂਦੀਆਂ ਨੇ, ਐਲਰਜੀਆਂ ਨੇ, ਆਟੋਮਿਊਨ ਡਿਸਆਰਡਰ ਨੇ, ਹੱਡੀਆਂ ਕਮਜ਼ੋਰ ਨੇ, ਜੋੜ ਕਮਜ਼ੋਰ ਨੇ, ਕਿੰਨੀਆਂ ਜਿਹੜੀਆਂ ਨਾਨ ਇਨਫੈਕਸ਼ਨਸ ਡਿਜ਼ੀਜ਼ ਨੇ ਉਹ ਹੈਗੀਆਂ। ਨਾਨ ਇਨਫੈਕਸ਼ਨਸ ਡਿਜ਼ੀਜ਼ ਬਾਰੇ ਸਮਝ ਦਿੱਤੀ ਗਈ, ਕਿਹਾ ਗਿਆ ਉਹਨਾਂ ਨੂੰ ਵੀ ਲਾਈਫ ਸਟਾਈਲ ਡਿਜ਼ੀਜ਼ਸ ਨੇ ਜੀ। ਕਹਿੰਦੇ ਮੈਡੀਕਲ ਪ੍ਰੋਫੈਸ਼ਨ ਪਿਛਲੇ ਕਈ ਦਹਾਕਿਆਂ ਤੋਂ ਉਹਨਾਂ ਨੂੰ ਆਪਣੀ ਡਾਕਟਰੀ ਚ ਪੜਾਉਂਦਾ ਕਿ ਲਾਈਫ ਸਟਾਈਲ ਡਿਜ਼ੀਜ਼ਸ ਨੇ, ਲੇਕਿਨ ਜਦੋਂ ਮੈਨੇਜਮੈਂਟ ਦੀ ਗੱਲ ਕਰਦਾ ਤਾਂ ਉਹ ਲਾਈਫ ਸਟਾਈਲ ਦੀ ਕੋਈ ਗੱਲ ਨਹੀਂ ਕਰਦਾ। ਉਹ ਲਾਈਫ ਸਟਾਈਲ ਤਾਂ ਬੰਦੇ ਨੇ ਮੁਫਤੋਂ ਮੁਫਤੀ ਠੀਕ ਕਰਨਾ, ਕੋਈ ਕਮਰਸ ਨਹੀਂ ਹੋ ਸਕਦਾ, ਬਹੁਤਾ ਥੋੜਾ ਬਹੁਤਾ ਹੋ ਸਕਦਾ ਹੈ ਲੇਕਿਨ ਬਹੁਤਾ ਨਹੀਂ ਹੋ ਸਕਦਾ। ਲੇਕਿਨ ਠੀਕ ਹੈ ਕਿੱਦਾਂ ਕਰਨਾ, ਦਵਾਈਆਂ ਨਾਲ ਕਰਨਾ। ਦਵਾਈਆਂ ਕੀ ਕਰਨਗੀਆਂ, ਉਹਨੂੰ ਦਵਾ ਦੇਣਗੀਆਂ, ਅਲਾਮਤਾਂ ਦਵਾਉਣਗੀਆਂ ਕਿ ਸ਼ੂਗਰ ਹੈ, ਤੁਹਾਨੂੰ ਸ਼ੂਗਰ ਹੈ, ਸ਼ੂਗਰ ਦੀ ਰੀਡਿੰਗ ਘੜੀਸ ਕੇ ਤੁਸੀਂ ਥੱਲੇ ਲਿਆਓਗੇ, ਬੰਦੇ ਨੂੰ ਗਲਤਫਹਿਮੀ ਹੋ ਜਾਏਗੀ ਕਿ ਮੇਰੀ ਸ਼ੂਗਰ ਠੀਕ ਹੋ ਗਈ, ਲੇਕਿਨ ਸ਼ੂਗਰ ਜਿਹੜੀ ਸ਼ੂਗਰ ਸਰੀਰ 'ਚ ਹੈਗੀ ਹੈ ਜ਼ਿਆਦਾ, ਉਹਦਾ ਨੁਕਸਾਨ ਕਰ ਰਹੀ ਹੈ। ਉਦੋਂ ਵੀ ਲੋਕਾਂ ਨੇ ਕਿਹਾ, ਜਦੋਂ ਇਹ ਸਾਰਾ ਵਰਤਾਰਾ ਆਇਆ, ਵਿਰਲੇ ਸਾਇੰਟਿਸਟਾਂ ਨੇ ਕਿਹਾ, ਜਿਵੇਂ ਹੁਣ ਕੋਰੋਨਾ 'ਚ ਕਮਲੇ ਵਾਲੇ 5 7 10 15 20 ਬੰਦੇ ਰੌਲੀ ਪਾ ਰਹੇ ਆ, ਉਦੋਂ ਵੀ ਭਾਈ ਲੋਕਾਂ ਨੇ ਵੀ ਇਹ ਸ਼ੂਗਰ ਜਿਹੜਾ ਮਸਲਾ ਹੈ ਏਦਾਂ ਨਹੀਂ ਹੈਗਾ ਜਿੱਦਾਂ ਤੁਸੀਂ ਕਹਿ ਰਹੇ ਹੋ, ਇਹ ਤਾਂ ਐ ਨਹੀਂ ਹੁੰਦਾ, ਸ਼ੂਗਰ ਦੀ ਬਿਮਾਰੀ ਐ ਨਹੀਂ ਠੀਕ ਹੋਣੀ, ਇਹਨੂੰ ਐ ਠੀਕ ਕਰਨਾ ਪਏਗਾ, ਲੇਕਿਨ ਕਿਸੇ ਨੇ ਨਹੀਂ ਸੁਣੀ। ਅਲਟੀਮੇਟਲੀ ਐਡਾ ਵੱਡਾ ਪਹਾੜ ਖੜਾ ਸ਼ੂਗਰ ਦਾ, ਹੁਣ ਸਾਡੇ ਸਿਰ ਤੇ ਜਣਾ ਖਣਾ ਸ਼ੂਗਰ ਹੈ। ਸ਼ੂਗਰ ਦਾ ਬੰਦਾ ਘਰ ਸ਼ੂਗਰ ਦੀ ਬਿਮਾਰੀ ਹੈ, ਉਹ ਕੱਲੀ ਬਿਮਾਰੀ ਹੋਈ ਨਹੀਂ, ਸ਼ੂਗਰ ਦੀ ਬਿਮਾਰੀ ਨਾਲ ਪਰਿਵਾਰਾਂ ਦੇ ਪਰਿਵਾਰ ਉੱਜੜ ਰਹੇ ਹੈ, ਬੰਦੇ ਦੀ ਸਿਹਤ ਖਰਾਬ ਹੋ ਰਹੀ ਹੈ, ਇੰਨਾ ਪੈਸਾ ਲੱਗ ਰਿਹਾ ਉੱਥੇ, ਕਿਸੇ ਦੀ ਲੱਤ ਖਰਾਬ ਹੋ ਰਹੀ ਹੈ, ਕਿਸੇ ਦੇ ਪੈਰ ਸੁੰਨ ਹੋ ਰਹੇ ਹੈ, ਕਿਸੇ ਕੋਈ ਇੰਨਾ ਹੋ ਰਿਹਾ, ਨਿਗਾਹ ਜਾ ਰਹੀ ਹੈ, ਤੋ ਇਹ ਉਹਦੇ ਨਾਲ ਫਿਰ ਅੱਗੇ ਹਾਰਟ ਅਟੈਕ ਹੋ ਰਹੇ ਹੈ। ਤੋ ਸ਼ੂਗਰ ਗਾਂ ਦੀ ਸ਼ੂਗਰ ਦੀ ਮੈਨੇਜਮੈਂਟ ਕੀ ਕੀਤੀ, ਸ਼ੂਗਰ ਦੀਆਂ ਦਵਾਈਆਂ ਦਿਓ, ਰੀਡਿੰਗ ਨੂੰ ਘੜੀਸ ਕੇ ਥੱਲੇ ਲਿਆਓ, ਤੇ ਫਿਰ ਉਹਨੂੰ ਵੱਡਾ ਝੂਠ ਖੜਾ ਕਰਤਾ ਕਿ ਅਲਟੀਮੇਟਲੀ ਜਦੋਂ ਸੱਚ ਤਾਂ ਸੱਚ ਹੈ, ਸੱਚ ਹੌਲੀ ਫਿਰ ਜਦੋਂ ਉਦੋਂ ਸੱਚ ਕਹਿਣ ਵਾਲੇ ਇਹ ਨਹੀਂ ਵੀ ਉਦੋਂ ਨਹੀਂ ਸੀ ਕਿਹਾ, ਉਹਨਾਂ ਉਦੋਂ ਵੀ ਕਿਹਾ ਸੀਗਾ, ਉਹ ਵਿਰਲੇ ਸੀ, ਉਹ ਉਦੋਂ ਕਿਸੇ ਨੇ ਗੱਲ ਨਹੀਂ ਸੁਣੀ ਉਹਦੀ। ਹੌਲੀ ਹੁਣ ਉਹ ਜਿਹੜੇ ਵਿਰਲੇ ਸੀਗੇ, ਹੁਣ ਗਿਣਤੀ ਆਉਂਦੀ ਵਾਹਵਾ ਹੋ ਗਈ, ਹੁਣ ਗੱਲ ਲੋਕ ਸੁਣਨ ਲੱਗ ਗਿਆ ਵੀ ਨਹੀਂ, ਇਹ ਤਾਂ ਐ ਨਹੀਂ ਠੀਕ ਹੋਣੀ ਹੈ, ਜੇ ਸ਼ੂਗਰ ਠੀਕ ਕਰਨੀ ਹੈ ਤਾਂ ਉਹਦੇ ਲਈ ਤੁਹਾਨੂੰ ਆਪਣਾ ਖਾਦ ਖੁਰਾਕ ਠੀਕ ਕਰਨੀ ਪਏਗੀ, ਰਹਿਣ ਸਹਿਣ ਠੀਕ ਕਰਨਾ ਪਏਗਾ। ਤੁਸੀਂ ਉਹ ਜਦੋਂ ਇਹ ਪਤਾ ਲੱਗਿਆ ਵੀ ਸ਼ੂਗਰ ਤਾਂ ਗੱਲ ਹੀ ਕੁਝ ਨਹੀਂ ਹੈ, ਮਿੰਟਾਂ ਸਕਿੰਟਾਂ 'ਚ ਜਿਹੜੀ ਹਫ਼ਤਿਆਂ 'ਚ ਉੱਡ ਜਾਂਦੀ ਹੈ। ਔਰ ਹੁਣ ਉਹਨਾਂ ਨੂੰ ਖਤਰਾ ਪੈ ਗਿਆ ਵੀ ਇਹ ਤਾਂ ਸਾਡਾ ਜਿਹੜਾ ਧੰਦੇਬਾਜ਼ੀ ਉੱਡਾ ਧੰਦਾ ਖੜਾ ਕੀਤਾ ਸ਼ੂਗਰ ਦੀਆਂ ਦਵਾਈਆਂ ਵੇਚ ਬਿਲਕੁਲ, ਇੱਕ ਦੂਜੀ ਤੀਜੀ। ਉਹ ਜਦੋਂ ਦਵਾਈ ਆਉਂਦੀ ਹੈ ਬੜੇ ਧੜੱਲੇ ਨਾਲ ਉਹਨੂੰ ਲਾਂਚ ਕੀਤਾ ਜਾਂਦਾ ਹੈ, ਉਹ ਨਵੀਂ ਦਵਾਈ ਡਾਕਟਰ ਉਹ ਡਾਕਟਰ ਦੀ ਫੈਸ਼ਨ ਹੈ, ਉਹ ਡਾਕਟਰ ਲੇਟੈਸਟ ਦਵਾਈ ਵਰਤੇਗਾ, ਉਹ ਮਹਿੰਗੀ ਵੀ ਹੋਏਗੀ, ਉਹਦਾ ਇਹ ਨਹੀਂ ਪਤਾ ਵੀ ਗਾਂ ਨੂੰ ਕੀ ਨਿਕਲਣੀਆਂ। ਉਹਨੀਆਂ 2-3 ਦਵਾਈਆਂ ਸ਼ੂਗਰ ਦੀਆਂ ਅੱਗੇ ਪਿੱਛੇ ਜਿਹੜੀਆਂ ਨੇ ਉਹ ਨਿਕਲ ਚੁੱਕੀਆਂ ਨੇ ਕਿ ਦਵਾਈ ਵਰਤੀ ਗਈ, ਲੱਖਾਂ ਲੋਕਾਂ ਦੀ ਵਰਤੀ ਗਈ, ਤੇ ਉਸ ਤੋਂ ਬਾਅਦ ਹਾਰਟ ਅਟੈਕ ਕਰਦੀ, ਪਤਾ ਲੱਗਿਆ ਵੀ ਹਾਰਟ ਅਟੈਕ ਕਰਦੀ, ਲੱਖਾਂ ਲੋਕ ਹਾਰਟ ਅਟੈਕ ਨਾਲ ਮਰੇ ਸ਼ੂਗਰ ਦੀਆਂ ਦਵਾਈਆਂ ਕਰਕੇ, ਔਰ ਬਾਅਦ 'ਚ ਬੈਨ ਹੋ ਗਈ, ਬਾਅਦ ਦਵਾਈਆਂ ਬੈਨ ਹੋ ਗਈਆਂ। 2-3 ਦਵਾਈਆਂ ਅੱਗੇ ਪਿੱਛੇ ਸ਼ੂਗਰ ਦੀਆਂ ਬੈਨ ਹੋ ਚੁੱਕੀਆਂ ਨੇ। ਲੇਟੈਸਟ ਜਿਹੜੀ ਸਭ ਤੋਂ ਪੁਰਾਣੀ ਦਵਾਈ ਮੈਟਫੋਰਮਿਨ ਹੈ, ਉਹਦੇ ਬਾਰੇ ਅਖਬਾਰਾਂ 'ਚ ਪੜ੍ਹ ਲਿਆ ਹੋਣਾ ਕਿ ਅਮਰੀਕਾ ਦੀ ਸਰਕਾਰ ਨੇ ਕਹਿਤਾ ਵੀ ਇਹ ਤਾਂ ਕੈਂਸਰ ਕਰਦੀ ਹੈ, ਤੇ ਕੰਪਨੀਆਂ ਨੂੰ ਕਿਹਾ ਵੀ ਤੁਸੀਂ ਇਹਨੂੰ ਹੌਲੀ ਵਿਡਰਾ ਕਰ ਲਓ, ਬੈਨ ਨਹੀਂ ਕੀਤਾ, ਹੌਲੀ ਵਿਡਰਾ ਕਰ ਲਓ। ਇਹ ਕਹਿਤਾ ਵੀ ਕੈਂਸਰ ਕਰਦੀ ਹੈ, ਮੈਟਫੋਰਮਿਨ ਕੈਂਸਰ ਕਰਦੀ ਹੈ, ਇਹ ਕੰਪਨੀਆਂ ਨੂੰ ਚਿੱਠੀ ਲਿਖਤੀ ਵੀ ਤੁਸੀਂ ਇਹਨੂੰ ਆਪਣੇ ਢੰਗ ਦੇ ਨਾਲ ਫੇਜ਼ ਆਊਟ ਕਰੋ, ਫੇਜ਼ ਆਊਟ ਕਹਿੰਦੇ ਉਹਦਾ ਸ਼ਬਦ ਨਾਲ, ਫੇਜ਼ ਆਊਟ ਕਰੋ ਜੀ। ਤੋ ਇਹ ਵਰਤਾਰਾ ਇਹ ਵਰਤਾਰਾ ਇਦਾਂ ਦਾ ਚੱਲਦਾ ਕਿ ਸੱਚ ਬੋਲਣ ਵਾਲੇ ਇਹ ਨਹੀਂ ਵੀ ਸੱਚ ਕੋਈ ਪਤਾ ਨਹੀਂ ਹੁੰਦਾ ਇਹਨਾਂ ਨੂੰ। ਉਦਾਹਰਨ ਦੇ ਤੌਰ ਤੇ ਕਿੰਨੀਆਂ ਉਦਾਹਰਨਾਂ ਆਪਾਂ ਲੈ ਸਕਦੇ ਹਾਂ, ਆਪਾਂ ਉਹਦੀ ਉਦਾਹਰਨ ਪਹਿਲਾਂ ਲੈ ਚੁੱਕੇ ਹਾਂ, ਕੋਲੈਸਟਰੋਲ ਵਾਲੀ, ਉਹ ਆ ਚੁੱਕੀ ਬਹੁਤ ਵਾਰੀ, ਮੈਂ ਦੁਬਾਰਾ ਯਾਦ ਕਰ ਦਿੰਦਾ ਮਾੜੀ ਜੀ। ਕੋਲੈਸਟਰੋਲ ਦਾ ਕਿੱਡਾ ਵੱਡਾ ਮਖੜਾ ਕੀਤਾ ਗਿਆ, ਤੇ 40-45 ਸਾਲ ਤੋਂ ਪੂਰੀ ਮਨੁੱਖਤਾ ਨੂੰ ਬੇਵਕੂਫ ਬਣਾਇਆ ਜਾ ਰਿਹਾ ਵੀ ਕੋਲੈਸਟਰੋਲ ਜਿਹੜੀ ਹੈ ਇਹ ਹਾਰਟ ਅਟੈਕ ਕਰਦੀ ਹੈ, BP ਵਧਾਉਂਦੀ, ਹਾਰਟ ਅਟੈਕ ਕਰਦੀ ਹੈ। ਹਾਲਾਂਕਿ ਉਦੋਂ ਵੀ ਜਦੋਂ ਇਹ ਫੰਡਾ ਲੈ ਕੇ ਆ ਰਿਹਾ ਸੀ ਬੰਦਾ, ਉਦੋਂ ਖੋਜਾਂ ਕੀ ਕਹਿ ਰਹੀਆਂ ਸੀਗੀਆਂ ਕਿ ਜਿਹੜੀ ਐਡਡ ਸ਼ੂਗਰ ਹੈ, ਇਹ ਜਿਹੜੇ ਸਿੰਪਲ ਕਾਰਬੋਹਾਈਡਰੇਟਸ ਨੇ, ਜਿਹੜੇ ਸ਼ੂਗਰ ਵਧਾਉਂਦੇ ਖਾਣੇ ਨੇ, ਉਹ ਹਾਰਟ ਅਟੈਕ ਦੇ ਕਾਰਨ ਬਣ ਰਹੇ ਆ, ਉਹ ਸ਼ੂਗਰ ਦਾ ਵੀ ਕਾਰਨ ਨੇ, ਹਾਰਟ ਅਟੈਕ ਦਾ ਵੀ ਕਾਰਨ ਨੇ, ਇਹ ਫੈਟਸ ਨਹੀਂ ਹੈ। ਲੇਕਿਨ ਉਹ ਸਾਰੀ ਰਿਸਰਚ ਨੂੰ ਜਿਹੜਾ ਦਬਾਇਆ ਗਿਆ, ਔਰ ਉਹ ਸੱਚ ਸਾਹਮਣੇ ਲੈ ਕੇ ਆਂਦੀ ਗਈ ਇੱਕ ਬੰਦੇ ਦੀ ਸਿਰਫ, ਆਂਸਲ ਕੀਜ਼ ਨਾਂ ਦਾ ਬੰਦਾ, ਉਹਨੂੰ ਕਰਪਟ ਕੀਤਾ ਗਿਆ ਪੈਸੇ ਦੇ ਕੇ, ਉਹਨੂੰ ਕਿਹਾ ਗਿਆ ਕਿ ਤੂੰ ਆਹ ਰਿਜ਼ਲਟ ਦੇਣੇ ਆ, ਉਹਨੇ ਲਿਆ ਕੇ ਫੰਡਾ ਖੜਾ ਕਰਤਾ, ਪਹਾੜ ਖੜਾ ਕਰਤਾ ਵੀ ਕੋਲੈਸਟਰੋਲ ਜਿੱਥੇ ਜਿਹੜੇ ਬੰਦੇ ਦੀ ਕੋਲੈਸਟਰੋਲ ਜ਼ਿਆਦਾ ਹੁੰਦੀ ਉਹਨੂੰ ਹਾਰਟ ਅਟੈਕ ਵੱਧ ਹੁੰਦਾ। ਉਹ 45 ਸਾਲ ਦਾ ਰੋਂਗ ਪ੍ਰੂਵ ਹੋ ਗਿਆ। ਹੁਣ ਕਹਿਤਾ ਕਿ ਕੋਲੈਸਟਰੋਲ ਦਾ ਕੋਈ ਮਸਲਾ ਹੀ ਨਹੀਂ ਹੈ। 45 ਸਾਲ ਕਿੰਨੇ ਲੱਖਾਂ ਕਰੋੜਾਂ ਲੋਕਾਂ ਨੇ ਜਾਨਾਂ ਗਵਾਈਆਂ ਆਪਣੀਆਂ ਪ੍ਰੀਮੈਚੁਰ, ਕਰੋੜਾਂ ਲੋਕ ਪ੍ਰੀਮੈਚੁਰ ਬਿਮਾਰੀਆਂ ਹਟਾਈਆਂ ਉਹਨਾਂ ਨੇ,
ਕਿੰਨੇ ਵਿਚਾਰੇ ਯਤੀਮ ਬੱਚੇ ਯਤੀਮ ਹੋਏ, ਕਿੰਨੀਆਂ ਵਿਧਵਾਵਾਂ ਹੋਈਆਂ, ਉਹਦਾ ਕੋਈ ਹਿਸਾਬ ਕਿਤਾਬ ਨਹੀਂ ਹੈ। ਲੇਕਿਨ 45 ਸਾਲ ਦਾ ਚੁੱਪ ਚਪੀਤੇ ਕਹਿਤਾ ਵੀ ਹੁਣ ਤਾਂ ਕੋਲੈਸਟਰੋਲ ਦਾ ਕੋਈ ਮਸਲਾ ਨਹੀਂ, ਕੋਲੈਸਟਰੋਲ ਖਾਓ, ਕਹਿੰਦੇ ਹੁਣ ਕਹਿੰਦੇ ਅੰਡੇ ਖਾਓ, ਜੋ ਮਰਜ਼ੀ ਖਾਓ। ਕਿੱਡਾ ਵੱਡਾ ਝੂਠ ਹੈ। ਫੂਡ ਇੰਡਸਟਰੀ ਨੇ ਤੇ ਡਰੱਗ ਇੰਡਸਟਰੀ ਨੇ ਝੂਠ ਤੇ ਝੂਠ ਬੋਲਿਆ। ਤੁਸੀਂ ਇਹਦਾ ਇਤਿਹਾਸ ਪੜ੍ਹ ਲਓ। ਦੋ ਇੰਡਸਟਰੀਆਂ ਨੇ ਵਾਰ ਇੰਡਸਟਰੀ ਤੋਂ ਬਾਅਦ, ਵਾਰ ਇੰਡਸਟਰੀ ਦਾ ਲੜਾ ਕੇ ਲੋਕਾਂ ਨੂੰ ਜਿਹੜਾ ਮਾਰਿਆ ਹੈ ਨਾ, ਤੇ ਨਾਲੇ ਲੁੱਟਿਆ ਤੇ ਨਾਲੇ ਮਰਵਾਇਆ। ਉਸ ਤੋਂ ਬਾਅਦ ਫੂਡ ਇੰਡਸਟਰੀ ਔਰ ਡਰੱਗ ਇੰਡਸਟਰੀ, ਦੋ ਇੰਡਸਟਰੀ ਨੇ ਜਿਹੜੀਆਂ ਕਿ ਬਹੁਤ ਹੀ ਕ੍ਰਿਮੀਨਲ ਰਿਕਾਰਡ ਹੈ ਉਨ੍ਹਾਂ ਦਾ। ਝੂਠ ਬੋਲਿਆ, ਅੱਤ ਦਾ ਝੂਠ ਬੋਲਿਆ। ਫॉर एग्जांपल ਫੂਡ ਇੰਡਸਟਰੀ ਨੇ ਕਿਹਾ ਕਿ ਮੋਟਾਪਾ ਜਿਹੜਾ ਉਹ ਫੈਟ ਕਰਦੇ ਆ, ਜਦੋਂ ਕਿ ਉਦੋਂ ਵੀ ਪਤਾ ਸੀਗਾ ਕਿ ਮੋਟਾਪਾ ਫੈਟ ਨਹੀਂ ਕਰਦੇ, ਮੋਟਾਪਾ ਐਡਡ ਸ਼ੂਗਰ ਕਰਦੀ ਹੈ, ਤੇ ਜਿਹੜੇ ਖਾਸ ਕਿਸਮ ਦੇ ਉਹ ਖਾਣੇ ਕਰਦੇ ਆ ਜਿਹਦੀ ਸ਼ੂਗਰ ਜ਼ਿਆਦਾ ਹੁੰਦੀ। ਉਦੋਂ ਵੀ ਲੋਕਾਂ ਨੇ ਬਹੁਤ ਕਿਹਾ ਵੀ ਇਹ ਗਲਤ ਹੈ ਤੁਹਾਡਾ। ਉਹਦੇ ਦੇ ਬੇਸ ਜਿਹੜਾ ਇਹਨਾਂ ਨੇ ਕਹਿਤਾ ਵੀ ਘਿਓ ਨਾ ਖਾਇਆ ਕਰੋ, ਤੇਲ ਨਾ ਖਾਇਆ ਕਰੋ, ਉਹਦਾ ਨਾਲ ਮੋਟਾਪਾ ਘਟੇਗਾ। ਫਿਰ ਕਹਿੰਦੇ ਡਾਈਟਿੰਗ ਕਰੋ। ਬਹੁਤ ਲੋਕਾਂ ਨੇ ਉਦੋਂ ਵੀ ਕਿਹਾ ਵੀ ਡਾਈਟਿੰਗ ਕਰਨੀ ਕੋਈ ਹੱਲ ਨਹੀਂ ਹੈ, ਡਾਈਟਿੰਗ ਕਰਨੀ ਕੋਈ ਹੱਲ ਨਹੀਂ। ਦੋ ਹੱਲ ਲੈ ਕੇ ਆਏ ਮੋਟਾਪੇ ਦੇ, ਡਾਈਟਿੰਗ ਔਰ ਐਕਸਰਸਾਈਜ਼। ਲੋਕਾਂ ਨੇ ਅੱਤ ਦੀ ਐਕਸਰਸਾਈਜ਼ ਕਰ ਕਰਕੇ ਵਿਚਾਰਿਆਂ ਨੇ ਆਪਣੇ ਸਰੀਰ ਖਰਾਬ ਕਰ ਲਏ ਵੀ ਮੋਟਾਪਾ ਘਟ ਜੇ। ਉਹ ਆਰਜੀ ਜਾਂ ਮਾੜਾ ਜਿਹਾ ਘਟਦਾ, ਮੁੜ ਕੇ ਜੀ ਅੱਤ ਤੁਸੀਂ ਕਿੰਨਾ ਚਿਰ ਕਰ ਸਕਦੇ ਹੋ ਵਰਜਿਸ਼ ਦੀ? ਅੱਤ ਕਰੋਗੇ ਤਾਂ ਦੂਜੇ ਪਾਸੇ ਕੋਈ ਹੋਰ ਬਿਮਾਰੀ ਲੱਗ ਜਾਏਗੀ। ਅੱਜ ਰਿਕਾਰਡ ਹੈ ਜਿਹੜੇ ਬੰਦੇ ਅੱਤ ਕਰਦੇ ਆ ਵਰਜਿਸ਼ ਦੀ, ਉਹ ਬਿਮਾਰ ਹੁੰਦੇ ਆ ਔਰ ਉਹਨਾਂ ਦੀ ਉਮਰ ਘਟਦੀ ਹੈ। ਉਲਟਾ ਅੱਤ ਦੀ ਵਰਜਿਸ਼ ਕਰਦੇ ਆ, ਕਿਉਂਕਿ ਅੱਤ ਦੀ ਵਰਜਿਸ਼ ਕਰੋਗੇ ਤਾਂ ਸਰੀਰ ਅੱਤ ਦਾ ਫੂਡ ਮੰਗੇਗਾ, ਕਿਉਂਕਿ ਨਿਯਮ ਹੈ ਕੁਦਰਤ ਦਾ। ਜੇ ਸਰੀਰ ਨਾਲ ਅੱਤ ਕਰੋਗੇ ਵਰਜਿਸ਼ ਦੀ ਤਾਂ ਸਰੀਰ ਉਹਦਾ ਫੂਡ ਮੰਗੇਗਾ, ਉਹਦਾ ਫੂਡ ਖਾਣਾ ਪਏਗਾ ਤੁਹਾਨੂੰ। ਫਿਰ ਤੁਸੀਂ ਫੂਡ ਖਾਣੇ ਉਹੋ ਜਿਹਾ ਫੂਡ ਖਾਣੇ ਤੋਂ ਉਹ ਨੁਕਸਾਨ ਕਰਦਾ। ਅੱਜ ਇਹ ਪ੍ਰੂਵ ਹੋ ਚੁੱਕਿਆ ਕਿ ਜਿਹੜੇ ਗੋਲਡ ਮੈਡਲਿਸਟ ਨੇ ਐਥਲੈਟਿਕਸ ਦੇ, ਉਹਨਾਂ ਦੀ ਲਾਈਫ ਸਿਲਵਰ ਮੈਡਲਿਸਟ ਨਾਲੋਂ 10 ਸਾਲ ਥੋੜੀ ਹੈ, ਘੱਟ ਹੈ ਐਵਰੇਜ ਲਾਈਫ। ਔਰ ਸਿਲਵਰ ਮੈਡਲਿਸਟ ਨੇ ਉਹਨਾਂ ਦੀ ਲਾਈਫ ਬ੍ਰੌਂਜ਼ ਮੈਡਲ ਨਾਲੋਂ 10 ਸਾਲ ਘੱਟ ਹੈ, ਔਰ ਬ੍ਰੌਂਜ਼ ਮੈਡਲ ਦੀ ਸ਼ਾਇਦ ਆਮ ਬੰਦੇ ਨਾਲੋਂ 10 ਸਾਲ ਘੱਟ ਹੋਵੇ। ਤਾਂ ਇਹ ਪ੍ਰੂਵ ਹੋ ਗਿਆ ਕਿ ਅੱਤ ਦੀ ਐਕਸਰਸਾਈਜ਼ ਜਿਹੜੀ ਅੱਤ ਕਰਦੇ ਬੰਦੇ ਐਕਸਰਸਾਈਜ਼ ਨਾਲ, ਐਕਸਰਸਾਈਜ਼ ਹੈਲਦੀ ਰਹਿਣ ਲਈ ਓਕੇ ਹੈ, ਸਿਹਤਮੰਦ ਰਹਿਣ ਲਈ। ਲੇਕਿਨ ਭਾਰ ਘਟਾਉਣ ਲਈ, ਮੋਟਾਪਾ ਠੀਕ ਕਰਨ ਲਈ ਅੱਤ ਦੀ ਐਕਸਰਸਾਈਜ਼ ਕਹਿਤੀ। ਫਿਰ ਡਾਈਟਿੰਗ ਕਹਿਤੀ ਵੀ ਡਾਈਟ ਘੱਟ ਖਾਓ। ਤੁਸੀਂ ਡਾਈਟ ਘੱਟ ਖਾਓਗੇ ਤਾਂ ਸਰੀਰ ਕਮਜ਼ੋਰ ਹੋ ਜਾਏਗਾ, ਸਰੀਰ ਕਮਜ਼ੋਰ ਹੋ ਜਾਏਗਾ ਤਾਂ ਸਰੀਰ ਫਿਰ ਕੰਮ ਨਹੀਂ ਕਰੇਗਾ, ਫਿਰ ਕਮਜ਼ੋਰੀ ਆ ਗਈ। ਅਲਟੀਮੇਟਲੀ ਕੀ ਹੋਏਗਾ, ਤਾਂ ਤੁਹਾਨੂੰ ਡਾਈਟਿੰਗ ਛੱਡਣੀ ਪਏਗੀ। ਜੇ ਛੱਡੋਗੇ ਤਾਂ ਡਾਈਟ ਉਹ ਨਹੀਂ ਜ਼ਿਆਦਾ ਡਾਈਟ ਮੰਗੇਗਾ ਫਿਰ ਬੋਡੀ, ਫਿਰ ਮੋਟਾਪਾ ਫਿਰ ਵਾਪਸ ਆ ਜਾਂਦਾ। ਤਾਂ ਦੋਨੋਂ ਚੀਜ਼ਾਂ ਜਿਹੜੀਆਂ ਨੇ ਆਪਣੀਆਂ ਬਿਲਕੁਲ ਟੋਟਲ ਫਲॉप ਹੋਈਆਂ। ਡਾਈਟਿੰਗ ਵੀ ਫਲॉप ਹੋ ਗਈ ਔਰ ਜਿਹੜੀ ਐਕਸਰਸਾਈਜ਼ ਵੀ ਫਲॉप ਹੋ ਗਈ। ਕਿਉਂ? ਕਿਉਂਕਿ ਰਿਕਮੈਂਡੇਸ਼ਨ ਗਲਤ ਸੀਗੀ। ਨਾ ਇਹ ਫੈਟਸ ਜ਼ਿੰਮੇਵਾਰ ਸੀ ਉਹਦੇ ਵਧਾਉਣ ਲਈ, ਮੋਟਾਪਾ ਵਧਾਉਣ ਲਈ, ਨਾ ਫੂਡ ਦਾ ਜਿਹੜਾ ਜ਼ਿਆਦਾ ਖਾਣਾ ਜ਼ਿੰਮੇਵਾਰ ਸੀਗਾ, ਨਾ ਵਰਜਿਸ਼ ਨਾ ਕਰਨਾ ਜ਼ਿੰਮੇਵਾਰ ਸੀਗਾ। ਝੂਠ ਬੋਲਿਆ ਗਿਆ। ਇਹ ਨਹੀਂ ਕਿ ਉਹਨੂੰ ਪਤਾ ਨਹੀਂ ਸੀਗਾ, ਨੋਇਲੀ ਬੋਲਿਆ ਗਿਆ, ਕਿਉਂਕਿ ਖਾਸ ਕਿਸਮ ਦੇ ਫੂਡ ਵੇਚਣੇ ਸੀਗੇ, ਖਾਸ ਕਿਸਮ ਦੀਆਂ ਜਿਹੜੇ ਵਪਾਰ ਨੂੰ ਜਿੱਦਾਂ ਸੂਟ ਕਰਦਾ ਸੀਗਾ। ਹੁਣ ਤੁਸੀਂ ਇਮੈਜਿਨ ਕਰੋ ਕਿੱਡਾ ਵੱਡਾ ਝੂਠ ਹੈ। ਉਹ ਮੋਟਾਪੇ ਦਾ ਇਲਾਜ ਕਿਵੇਂ ਕਰਨਾ ਹੈ? ਬੰਦੇ ਦਾ ਪੇਟ ਕੱਟ ਦਿੰਦੇ ਆ। ਤੁਹਾਨੂੰ ਸ਼ਾਇਦ ਪਤਾ ਹੋਵੇ ਮੋਟਾਪੇ ਦਾ ਇਲਾਜ ਪਤਾ ਕਿੱਦਾਂ ਕਰਦੇ ਆ? ਮੋਟਾਪੇ ਦੇ ਬੰਦੇ ਦਾ ਪੇਟ ਕੱਟ ਕੇ ਛੋਟਾ ਕਰ ਦਿੰਦੇ ਆ। ਕਿਉਂ? ਪੇਟ ਛੋਟਾ ਕਰਾਂਗੇ ਤਾਂ ਬੰਦਾ ਖਾਣਾ ਨਹੀਂ ਖਾ ਸਕੇਗਾ ਤਾਂ ਕਹਿੰਦੇ ਜੀ ਪਤਲਾ ਹੋ ਜਾਏਗਾ। ਫਿਰ ਪਤਲਾ ਹੋ ਜਾਏਗਾ ਤਾਂ ਬਾਕੀ ਸਰੀਰ ਚੱਲਣਾ ਖਾਣੇ ਫਿਰ ਤੇ ਉਹਦਾ ਕੀ ਬਣੂਗਾ? ਇਹਦਾ ਕੋਈ ਜਵਾਬ ਨਹੀਂ ਹੈ। ਬੰਦੇ ਉਲਟਾ ਜਲਦੀ ਮਰ ਜਾਂਦੇ ਆ। ਬੰਦੇ ਦਾ ਪੇਟ ਘਟਦਾ ਹੈ, ਉਹ ਤੁਸੀਂ ਮੋਟਾਪਾ ਠੀਕ ਕਰ ਲਈ, ਮੋਟਾਪਾ ਹੋ ਸਕਦਾ ਘੱਟ ਜਾਵੇ ਉਹਦੇ ਨਾਲ, ਲੇਕਿਨ ਬਾਕੀ ਸਰੀਰ ਨੂੰ ਤਾਂ ਖੁਰਾਕ ਚਾਹੀਦੀ ਹੈ, ਖੁਰਾਕੀ ਤੱਤ ਚਾਹੀਦੀ ਹੈ। ਜੇ ਤੁਸੀਂ ਉਹਦਾ ਪੇਟ ਕੱਟ ਦੋਗੇ ਤਾਂ ਬਾਕੀ ਸਰੀਰ ਨੂੰ ਜਿਹੜੀ ਖੁਰਾਕ ਚਾਹੀਦੀ ਮਿਲੇਗੀ ਨਹੀਂ, ਤਾਂ ਬੰਦਾ ਬਿਮਾਰ ਹੋ ਜਾਏਗਾ, ਜਲਦੀ ਮਰੇਗਾ। ਫਿਰ ਉਹਦੀ ਚਰਬੀ ਕੱਟਦੇ ਆ, ਕੋਈ ਇੱਧਰੋਂ ਕੱਟਦੇ, ਕਦੇ ਇੱਧਰੋਂ ਕੱਟਦੇ ਆ, ਜਿੱਥੋਂ ਇੱਕ ਥਾਂ ਤੋਂ ਕੱਟੋਗੇ ਦੂਜੀ ਥਾਂ ਤੇ ਆ ਜਾਏਗੀ। ਤਾਂ ਉਹ ਇਹੋ ਜਿਹੇ ਫਨੀ ਜੇ ਇਹੋ ਜਿਹੇ ਮਤਲਬ ਹੱਲ ਲੈ ਕੇ ਆਉਂਦੇ ਜਿਹੜੇ ਕਿ ਦੇਖਣ ਨੂੰ ਵੱਡੇ ਬੋਰਡ ਲੱਗੇ। ਤੁਸੀਂ ਜਾਂ ਵੱਡੇ ਹਸਪਤਾਲਾਂ ਦੇ ਬਾਹਰ ਜਾਓ, ਉਹਦੇ ਮੋਟਾਪੇ ਘਟਾਉਣ ਦੇ ਵੱਡੇ ਬੋਰਡ ਲੱਗੇ ਹੋਏ, ਫਲਾਣੀ ਥਾਂ ਤੋਂ ਸਰਜਨ ਆਏਗਾ, ਉਹ ਸਾਡੇ ਮੋਟਾਪੇ ਦਾ ਸਰਜਰੀ ਕਰੇਗਾ, ਵੱਡੇ ਨਾਂ ਲਿਖੇ ਉਹਦੇ ਤੇ। ਤਾਂ ਕਿਵੇਂ ਅਸਲ 'ਚ ਸਿਹਤ ਦੀਆਂ ਸਮੱਸਿਆਵਾਂ ਜਿਹੜੀਆਂ ਹੁੰਦੀਆਂ ਨੇ ਏਦਾਂ ਨਹੀਂ ਹੁੰਦੀਆਂ, ਨਾ ਏਦਾਂ ਹੱਲ ਹੁੰਦੀਆਂ ਨੇ। ਸਿਹਤ ਦੀਆਂ ਸਮੱਸਿਆਵਾਂ ਜਿਹੜੀ ਹੁਣ ਆਪਾਂ ਜਿਹੜੀ ਹੋਲਿਸਟਿਕ ਹੈਲਥ ਦੀ ਗੱਲ ਕਰ ਰਹੇ ਹਾਂ ਅੱਜ ਕੱਲ੍ਹ, ਅਸੀਂ ਕਹਿੰਦੇ ਹਾਂ ਤੁਸੀਂ ਖਾਣਾ ਠੀਕ ਖਾਓ, ਆਪਣਾ ਸਦਾ ਐਕਟਿਵ ਰਹੋ, ਫਿਜ਼ੀਕਲੀ ਐਕਟਿਵ ਰਹੋ, ਕੰਮ ਕਰੋ ਦੱਬ ਕੇ, ਜਾਂ ਵਰਜਿਸ਼ ਕਰੋ ਸਹਿੰਦੀ ਜਿੰਨੀ ਕਿ ਤੁਹਾਡਾ ਉਮਰ ਦੇ ਹਿਸਾਬ ਨਾਲ। ਕੋਈ ਗੇਮਾਂ ਖੇਡੋ, ਕੋਈ ਬਾਕੀ ਜਿਹੜੀਆਂ ਬੂਟੀਆਂ ਵੀ ਖਾਓ, ਬਾਕੀ ਕੋਈ ਆਯੁਰਵੇਦ ਦੇ ਹੋਮੋਪੈਥੀ ਦਾ ਇਲਾਜ ਲੈ ਲਓ, ਆਪਣਾ ਮਾਈਂਡ ਠੀਕ ਰੱਖੋ, ਆਪਣੀ ਜਿਹਨੂੰ ਕਹਿੰਦੇ ਆ ਸਪਿਰਿਚੁਅਲ ਅਪਰੋਚ ਅਪਣਾਓ, ਤੇ ਤੁਹਾਡੀ ਬਿਮਾਰੀ ਦਾ ਕੁਝ ਵੀ ਨਹੀਂ ਹੈ। ਬਿਮਾਰੀ ਤਾਂ ਨੇੜੇ ਨਹੀਂ ਲੱਗਦੀ।
अगले ने प्रूव करके दिखाता भी ये थोड़ी खुराक ठीक है, ये ठीक खुराक खा रहे हैं, जितनी मर्जी खा लो उन्होंने, मात्रा जितनी मर्जी खा लो, डाइटिंग नहीं, मात्रा जितनी मर्जी खा लो, कोई बीमारी नेड़े लगती। किवें किवें एक झूठ परोसिया जाता है, झूठे इलाज परोसे जाते हैं ते सच कुछ होर हुंदा है। इस तरह जिहड़ा है मेरा टाइम हो रहा, आपां वाइंड अप करिए कि हैल्थ के नाम से पहला तो हैल्थ की समझ के उपर झूठ परोसिया जाता है, फिर हैल्थ के टैक्नीक्स के उपर झूठ परोसिया जाता है। उसकी क्लासिकल एग्जाम्पल कोरोना, एक फ्रॉड बीमारी, आम बीमारी को खास बनाता गया, फिर फ्रॉड सोल्यूशन लिया गया। ये कला कोरोना च नहीं होया, ये किते ना किते पूरे का पूरा मैडिकल हिस्ट्री की, फूड इंडस्ट्री की ते ड्रग इंडस्ट्री का पूरा इतिहास पिया है कि किवें गलत समझ लैके आउंदे हैं सेहत दी, फिर गलत सोल्यूशन लैके आउंदे हैं, ठीक सोल्यूशन नूं दबाउंदे हैं वो, क्योंकि ठीक सोल्यूशन च धंधेबाजी नहीं हो सकती, जिस चीज़ से धंधेबाजी हो सकती है वो सोल्यूशन नूं लैके आउंदे हैं। वो बड़े हस्पताल ले आ रहे हैं, इवन छोटे हस्पतालों नूं मार रहे हैं। अज सानूं ये चाहिए कि असीं छोटे डॉक्टरां नूं बचाइए। मैडिकल प्रोफैशन है उसके अंदर छोटे डॉक्टरों को कौन किल करनगे, छोटे बिजनेस इस ढंग नाल लेके आ रहे हैं, ये कानून लेके आ रहे हैं जिहदे नाल कि छोटा हस्पताल बिल्कुल तुहाडे जिहड़े नेड़े डॉक्टर बैठे क्लिनिकां खोल के उन्होंने अल्टीमेटली मजबूर करनगे कि तुसीं बड़े हस्पतालां दी शरण च जाओ, ज्यादा बड़े हस्पताल खोलो। ये चीज़ां लैब्स दे विच भी आलमोस्ट आ चुकियां ने जी। तुहाडी लैबोरेटरियां बंद कराउणगे, छोटे हस्पताल बंद कराउणगे, छोटे डॉक्टर बंद कराउणगे, GMS BMS जिहड़े तुहाडे बहुत हेल्पफुल ने समाज दे अंदर। इन्हां दे मगर तां पै ही होए ने RMP ने, अनकुआलीफाइड सो कॉल्ड जिन्होंने कहते हैं, उन्हां दे मगर तां पै ही होए फालतू दे, हालांकि वो यूजफुल रोल प्ले कर रहे हैं समाज के अंदर। आपां उन्हें कल्ले गलत नहीं कह सकते, ठीक है किते किते गलतियां करते हैं, वो गलतियां दूजे भी करते हैं, सारे कर रहे हैं। कॉर्पोरेट हॉस्पिटल उस तो बड़ियां गलतियां करता है, वो गलतियां जिहड़ियां कल्ले RMP नहीं करते, क्वालीफाइड बंदे भी करते हैं। और कॉर्पोरेट अस्पताल जिहड़े क्राइम ने तो उस तो भी वड्डे हैं, कॉर्पोरेट अस्पताल तो एडे बड़े क्रिमिनल ने कि ये अपना धंधा करने लई डॉक्टरां नूं मजबूर करते सर्जरियां करने लई, उन्होंने तो मीडिया अंदर अकाउंट लेंदे हैं भी तुसीं कितनियां सर्जरियां कीतियां, इन्नियां सर्जरियां करनियां पैणगियां तुहानूं। वो फिर उदां दे सारा जुगाड़ खड़ा करते हैं भी जे नॉर्मल डिलीवरी हो सकती है सर्जरी करो, जे हार्ट वाला बंदे को दवाई दे के सर सकदा या नहीं सकदा उन्होंने धक्के नाल ओहदी एंजियोप्लास्टी करो, एंजियोग्राफी करो, फिर बाईपास करो, फिर होर जे गल ब्लैडर दा स्टोन स्टैंडर्ड टीचिंग कुछ होर है भी तुसीं कुछ ना करोगे तां भी गल ब्लैडर स्टोन तुहानूं कुछ नहीं कहंदा, फिर दवाइयां ट्राई करनियां चाहिदियां, वो किते ना किते वो वर्तारा जिहड़ा ਉਹਨੂੰ ਸਪਰੈਸ ਕਰਨਗੇ। और ਉਹਦੇ ਸਭ ਤੋਂ ਵੱਡੇ ਕ੍ਰਿਮੀਨਲ ਤੇ ਕਾਰਪੋਰੇਟ ਹਸਪੀਟਲ ਨੇ ਵੱਡੇ, ਬਿਲਕੁਲ ਆਰਐਮਪੀ ਵਿਚਾਰੇ ਤਾਂ ਮੈਜੋਰਟੀ ਆਰਐਮਪੀ ਜਿਹੜੇ ਨੇ ਉਹ ਤਾਂ ਕੋਈ ਨੁਕਸਾਨ ਨਹੀਂ ਕਰਦੇ, ਕਿਤੇ ਕਿਤੇ ਗਲਤੀ ਕਰਦਾ ਉਹਨੂੰ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ, ਟ੍ਰੇਨਿੰਗ ਤਾਂ ਦੇਣ ਨਹੀਂ ਦਿੰਦੇ ਇਹ। ਉਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਇਹ ਹੁਣ ਛੋਟਿਆਂ ਨੂੰ ਖਤਮ ਕਰਕੇ ਬੜੇ ਲਿਆਉਣੇ ਕਿ ਕਾਰਪੋਰੇਟ ਹਸਪੀਟਲ ਲੈ ਕੇ ਆਓ, ਖੇਤੀ ਚ ਕਾਰਪੋਰੇਟ ਖੇਤੀ ਲੈ ਕੇ ਆਓ, ਸੇਮ ਤੁਹਾਡੇ ਮੁਰਗੀ ਪਾਲਣ ਤੇ ਮੀਟ ਦੇ ਧੰਦੇ ਜਾ ਰਿਹਾ, ਕਾਰਪੋਰੇਸ਼ਨ ਆ ਰਹੀਆਂ ਨੇ, ਸੇਮ ਤੁਹਾਡੀ ਡਾਕਟਰੀ ਜਾ ਰਿਹਾ, ਵੈਟਰਨਰੀ ਜਾ ਰਿਹਾ, ਵੈਟਰਨਰੀ ਚ ਡਾਕਟਰੀ ਜਾ ਰਿਹਾ। ਕਿਤੇ ਨਾ ਕਿਤੇ ਇੱਕ ਅਟੈਕ ਜਿਹੜਾ ਇਹ ਮਲਟੀ ਪ੍ਰੋਂਗਡ ਹੈ। और सारा जिहड़ा असल सोल्यूशन असल समझ नूं दबाओ, असल सोल्यूशन नूं असल ढंगां नूं ਜਿਹੜੇ ढंग ने सेहतमंद रहण दे, ਜਾਂ ਜਿਵੇਂ ਵਧੀਆ ਖੇਤੀ ਉਹਦੀ ਪੈਰਲਲ ਹੈ ਬਿਲਕੁਲ। ਜਿਵੇਂ 60 ਸਾਲ ਪਹਿਲਾਂ ਸਾਨੂੰ ਬੇਵਕੂਫ ਬਣਾਤਾ ਗਿਆ ਇਹ ਕਹਿ ਕੇ, ਤੁਸੀਂ ਇਮੇਜਿਨ ਕਰੋ ਨਾ ਕੁਝ ਚੀਜ਼ਾਂ ਜਿਹੜੀਆਂ ਅਸੀਂ ਸੋਚਦੇ ਹੀ ਨਹੀਂ ਕਈ ਵਾਰੀ, ਕਿ ਤੁਸੀਂ ਇਮੇਜਿਨ ਕਰੋ ਵੀ ਆਪਣੇ ਫੂਡ ਦੇ ਅੰਦਰ ਕੋਈ ਜ਼ਹਿਰ ਪਾਉਂਦਾ, ਅਸੀਂ ਆਪਣੇ ਖਾਣਾ ਪੈਦਾ ਕਰਨ ਜ਼ਹਿਰ ਪਾ ਰਹੇ ਹਾਂ ਔਰ ਸੋਚ ਹੀ ਨਹੀਂ ਰਹੇ। 60 ਸਾਲ ਪਹਿਲਾਂ ਸਾਨੂੰ ਝੂਠ ਬੋਲਿਆ ਗਿਆ ਸੀ, ਉਸ ਨੂੰ ਠੀਕ ਸਹੀ ਮੰਨ ਕੇ ਬੈਠੇ ਸਾਡੇ ਸਾਇੰਟਿਸਟ ਵੀ ਕਹੀ ਜਾਂਦੇ ਨਾ ਜੀ ਪੈਸਟੀਸਾਈਡ ਬਣਾਤਾ ਖਾਣਾ ਨਹੀਂ ਹੋ ਸਕਦਾ। ਤੁਸੀਂ ਰਿਸਰਚ ਤਾਂ ਕੀਤੀ ਹੈ, PIU ਨੂੰ ਪੁੱਛੋ ਤੁਸੀਂ ਪੈਰਲਲ ਰਿਸਰਚ ਕੀਤੀ ਹੈ ਆਰਗੈਨਿਕ ਫਾਰਮਿੰਗ ਤੇ? ਜਦੋਂ ਪੈਰਲਲ ਰਿਸਰਚ ਕੀਤੀ ਹੁੰਦੀ ਫਿਰ ਤਾਂ ਅਸੀਂ ਮੰਨਦੇ, ਜਿਹੜਾ ਸਾਇੰਟਿਸਟ ਨਾਲ ਕੀਤੀ ਉਹਨੇ ਕਰਕੇ ਦਿਖਾਤਾ, OP ਰਬੈਲਾ ਵਰਗਿਆਂ ਨੇ। ਜਿਹੜੀ ਆਰਗੈਨਿਕ ਖੇਤੀ ਹੈ ਕਿਤੇ ਬੈਟਰ ਹੈ ਕੈਮੀਕਲ ਖੇਤੀ ਤੋਂ, ਬਿਲਕੁਲ ਅਗਲੇ ਨੇ ਕਰਕੇ ਦਿਖਾਤੀ। लेकिन साडियां जिहड़ियां यूनिवर्सिटियां ने, क्योंकि वो कॉर्पोरेट के दबदबे थले ने, कॉर्पोरेट की दादागिरी थले ने, कली रिसर्च करते बेस्ड है, कैमिकल बेस्ड है सारी, सेम मेडिकल प्रोफेशन च सेम वैटरनरी च है। तो सारे का सारा वर्तारा किते ना किते बहुत बड़े झूठ का हिस्सा है। तो उस झूठ को फड़िए, चाहे वो खेती च है, चाहे वो वैटरनरी च है, चाहे वो डंगर पालन मधुमक्खी, हर पासे ये अटैक आ रहा है। छोटे मधुमक्खी पालन भी जाएंगे, छोटे पोल्ट्री फार्म भी जाएंगे, सब बड़े छोटे खेती भी जाएगी। जो ऑर्डीनेंस आए हैं लेटेस्ट, उस हमले का किस्सा ने, जो ऑर्डीनेंस हुण आए हैं खेती के सपोर्ट प्राइसेस बारे, ये उस हमले का बहुत बड़ा हिस्सा ने। लोगों का ध्यान करोना वाल, लोगों को करोना ते ना ते बेवकूफ बनाओ, ते इधर अपने पिछे अपना एजेंडा पूरा चलाओ।
ਤਾਂ ਇਹ ਕਿਤੇ ਨਾ ਕਿਤੇ ਵਰਤਾਰਾ ਜਿਹੜਾ ਇਹ ਬਹੁਤ ਵੱਡਾ ਹਮਲਾ ਹੈ, ਚਾਹੇ ਉਹ ਖੇਤੀ 'ਚ ਹੈ, ਚਾਹੇ ਉਹ ਪਸ਼ੂ ਪਾਲਣ 'ਚ ਹੈ, ਚਾਹੇ ਉਹ ਤੁਹਾਡੀ ਹਿਊਮਨ ਹੈਲਥ 'ਚ ਹੈ। ਇਸ ਧੰਦੇ ਦੇ ਪ੍ਰਤੀ ਸਾਨੂੰ ਜਿਹੜਾ ਇਹ ਸਮਝਣਾ ਬਹੁਤ ਜ਼ਰੂਰੀ ਆ ਕਿ ਕਿਵੇਂ ਅਸਲ ਮੁੱਦੇ ਜਿਹੜੇ ਨੇ ਉਹਨੂੰ ਦਬਾਇਆ ਜਾਂਦਾ ਹੈ ਤੇ ਨਕਲੀ ਮੁੱਦੇ ਖੜੇ ਕੀਤੇ ਜਾਂਦੇ ਆ, ਮੁੱਦਿਆਂ ਨੂੰ ਮੈਨੂਫੈਕਚਰ ਕੀਤਾ ਜਾਂਦਾ ਹੈ। ਅੱਜ ਸਾਡੇ ਕੋਲ ਮੈਜੋਰਟੀ ਸਮਾਜ ਦੇ ਅੰਦਰ ਮੁੱਦੇ ਜਿਹੜੇ ਨੇ ਮੈਨੂਫੈਕਚਰਡ ਨੇ, ਉਹਨਾਂ ਦੇ ਬਣਾਏ ਹੋਏ ਮੁੱਦੇ ਨੂੰ ਬੈਠ ਕੇ ਇੱਕ ਬੰਦ ਕਮਰੇ 'ਚ ਬੈਠ ਕੇ ਕੰਪਿਊਟਰ ਦੀ ਵੱਡੇ ਬ੍ਰੇਨਾਂ ਦੀ ਮਦਦ ਨਾਲ ਪਹਿਲਾਂ ਮੈਨੂਫੈਕਚਰ ਕਰਦੇ ਆ ਵੀ ਆਹ ਏਜੰਡਾ ਸੀ ਐਂ ਲੈ ਕੇ ਜਾਣਾ ਲੋਕਾਂ 'ਚ ਤਾਂ ਕਿ ਲੋਕਾਂ ਨੂੰ ਬਦਲਾ ਦੇਣਾ। ਅਗਰ ਉਹਨੂੰ ਸਮਝ ਨਾ ਆਵੇ, ਕੱਖ ਸਮਝ ਨਾ ਆਵੇ ਤੇ ਉਹ ਹੱਥ ਜੋੜ ਕੇ ਸਾਨੂੰ ਹੀ ਫਰਿਸ਼ਤੇ ਸਮਝਣ। ਅੱਜ ਅਸੀਂ ਵੈਕਸੀਨ ਪੈਦਾ ਕਰਨ ਵਾਲਿਆਂ ਨੂੰ ਫਰਿਸ਼ਤੇ ਸਮਝੀ ਜਾਂਦੇ ਹਾਂ, ਕਦੇ ਉਹ ਜਿਹੜੇ ਡਾਕਟਰਾਂ ਦੇ ਨਾਂ ਤੇ ਪੁਲਿਸ ਜੋ ਕਰ ਰਹੀ ਹੈ ਉਹਨਾਂ ਨੂੰ ਫਰਿਸ਼ਤੇ ਸਮਝੀ ਜਾਂਦੇ ਵੀ ਇਹ ਫਰਿਸ਼ਤੇ ਨੇ ਸਾਡੇ। ਅਸਲ 'ਚ ਕੀ ਕਰ ਰਹੇ ਉਹ ਸਾਰਾ। ਔਰ ਤੁਸੀਂ ਦੇਖੋ ਸਮਾਜ ਸੇਵਾ ਕਿਸ ਨਾਂ ਦੀ ਹੋ ਰਹੀ ਹੈ। ਸਮਾਜ ਸੇਵਾ ਦੇ ਨਾਂ ਤੇ ਮਾਸਕਾਂ ਵੰਡੀਆਂ ਜਾ ਰਹੀਆਂ ਨੇ, ਸਮਾਜ ਸੇਵਾ ਦੇ ਨਾਂ ਤੇ ਸੈਨੀਟਾਈਜ਼ਰ ਵੰਡੇ ਜਾ ਰਹੇ ਆ, ਸਮਾਜ ਸੇਵਾ ਦੇ ਨਾਂ ਤੇ ਸੜਕਾਂ ਦੇ ਉੱਪਰ ਸਪਰੇਅ ਕੀਤੇ ਜਾ ਰਹੇ ਆ। ਮੈਂ ਦੇਖਿਆ ਬੰਦਾ ਨਾਲ ਵਾਹਿਗੁਰੂ 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 ਕਰ ਰਿਹਾ ਤੇ ਨਾਲ ਸੜਕ ਉਹਦੇ ਤੇ ਸਪਰੇਅ ਕਰੀ ਜਾ ਰਿਹਾ। ਜਿਵੇਂ ਉੱਥੇ ਕੋਰੋਨਾ ਬੈਠੀ ਉਹਨੂੰ ਡਿੱਗ ਰਹੀ ਹੈ। ਤਾਂ ਕਿਤੇ ਨਾ ਕਿਤੇ ਸਮਾਜ ਸੇਵਾ ਵੀ ਸਾਰੀ ਜਿਹੜੀ ਇਰੈਲੇਵੈਂਟ ਹੋ ਗਈ ਹੈ। ਬਿਲਕੁਲ ਸਮਾਜ ਸੇਵਾ ਜੇ ਤੁਸੀਂ ਆਹੀ ਕਰਨੀ ਹੈ, ਜੇ ਸਮਾਜ ਸੇਵਾ ਦਵਾਈਆਂ ਵੰਡਣੀਆਂ ਸ਼ੁਰੂ ਕਰ ਦਿਓ, ਮਾਸਕਾਂ ਵੰਡਣੀਆਂ ਸ਼ੁਰੂ ਕਰ ਦੋਗੇ ਤੇ ਉਹਨੂੰ ਸਮਝਦਾ ਹੈ ਨਹੀਂ, ਕੋਈ ਸਮਝ ਨਹੀਂ ਆਉਂਦੀ ਵੀ ਕੀ ਹੈ ਤੇ ਕੀ ਨਹੀਂ। ਤਾਂ ਸਾਰੇ ਦਾ ਸਾਰਾ ਵਰਤਾਰਾ ਕਿਵੇਂ ਬੰਦ ਹੋ ਗਿਆ ਸੀ, ਸਾਨੂੰ ਇੱਕ ਝੂਠ ਤੇ ਕਿਵੇਂ ਬਦਲਾਤਾ ਗਿਆ ਕਿ ਸਾਡੇ ਸਭ ਤੋਂ ਸਿਆਣੇ ਸੰਗੇ ਭਲੇ ਸੁਲਝੇ ਬੰਦੇ ਤੁਹਾਡੇ ਨੇ ਉਹ ਬਦਲਾਤੇ ਗਏ। ਔਰ ਫਿਰ ਉਹ ਕਿਤੇ ਨਾ ਕਿਤੇ ਸਾਨੂੰ ਐਸਾ ਡੀਪ ਸਾਈਕੋਲੋਜੀਕਲ ਅਟੈਕ ਹੈ ਉਹ ਕਿ ਤੁਸੀਂ ਮਾਸਕ ਲਾ ਕੇ ਜਦੋਂ ਆਪਸ ਵਿੱਚ ਵਿਚਰਦੇ ਹੋ ਤਾਂ ਤੁਹਾਡੇ ਅੰਦਰ ਇੱਕ ਦੂਰੀ ਪੈਦਾ ਹੋ ਜਾਂਦੀ ਹੈ। ਅੱਜ ਸੋਸ਼ਲ ਡਿਸਟੈਂਸਿੰਗ ਦੀ ਨਹੀਂ ਲੋੜ, ਅੱਜ ਸੋਸ਼ਲ ਨੇੜਤਾ ਦੀ ਲੋੜ ਹੈ। ਅੱਜ ਸਿਰ ਨਾਲ ਸਿਰ ਜੋੜਨ ਦੀ ਲੋੜ ਹੈ, ਨੇੜੇ ਆਉਣ ਦੀ ਲੋੜ ਹੈ, ਇੱਕ ਦੂਜੇ ਦੇ ਬੈਠ ਕੇ ਸੋਚਣ ਦੀ ਲੋੜ ਹੈ ਕਿ ਇਹ ਹੋ ਕੀ ਰਿਹਾ ਹੈ, ਅੱਜ ਇਹ ਹੋ ਕੀ ਰਿਹਾ ਸਾਡੇ ਨਾਲ, ਕੀ ਖਿਲਵਾੜ ਹੋ ਰਿਹਾ ਹੈ। ਉਸ ਸੋਚਣ ਦਾ ਵਰਤਾਰਾ ਸਾਨੂੰ ਜਿਹੜਾ ਕਿਤੇ ਨਾ ਕਿਤੇ ਉਹਨੂੰ encourage ਕਰਨਾ ਚਾਹੀਦਾ, ਉਹਨੂੰ ਕਿਤੇ ਨਾ ਕਿਤੇ ਲੈ ਕੇ ਆਉਣਾ ਚਾਹੀਦਾ। ਔਰ ਆਏਗਾ, ਐਸੀ ਗੱਲ ਨਹੀਂ ਹੈ। ਜਿਹੜਾ ਇਹਦਾ ਨੈਗੇਟਿਵ ਪ੍ਰੋਜੈਕਟ ਕਰਨ ਦਾ ਮੇਰਾ ਕੋਈ ਮਤਲਬ ਇਹ ਨਹੀਂ ਹੈ ਕਿ ਵਰਤਾਰਾ ਐਡਾ ਵੱਡਾ ਕਿ ਜੇ ਕੋਈ ਜਿਹਨੂੰ ਕਹਿੰਦੇ ਅਸੀਂ ਜਿੱਤ ਨਹੀਂ ਸਕਦੇ, ਇਹਨੂੰ ਇੰਨਾ ਕਦੇ ਨਹੀਂ ਹੋਇਆ। ਉਹ ਥੋੜਾ ਬੈਲੈਂਸ ਕਰਦਾ ਮੈਂ, ਕਿਉਂਕਿ ਕਈ ਵਾਰੀ ਨੈਗੇਟਿਵ ਗੱਲ ਬੰਦੇ ਦਾ ਪ੍ਰਭਾਵ ਲੈ ਜਾਂਦਾ, ਕੁਝ ਨਹੀਂ ਹੋ ਹੀ ਨਹੀਂ ਸਕਦਾ, ਵਰਤਾਰਾ ਐਂ ਹੀ ਚੱਲਣਾ। ਏਦਾਂ ਦਾ ਕੁਛ ਨਹੀਂ ਹੁੰਦਾ, ਕੋਈ ਝੂਠ ਪਰਮਾਨੈਂਟ ਨਹੀਂ ਹੁੰਦਾ, ਕੋਈ ਝੂਠ ਟਿਕਦਾ ਨਹੀਂ ਹੁੰਦਾ, ਨਾ ਕਦੇ ਕੋਈ ਝੂਠ ਟਿਕਿਆ। ਤੁਸੀਂ ਇਤਿਹਾਸ ਤੇ ਨਿਗਾਹ ਮਾਰੋ, ਵੱਡੇ ਝੂਠ ਆਏ ਤੇ ਵੱਡੇ ਝੂਠ ਤੁਰ ਗਏ, ਜਿੱਦਾਂ ਆਉਂਦੇ ਉਦਾਂ ਹੀ ਤੁਰ ਜਾਂਦੇ ਆ। ਤਾਂ ਉਹ ਝੂਠ ਕਦੀ ਜਿੱਤਦਾ ਹੁੰਦਾ, ਅਲਟੀਮੇਟਲੀ ਸੱਚ ਜਿੱਤਦਾ ਹੈ। ਸੱਚ ਨੂੰ ਜਿਤਾਉਣ ਵਾਲੇ ਯੋਧੇ ਹਮੇਸ਼ਾ ਹੀ ਪੈਦਾ ਹੁੰਦੇ ਰਹੇ। ਬਿਲਕੁਲ, ਉਹ ਚਾਹੇ ਬਾਬੇ ਨਾਨਕ ਵੇਲੇ ਸੀਗਾ ਜਦੋਂ ਅਗਲੇ ਨੇ ਚੈਲੰਜ ਕਰਤਾ ਸੀਗਾ ਰਾਜੇਸ਼ੀ ਮੁਕੱਦਮ ਕੁੱਤੇ ਕਹਿ ਕੇ, ਤੇ ਉਹ ਚਾਹੇ ਗੁਰੂ ਗੋਬਿੰਦ ਸਿੰਘ ਸੀਗੇ ਜਿਨ੍ਹਾਂ ਨੇ ਤਲਵਾਰ ਦੇ ਸਿਰ ਤੇ ਜ਼ਾਲਮ ਨਾਲ ਟੱਕਰ ਲਈ ਸੀ, ਚਾਹੇ ਉਹ ਭਗਤ ਸਿੰਘ ਸੀਗਾ। ਉਹ ਕਿਸੇ ਨਾ ਕਿਸੇ ਸ਼ਕਲ 'ਚ ਜਿਹੜੇ ਯੋਧੇ ਨੇ ਪੈਦਾ ਹੁੰਦੇ ਰਹਿੰਦੇ ਆ, ਸੱਚ ਤੇ ਵੀ ਪਹਿਰਾ ਦਿੰਦੇ ਆ ਤੇ ਸੱਚ ਨੂੰ ਉਹ ਡਿਫੈਂਡ ਵੀ ਕਰਨਾ ਜਾਣਦੇ ਆ। ਤੇ ਇਸ ਕਰਕੇ ਇਸ ਗੱਲ ਦੀ ਚਿੰਤਾ ਨਹੀਂ ਕਰਨ ਦੀ ਲੋੜ ਕਿ ਆਪਾਂ ਕੋਈ ਅਲਟੀਮੇਟਲੀ, ਲੇਕਿਨ ਉਹਦਾ ਜਿਹਨੂੰ ਕਹਿੰਦੇ ਇੱਕ ਸਪਿਰਿਟ ਹੈ, ਉਸ ਸਪਿਰਿਟ ਨਾਲ ਜਿਹੜੀ ਹੈ ਚੜ੍ਹਦੀ ਕਲਾ 'ਚ ਰਹਿ ਕੇ ਰਹਿਣ ਵਾਲੀ ਜਿਹੜੀ ਸਪਿਰਿਟ ਹੈ, ਉਸ ਚੜ੍ਹਦੀ ਕਲਾ 'ਚ ਰਹਿ ਕੇ ਸਪਿਰਿਟ ਔਰ ਜਿਹੜੀ ਸੱਚ ਤੇ ਪਹਿਰਾ ਦੇਣ ਵਾਲੀ ਸਪਿਰਿਟ ਹੈ ਜਿਹੜੀ ਬਾਬੇ ਨੇ ਸਿਖਾਈ ਸਾਨੂੰ, ਉਸ ਸਪਿਰਿਟ ਨਾਲ ਸਾਨੂੰ ਜਦੋਂ ਕੰਮ ਕਰਾਂਗੇ ਅਸੀਂ ਤਾਂ ਅਲਟੀਮੇਟ ਜਿੱਤ ਸੱਚ ਦੀ ਹੋਏਗੀ, ਜਿੱਥੇ 1% ਵੀ ਪੂਰਾ ਭਰ ਵੀ ਡਾਊਟ ਕਰਨ ਦੀ ਲੋੜ ਨਹੀਂ ਹੈ। ਲੇਕਿਨ ਉਸ ਪ੍ਰਕਿਰਿਆ ਦੌਰਾਨ ਜਦੋਂ ਝੂਠ ਛੱਡ ਦੇ ਭਰ ਹੁੰਦਾ, ਉਹਦੀ ਕੀਮਤ ਜਿਹੜੀ ਸਾਨੂੰ ਦੇਣੀ ਪੈਂਦੀ ਹੈ। ਦੁੱਖ ਦਰਦ ਪੈਦਾ ਹੁੰਦਾ ਹੈ, ਕਿੰਨੇ ਮਨੁੱਖ ਨੇ ਜਿਹੜੇ ਵਿਚਾਰੇ ਦਾ ਸ਼ਿਕਾਰ ਹੋ ਜਾਂਦੇ ਆ, ਪ੍ਰੀਮੈਚੁਰ ਮਰ ਜਾਂਦੇ ਆ, ਦੁੱਖ ਘਟਾਉਂਦੇ ਆ, ਨੰਗ ਹੋ ਜਾਂਦੇ ਆ, ਆਰਥਿਕ ਤੌਰ ਤੇ ਤਬਾਹ ਹੋ ਜਾਂਦੇ ਆ। ਉਹ ਵਰਤਾਰਾ ਕਿਤੇ ਨਾ ਕਿਤੇ ਹੁੰਦਾ, ਉਹਦਾ ਜਿਹੜਾ ਜਵਾਬ ਅਸੀਂ ਏਦਾਂ ਹੀ ਦੇਣਾ ਹੁੰਦਾ ਕਿ ਸੱਚ ਤੇ ਪਹਿਰਾ ਦੇਣਾ ਤੇ ਆਪਣੇ ਆਲੇ ਦੁਆਲੇ ਇੱਕ ਆਪਸੀ ਭਾਈਚਾਰਾ ਉਹਨੂੰ ਸਟਰੋਂਗ ਕਰਨਾ। ਔਰ ਜਿਹੜੇ ਇਹੋ ਜਿਹੇ ਮਾਸਕਾਂ ਪਾਉਣ ਵਰਗੇ ਬੰਦੇ ਨੇ ਔਰ ਸੋਸ਼ਲ ਡਿਸਟੈਂਸਿੰਗ ਬਕਵਾਸਬਾਜ਼ੀ ਜਿਹੜੀ ਹੈ, ਇਹਦਾ ਕਿਤੇ ਨਾ ਕਿਤੇ ਐਕਟਿਵ ਤੌਰ ਤੇ ਚੇਤਨ ਤੌਰ ਤੇ ਦਾ ਵਿਰੋਧ ਕਰਨਾ ਚਾਹੀਦਾ ਔਰ ਉਹਨੂੰ ਜਿਹੜੀ ਤੋੜ ਕੇ ਨਾਰਮਲ ਲਾਈਫ ਲੈ ਕੇ ਆਉਣੀ ਚਾਹੀਦੀ। ਅਦਰਵਾਈਜ਼ ਜੇ ਅਸੀਂ ਨਹੀਂ ਕਰ ਸਕਾਂਗੇ ਤਾਂ ਬਹੁਤ ਖਿੱਚੀ ਜਾਣਗੇ ਦੇਖ ਲੈ ਕਿੱਦਾਂ ਖਿੱਚ ਰਹੇ ਆ ਬਿਨਾਂ ਮਤਲਬ ਦੇ, ਖਿੱਚੀ ਜਾਣਗੇ ਸਾਲਾਂ ਵਿੱਚ ਖਿੱਚੀ ਜਾਣਗੇ। ਹੁਣ ਸਰਦੀਆਂ ਸ਼ੁਰੂ ਹੋ ਜਾਣੀਆਂ, ਹੁਣ ਕਹਿਣਗੇ ਸੈਕੰਡ ਫੇਜ਼ ਆ ਗਈ। ਸੈਕੰਡ ਫੇਜ਼ ਕਾਹਦੀ ਆ ਗਈ? ਉਹ ਜਦੋਂ ਫਲੂ ਸੀਜ਼ਨ ਦੁਬਾਰਾ ਸ਼ੁਰੂ ਹੋ ਜਾਣਾ, ਸਰਦੀਆਂ ਦੇ ਅੰਦਰ ਫਲੂ ਸੀਜ਼ਨ ਦੁਬਾਰਾ ਅਕਤੂਬਰ 'ਚ ਫਿਰ ਸ਼ੁਰੂ ਹੋ ਜਾਂਦਾ, ਸਾਡੇ ਨਵੰਬਰ ਸ਼ੁਰੂ ਹੋ ਜਾਂਦਾ। ਉਹ ਫਿਰ ਸਾਨੂੰ ਇੱਥੇ ਸਮਝ ਲੈਣਾ ਚਾਹੀਦਾ ਹੈ ਕਿ ਜਿਹੜੇ ਕਰੋਨਾ ਦੀ ਆੜ ਦੇ ਵਿੱਚ ਤੇਲ ਦਾ ਰੇਟ ਰੋਜ਼ਾਨਾ ਵਧ ਰਿਹਾ, ਕੋਈ ਐਜੂਕੇਸ਼ਨ ਨਹੀਂ, ਨਵੇਂ ਸਿਸਟਮ MSP ਹੈ ਉਹਦੇ ਤੋਂ ਸਰਕਾਰ ਹੱਥ ਪਿੱਛੇ ਖਿੱਚ ਰਹੀ ਹੈ, ਐਜੂਕੇਸ਼ਨ ਨਹੀਂ ਕਰਨ ਦਿੱਤੀ ਜਾ ਰਹੀ। ਇਹ ਲੋਕ ਵਿਰੋਧ ਨੂੰ ਦੱਬਣ ਵਾਸਤੇ ਕਰੋਨਾ ਦਾ ਜਿਹੜਾ ਇੱਕ ਸਹਾਰਾ ਲੈ ਕੇ ਇਹ ਕੁਛ ਚੱਲ ਰਿਹਾ। ਇਹ ਗੱਲ ਸਾਫ਼ ਤੌਰ ਤੇ ਜਿਹੜੀ ਹੁਣ ਝਲਕਣ ਲੱਗ ਪਈ ਹੈ, ਸਪਸ਼ਟ ਹੁੰਦੀ ਜਾਂਦੀ ਹੈ, ਨੰਗੀ ਹੋ ਰਹੀ ਹੈ ਗੱਲ। ਸੋ ਇਹ ਆਪਾਂ ਇਸ ਗੱਲ ਤੇ ਆਪਾਂ ਨੂੰ ਪਹਿਰਾ ਦੇਣਾ ਚਾਹੀਦਾ ਤੇ ਆਪਣਾ ਫਰਜ਼ ਬਣਦਾ, ਚਾਹੇ ਅਸੀਂ ਇਕੱਲੇ ਹੋਈਏ, ਚਾਹੇ ਦੋ ਹੋਈਏ ਜਾਂ ਚਾਰ ਹੋਈਏ, ਕਿਉਂਕਿ ਜਦੋਂ ਸੱਚ ਇਕੱਲਾ ਵੀ ਹੁੰਦਾ ਤਾਂ ਵੀ ਉਹ ਪਾਵਰਫੁਲ ਹੁੰਦਾ,
ਉਹ ਸੱਚ ਜਦੋਂ ਆਪਣੇ ਆਲੇ ਦੁਆਲੇ ਫਿਰ ਜਿਹੜੇ ਸੱਚੇ ਬੰਦੇ ਇਕੱਠੇ ਕਰਨ ਦੀ ਸਮਰੱਥਾ ਰੱਖਦਾ ਹੁੰਦਾ। ਇਸ ਕਰਕੇ ਇਹ ਸੱਚ ਬੋਲਣ ਤੋਂ ਕਦੀ ਡਰਨਾ ਨਹੀਂ ਚਾਹੀਦਾ, ਕਿਉਂਕਿ ਡਰ ਜਿਹੜਾ ਕਾਹਦਾ ਡਰਨਾ, ਅਲਟੀਮੇਟ ਡਰ ਤਾਂ ਮੌਤ ਦਾ ਹੀ ਹੁੰਦਾ, ਤੇ ਮੌਤ ਅਟਲ ਸੱਚਾਈ ਹੁੰਦੀ ਹੈ। ਉਹ ਸਾਡੇ ਬਾਬੇ ਨੇ ਸਾਨੂੰ ਸਿਖਾਇਆ ਵੀ ਮੌਤ ਅਟਲ ਸੱਚਾਈ, ਉਹ ਤੋਂ ਜਿਹੜੀ ਅਟਲ ਸੱਚਾਈ ਉਹ ਤੋਂ ਕਾਹਦਾ ਡਰਨਾ। ਸੋ ਇਸ ਕਰਕੇ ਜਿਹੜੀ ਕਿਉਂਕਿ ਹਰ ਡਰ ਦਾ ਅਲਟੀਮੇਟ ਡਰ ਕਿਹੜਾ, ਮੌਤ ਹੈ। ਬਿਲਕੁਲ। ਤੇ ਜੇ ਜਿਹੜਾ ਬੰਦਾ ਮੌਤ ਦਾ ਡਰ ਕੱਢ ਦਿੰਦਾ ਤਾਂ ਫਿਰ ਉਹਨੂੰ ਹੋਰ ਕੋਈ ਡਰ ਨਹੀਂ ਲੱਗਦਾ। ਤੇ ਜੇ ਗੁਰੂ ਗੋਬਿੰਦ ਸਿੰਘ ਨੇ ਮੌਤ ਦਾ ਡਰ ਨਾ ਕੱਢਿਆ ਹੁੰਦਾ ਤਾਂ ਫਿਰ ਉਹ ਇਤਿਹਾਸ ਨਾ ਹੁੰਦਾ। ਮੌਤ ਦਾ ਡਰ ਕੱਢੇ ਬਿਨਾਂ ਕੋਈ ਕੁਛ ਨਹੀਂ ਹੋ ਸਕਦਾ। ਤਾਂ ਇਸ ਕਰਕੇ ਉਸ ਡਰ ਚੋਂ ਅਸੀਂ ਨਿਕਲੀਏ, ਜੋ ਅਟਲ ਸੱਚਾਈ ਹੈ। ਮੌਤ ਮੂਤ ਮਰਨਾ ਮੁਰਨਾ ਸਭ ਨੇ ਹੈ, ਕੋਈ ਗੱਲ ਨਹੀਂ। ਕੋਈ ਯੁੱਧ ਦੇ ਮੈਦਾਨ ਚ ਮਰਦਾ ਉਹ ਯੋਧਾ ਹੈ, ਤੇ ਜੇ ਹਸਪਤਾਲ ਚ ਨਾਲੀਆਂ ਪਵਾ ਕੇ ਤੇ ਜਲੀਲ ਹੋ ਕੇ ਮਰਨਾ ਤਾਂ ਉਹ ਵੀ ਮਰਨਾ। ਤਾਂ ਕੋਈ ਗੱਲ ਨਹੀਂ, ਮਰਨਾ ਹੀ ਕਿਸੇ ਨਾ ਕਿਸੇ ਤਰੀਕੇ, ਉਹਦੇ ਚ ਕੋਈ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ। ਆਪਾਂ ਸਾਰੇ ਜਿਹੜੀ ਹੈ ਉਹਦਾ ਸੱਚ ਤੇ ਪਹਿਰਾ ਦਈਏ, ਸੱਚ ਤੇ ਪਹਿਰਾ ਦਿੰਦੇ ਹੋਏ ਆਪਾਂ ਆਪਸੀ ਭਾਈਚਾਰਾ ਜਿਹੜਾ ਉਹਨੂੰ ਮਜ਼ਬੂਤ ਕਰੀਏ, ਔਰ ਜਿਹੜੇ ਭਾਈਚਾਰੇ ਨੂੰ ਤੋੜਨ ਵਾਲੇ ਜਿਹੜੇ ષੜਯੰਤਰ ਰਚੇ ਜਾ ਰਹੇ ਹਨ, ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ, ਭਾਈਚਾਰਾ ਉਹਨੂੰ ਪਛਾੜੀਏ, ਔਰ ਆਪਣੇ ਸਮਾਜ ਦੇ ਵਿੱਚ ਜਿਹੜਾ ਇੱਕ ਚੇਤਨਾ ਦਾ ਜਿਹੜਾ ਦੀਵਾ ਹੈ, ਚੇਤਨਾ ਦਾ ਦੀਵਾ ਜਗਾਈਏ। ਉਹ ਦੀਵਾ ਜਿਹੜਾ ਹੁੰਦਾ ਉਹ ਛੋਟਾ ਜਿਹਾ ਹੁੰਦਾ, ਲੇਕਿਨ ਬਹੁਤ ਵੱਡੇ ਹਨੇਰੇ ਨੂੰ ਦੂਰ ਕਰ ਸਕਦਾ ਹੁੰਦਾ। ਸੋ ਦੀਵੇ ਬਣਨਾ ਜਿਹੜਾ ਅੱਜ ਬਹੁਤ ਜ਼ਰੂਰੀ ਹੈ। ਤਾਂ ਉਸ ਦੀਵੇ ਨਾਲ ਅੱਗੇ ਦੀਵੇ ਵੀ ਜਗ ਜਾਂਦੇ ਆ। ਦੀਵਾ ਆਪਣੇ ਆਪ 'ਚ ਵੀ ਇੱਕ ਚਾਹੇ ਨਿੱਘਾ ਜਿਹਾ ਹੁੰਦਾ ਹੈ, ਲੇਕਿਨ ਉਹ ਬੜੀ ਮਹੱਤਤਾ ਹੁੰਦੀ ਉਹਦੀ ਦੀਵੇ ਦੀ। ਉਸ ਮਹੱਤਤਾ ਨੂੰ ਪਛਾਣੀਏ ਆਪਾਂ, ਉਸ ਮਹੱਤਤਾ ਨੂੰ ਪਛਾਣ ਕੇ ਜਿਹੜਾ ਇਹ ਜ਼ਿੰਦਗੀ ਦੇ ਅੰਦਰ ਵਿਚੀਏ ਤੇ ਆਪਾਂ ਜਿਹੜਾ ਹਨੇਰਾ ਪਸਰਿਆ ਹੋਇਆ ਸਾਡੇ ਆਲੇ ਦੁਆਲੇ ਉਸ ਹਨੇਰੇ ਨੂੰ ਦੂਰ ਕਰੀਏ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਡਾਕਟਰ ਸਾਹਿਬ, ਬੜੇ ਵਿਸਥਾਰਪੂਰਵਕ ਤਰੀਕੇ ਦੇ ਨਾਲ ਤੁਸੀਂ ਇਸ ਗੱਲ ਨੂੰ ਸਮਝਾਇਆ ਕਿ ਕਿਸ ਤਰੀਕੇ ਸਿਹਤ ਨੂੰ ਮੈਨੂਪੂਲੇਟ ਕਰਨ ਵਾਸਤੇ ਨਕਲੀ ਮੁੱਦੇ ਜਿਹੜੇ ਨੇ ਉਹ ਪੈਦਾ ਕੀਤੇ ਜਾਂਦੇ, ਜਿਨ੍ਹਾਂ ਦੇ ਵਿੱਚ ਉਲਝਾ ਕੇ ਮਨੁੱਖਤਾ ਨੂੰ ਇਸ ਕਦਰ ਡਰਾ ਦਿੱਤਾ ਜਾਂਦਾ ਹੈ ਕਿ ਉਹ ਮਾਨਸਿਕ ਤੌਰ ਤੇ ਇਹਨੂੰ ਮਾਨਸਿਕ ਰੋਗ ਅਸੀਂ ਕਹਿ ਸਕਦੇ ਹਾਂ। ਅੱਜ ਦਾ ਜਿਹੜਾ ਵਰਤਾਰਾ ਜੋ ਵਾਪਰ ਰਿਹਾ, ਲਗਾਤਾਰ ਸਰਕਾਰਾਂ ਜੋ ਐਕਟਸ ਲੈ ਕੇ ਆ ਰਹੀਆਂ ਨੇ ਉਹ ਮਨੁੱਖਤਾ ਵਿਰੋਧੀ ਨੇ, ਔਰ MNC ਦੇ ਇਹਨੂੰ ਡਰਾਫਟਸ ਕਹਿ ਸਕਦੇ ਹਾਂ। ਮਲਟੀਨੈਸ਼ਨਲ ਕੰਪਨੀਆਂ ਜਿਹੜੀਆਂ ਨੇ ਉਹ ਜੋ ਡਰਾਫਟਸ ਦੇ ਰਹੀਆਂ ਨੇ, ਜੋ ਡਾਇਰੈਕਸ਼ਨਸ ਦੇ ਰਹੀਆਂ ਨੇ, ਬੇਸ਼ੱਕ ਅਸੀਂ ਸਿੱਧੇ ਤੌਰ ਤੇ ਅਸੀਂ ਅੱਜ ਉਹਨਾਂ ਈਸਟ ਇੰਡੀਆ ਕੰਪਨੀ ਜਿਹੜੀ ਇੱਕ ਟਾਈਮ ਤੇ ਈਸਟ ਇੰਡੀਆ ਕੰਪਨੀ ਆਈ ਸੀਗੀ, ਸਿੱਧੇ ਤੌਰ ਤੇ ਅਸੀਂ ਉਹਨਾਂ ਦੇ ਅਧੀਨ ਸੀ। ਅੱਜ ਸਿੱਧੇ ਤੌਰ ਤੇ ਬੇਸ਼ੱਕ ਅਸੀਂ ਉਹਨਾਂ ਦੇ ਅਧੀਨ ਨਹੀਂ ਹੈ, ਪਰ ਇਸ ਤੋਂ ਪਹਿਲਾਂ ਅਸੀਂ ਪਹਿਲਾਂ ਦੇ ਐਪੀਸੋਡਸ ਦੇ ਵਿੱਚ ਅਸੀਂ ਸਮਝਿਆ ਕਿ ਕਿਸ ਤਰੀਕੇ ਸਰਕਾਰਾਂ ਜਿਹੜੀਆਂ ਚੱਲਦੀਆਂ ਨੇ, ਫਰੰਟ ਤੇ ਪੋਲੀਟੀਸ਼ੀਅਨਸ, ਉਸ ਤੇ ਬੈਕ ਬਿਊਰੋਕਰੈਟਸ ਦੇ ਪਿੱਛੇ ਏਜੰਸੀਆਂ, ਤੇ ਏਜੰਸੀਆਂ ਦੇ ਉੱਪਰ ਜਿਹੜਾ ਪੂਰੇ ਦਾ ਪੂਰਾ ਕਬਜ਼ਾ ਜਿਹੜਾ ਉਹ ਵਿਸ਼ਵ ਪੱਧਰ ਤੇ ਉਹਨਾਂ ਚੰਦ ਕੁ ਘਰਾਣਿਆਂ ਦਾ ਹੈ ਜਿਹੜੇ ਪੂਰੇ ਵਿਸ਼ਵ ਨੂੰ ਕੰਟਰੋਲ ਕਰਨ ਵਾਲੇ ਪਾਸੇ ਨੂੰ ਤੁਰੇ ਹੋਏ ਨੇ। ਦੂਸਰੇ ਪਾਸੇ ਇਸ ਗੱਲ ਨੂੰ ਬਾਈਂਡ ਅਪ ਕਰਦਿਆਂ ਡਾਕਟਰ ਸਾਹਿਬ ਨੇ ਇਹ ਗੱਲ ਸਪਸ਼ਟ ਕੀਤੀ ਸੀ ਕਿ ਇਹ ਕਦੇ ਵੀ ਇਹਨਾਂ ਲੋਕਾਂ ਦੇ ਸੁਪਨੇ ਪੂਰੇ ਨਹੀਂ ਹੁੰਦੇ। ਸੱਚ ਹਮੇਸ਼ਾ ਸੱਚ ਰਹਿਣਾ, ਇਸ ਗੱਲ ਤੇ ਸਾਨੂੰ ਆਸਵੰਦ ਰਹਿਣਾ ਚਾਹੀਦਾ ਹੈ। ਸਾਡੇ ਕੋਲੇ ਬੜੀਆਂ ਵੱਡੀਆਂ ਉਦਾਹਰਨਾਂ ਨੇ। ਜੇ ਉਹਨਾਂ ਉਦਾਹਰਨਾਂ ਦੇ ਵਿੱਚੋਂ ਇੱਕ ਉਦਾਹਰਨ ਦਾ ਜ਼ਿਕਰ ਕਰਨਾ ਹੋਵੇ ਤੇ ਸਿਕੰਦਰ ਹੈ, ਜਿਹੜਾ ਸਮੁੱਚੀ ਦੁਨੀਆ ਨੂੰ ਜਿੱਤਣ ਤੁਰਿਆ ਸੀ। ਜਦੋਂ ਮਰਨ ਲੱਗਿਆ ਤੇ ਉਦੋਂ ਤੋਂ ਆਪਣੇ ਘਰ, ਆਪਣੇ ਪਿੰਡ ਵਾਪਸ ਨਹੀਂ ਪਰਤਿਆ ਗਿਆ, ਤੇ ਅੱਜ ਦੁਨੀਆ ਫਿਰ ਉਸੇ ਤਰ੍ਹਾਂ ਜਿਉ ਰਹੀ ਹੈ। ਅਮਰੀਕਾ ਨੇ ਈਰਾਨ ਤੇ ਇਰਾਕ ਤੇ ਹਮਲੇ ਕੀਤੇ ਸੀ। ਇੰਗਲੈਂਡ ਇੱਕ ਉਹ ਮੁਲਕ ਸੀ ਜਿਹੜਾ ਜਿਸ ਬਾਰੇ ਇਹ ਗੱਲ ਕਹੀ ਜਾਂਦੀ ਸੀ ਕਿ ਇਹਦੇ ਰਾਜ ਦੇ ਵਿੱਚ ਸੂਰਜ ਨਹੀਂ ਡੁੱਬਦਾ। ਅੱਜ ਇੰਗਲੈਂਡ ਦੀ ਕੀ ਪੋਜੀਸ਼ਨ ਹੈ, ਅਮਰੀਕਾ ਕਿੱਥੇ ਪਹੁੰਚ ਗਿਆ, ਤੇ ਹੁਣ ਅਮਰੀਕਾ ਪਿੱਛੇ ਜਾ ਰਿਹਾ, ਕਿਹੜਾ ਮੁਲਕ। ਯਾਨੀ ਇਹ ਸਾਰਾ ਕੁਝ ਵਰਤਾਰਾ ਜਿਹੜਾ ਇਹ ਇਸੇ ਤਰ੍ਹਾਂ ਚੱਲਦਾ ਰਹਿਣਾ। ਇੱਕ ਗੱਲ ਸਾਡੇ ਦਿਮਾਗ 'ਚ, ਸਾਡੇ ਜ਼ਿਹਨ 'ਚ ਇਹ ਆਈ ਸੀ ਕਿ ਜਿਹੜਾ ਵਿਰੋਧ ਕਰਦਾ ਹੈ ਉਹਨੂੰ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ। ਮੈਂ ਇਸ ਗੱਲ 'ਚ ਵਾਅਦਾ ਕਰਦੇ ਹਾਂ ਕਿ ਜਿਸ ਡਰ ਤੋਂ ਅਸੀਂ ਘਬਰਾਉਣੇ ਆ ਕਿ ਸਾਨੂੰ ਵੀ ਕਿਤੇ ਡਰ ਹੈ, ਤਾਂ ਉਹ ਡਰ ਉਸ ਸ਼ਖਸ ਨੂੰ ਵੀ ਹੈ ਜਿਹੜਾ ਸਾਡੇ ਤੇ ਇਹ ਮਾਡਲ ਠੋਸ ਰਿਹਾ ਹੈ। ਉਹ ਕਿੰਨੇ ਸਹਿਮ 'ਚ ਜਿਉ ਰਿਹਾ ਹੈ, ਉਹ ਕਿੰਨੇ ਡਰ 'ਚ ਜਿਉ ਰਿਹਾ ਹੈ। ਉਹ ਜਦ ਘਰ ਬਣਾਉਂਦੇ ਨੇ, ਕਿਸ ਤਰੀਕੇ ਨਾਲ ਘਰ ਬਣਾ ਰਹੇ ਨੇ, ਉਹਨਾਂ ਦੇ ਕਿੰਨੇ ਬਾਡੀਗਾਰਡਸ ਹੈ। ਉਹ ਜ਼ਿੰਦਗੀ, ਜਿਸ ਆਜ਼ਾਦੀ ਨਾਲ ਜ਼ਿੰਦਗੀ ਅਸੀਂ ਜਿਉ ਸਕਦੇ ਹਾਂ, ਉਹ ਆਜ਼ਾਦੀ ਨਾਲ ਉਹ ਜ਼ਿੰਦਗੀ ਨਹੀਂ ਜਿਉ ਸਕਦੇ। ਯਾਨੀ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਉਹ ਵੀ ਇੱਕ ਪੈਰਲਲ ਡਰ ਦੇ ਵਿੱਚ ਜਿਉਂਦੇ ਨੇ। ਸੋ ਇਸ ਡਰ ਤੋਂ ਘਬਰਾਉਣ ਦੀ ਲੋੜ ਨਹੀਂ। ਉਹ ਵੀ ਉਹਨੇ ਉਸੇ ਰੂਪ 'ਚ ਪੈਦਾ ਹੁੰਦੇ ਹੋਣਗੇ ਤੇ ਅਸੀਂ ਵੀ ਉਸੇ ਰੂਪ 'ਚ। ਅਸੀਂ ਬਾਬੇ ਦੀ ਜਿਹੜੀ ਸਾਨੂੰ ਰਸਤਾ ਦਿਖਾਇਆ, ਯਾਨੀ ਜੇ ਇਹਨੂੰ ਦੋ ਬਿੰਬ ਲੈ ਲਈਏ ਕਿ ਇੱਕ ਬਾਬਰ ਕੇ ਹੈ, ਇੱਕ ਬਾਬੇ ਕੇ ਹੈ, ਅਸੀਂ ਬਾਬਰ ਕਿਆਂ ਦੇ ਵਿਰੋਧ ਦੇ ਵਿੱਚ ਲਗਾਤਾਰ ਤੁਰੇ ਆਉਣਾ। ਸੋ ਉਮੀਦ ਕਰਦੇ ਹਾਂ ਕਿ ਇਸ ਗੱਲਬਾਤ ਤੋਂ ਤੁਸੀਂ ਬਹੁਤ ਲਾਹਾ ਲਿਆ ਹੋਏਗਾ। ਸਾਡੇ ਵਹਿਮ ਜਿਹੜੇ ਨੇ ਉਹ ਦੂਰ ਹੋਣਗੇ। ਕਰੋਨਾ ਵਰਗੇ ਮੁੱਦੇ ਜਿਹੜੇ ਸਮੇਂ-ਸਮੇਂ ਆਉਂਦੇ ਰਹੇ ਆ, ਪਹਿਲਾਂ ਵੀ ਆਉਂਦੇ ਰਹੇ ਤੇ ਫਿਊਚਰ ਦੇ ਵਿੱਚ ਵੀ ਆਉਂਦੇ ਰਹਿਣੇ ਆ, ਉਹਦੀ ਆੜ ਦੇ ਵਿੱਚ ਕਿਸ ਤਰੀਕੇ ਉਹ ਕੰਪਨੀਆਂ ਸਾਨੂੰ ਫੂਲ ਬਣਾਉਂਦੀਆਂ ਨੇ, ਸਾਨੂੰ ਢਾਲ ਬਣਾਉਂਦੇ, ਸਾਨੂੰ ਸਾਡੇ ਇਕੱਠੇ ਹੋਣ ਤੇ। ਸ਼ਬਦ ਵੀ ਦੇਖੋ, ਬੜਾ ਵਧੀਆ ਸ਼ਬਦ ਵਰਤਿਆ, ਸੋਸ਼ਲ ਡਿਸਟੈਂਸਿੰਗ।
ਬਿਮਾਰੀ ਦੇ ਬਾਰੇ ਚ ਇਹ ਗੱਲ ਕਹੀ ਜਾਂਦੀ ਹੈ ਕਿ ਜਦ ਤੁਸੀਂ ਫਿਜ਼ੀਕਲ ਸੰਪਰਕ ਚ ਆਉਣੇ ਆ, ਜੇ ਅਸੀਂ ਇਹਨਾਂ ਦੀ ਇੱਕ ਗੱਲ ਸੁਣੀਏ, ਗਾਈਡਲਾਈਨਸ ਇਹ ਕਹਿੰਦੀ ਹੈ ਕਿ ਜੇ ਫਿਜ਼ੀਕਲ ਸੰਪਰਕ ਚ ਆਉਣੇ ਆ ਤੇ ਬਿਮਾਰੀ ਵਾਪਰਦੀ ਹੈ, ਪਰ ਦੂਰੀ ਕਿਹੜੀ? ਬੜੇ ਤਰੀਕੇ ਨਾਲ, ਕਿ ਸਮਾਜਿਕ ਦੂਰੀ, ਜਿੰਨੀ ਤੁਸੀਂ ਸਮਾਜਿਕ ਦੂਰੀ ਬਣਾਓਗੇ ਬਚਣਗੇ। ਸੋ ਇਹ ਇਸ ਤਰ੍ਹਾਂ ਦੇ ਸ਼ਬਦ ਵੀ ਕਿਤੇ ਨਾ ਕਿਤੇ ਉਹੋ ਜਿਹੇ ਆਉਂਦੇ ਨੇ, ਇਹਨਾਂ ਸਾਰੇ ਸ਼ਬਦ ਜਾਲ ਤੋਂ ਸਾਨੂੰ ਬਚਣਾ ਚਾਹੀਦਾ। ਸੋ ਹੁਣ ਆਪਾਂ ਚੱਲਦੇ ਹਾਂ ਕੁਲਦੀਪ ਸਿੰਘ ਹੋਰਾਂ ਕੋਲ। ਇਸ ਤੋਂ ਪਹਿਲਾਂ ਕਿ ਸਮਾਪਤੀ ਕਰੀਏ, ਅਸੀਂ ਕੁਲਦੀਪ ਸਿੰਘ ਹੋਰਾਂ ਕੋਲ ਚੱਲਦੇ ਹਾਂ। ਇਹਦੇ ਰਿਗਾਰਡਿੰਗ ਜਿਹੜੇ ਸਾਡੇ ਨਾਲ ਲਾਈਵ ਵੀਰ ਜੁੜੇ ਹੋਏ ਨੇ, ਉਹਨਾਂ ਦੇ ਵਿੱਚੋਂ ਕੋਈ ਸੱਜਣ, ਕੋਈ ਭੈਣ, ਕੋਈ ਮਾਤਾ ਆਪਣੇ ਸ਼ਬਦ, ਕੋਈ ਕੁਐਰੀ, ਕੁਝ ਪੁੱਛਣਾ ਚਾਹੁੰਦੇ ਹੋਣ, ਉਹ ਸਵਾਲ ਜਿਹੜੇ ਅਸੀਂ ਲਵਾਂਗੇ। ਕੁਲਦੀਪ ਸਿੰਘ, ਦੇਖਿਆ ਜੇ